बीजेपी ते कांग्रेस की जो अंदरूनी सियासत है जी जो अंदरूनी खिचतान है जी वो इस वेले सिखरां दे उत्ते है। हाँ जी, प्रधानमंत्री बन तो पहला आपां कह सकते सी कि उन्हां दे मुकाबले दा जो वो कद सीगा, सेम स्टेटस ते जे शिवराज सिंह चौहान सीनियर नहीं सी तां मतलब जूनियर एक भी नहीं मुकाबले दे सी एक जो परसनैलिटी बिल्कुल पार्टी दे विच जी जो प्रधानमंत्री बन तो बाद तां फिर गल्लां वख हो गईयां। ये फलाना RSS दा एजेंट है जी, जी ਇਹਦੇ ਖਾਕੀ ਨੀਕਰ ਪਾਈ ਹੋਈ ਹੈ, ਇਹਦੇ ਇਹ ਹੈ ਉਹ ਹੈ, ਇਹ RSS ਦਾ ਏਜੰਡਾ ਹੈ। ਗਿੱਲ ਸਾਹਿਬ ਫਿਰ ਜਦੋਂ RSS ਨੂੰ ਵਰਜ ਦਿੱਤਾ ਗਿਆ ਸੀ ਕਿ ਉਹ ਸਿਆਸਤ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੇ, ਜਵਾਹਰ ਲਾਲ ਨਹਿਰੂ ਦੀ ਕੈਬਨਿਟ ਦੇ ਵਿੱਚ ਜੀ ਪਹਿਲੇ ਭਾਰਤ ਦੇ ਕੈਬਨਿਟ ਦੇ ਵਿੱਚ ਜੀ ਉਹ ਇੰਡਸਟਰੀਅਲ ਮਿਨਿਸਟਰ ਸਨ। ਸੱਭਿਆਚਾਰਕ ਮੁੱਲ ਹੈ ਜੀ ਜੋ ਸੱਭਿਆਚਾਰਕ ਧਾਰਨਾਵਾਂ ਨੇ ਉਹਨਾਂ ਦੇ ਬੇਸ ਦੇ ਉੱਤੇ ਹੋਣਾ ਚਾਹੀਦਾ ਹੈ। ਜਿਹੜੀ ਆਪਣੇ ਪ੍ਰਚਾਰਕ ਜਿਹੜੇ ਟ੍ਰੇਨਡ ਉਹ ਦਿੱਤੇ, ਜੀ ਕਾਡਰ ਦਿੱਤਾ, ਲੀਡਰਸ਼ਿਪ ਦਿੱਤੀ, ਜਿਨ੍ਹਾਂ ਦੇ ਵਿੱਚੋਂ ਬੜੇ ਵੱਡੇ ਨਾਮ ਅਟਲ ਬਿਹਾਰੀ ਵਾਜਪਾਈ ਜੀ LK ਅਡਵਾਨੀ ਜੀ ਬਲਰਾਜ ਮਧੋਕ ਜੀ ਜਿਹੜੇ ਉਹਨਾਂ ਦੇ ਸਿਆਸੀ ਵਿਰੋਧੀ ਵੀ ਸੀ ਅਟਲ ਬਿਹਾਰੀ ਵਾਜਪਾਈ ਦੇ, ਉਹ ਆਪਣੀ ਸਿਆਸਤ ਕਰਦੇ ਰਹਿੰਦੇ ਆ। ਭਾਮ ਸਾਹਿਬ ਭਾਰਤੀ ਜਨਤਾ ਪਾਰਟੀ ਨੂੰ 2 ਸੀਟਾਂ ਮਿਲੀਆਂ 1984 ਦੀ ਜੋ ਇਲੈਕਸ਼ਨ ਹੁੰਦੀ ਹੈ ਜੀ ਉਸ ਦੇ ਵਿੱਚ, ਸੋ ਕੋਈ ਖਾਸ ਆਪਣਾ ਉਹ ਕ੍ਰਿਸ਼ਮਾ ਨਹੀਂ ਦਿਖਾ ਪਾਉਂਦੀ। ਰੇਡੀਓ ਇੰਡੀਆ ਦੇ ਵਕਾਰੀ ਪ੍ਰੋਗਰਾਮ ਇਤਿਹਾਸ ਗਵਾਹ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰੋ ਜੀ। ਬਹੁਤ ਵਧੀਆ ਮੌਸਮ ਹੈ ਬਾਹਰ ਅੱਜ ਗਰਮੀ ਦਾ ਪ੍ਰਕੋਪ ਕੁਝ ਘਟਿਆ ਹੈ, ਸੋ ਇਹ ਸੁਹਾਣੇ ਮੌਸਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਵੀ ਨਾਲ ਪ੍ਰਵਾਨ ਕਰਿਓ। ਸੋ ਤੁਸੀਂ ਜੁੜਿਓ ਰੇਡੀਓ ਇੰਡੀਆ KRPA 1110 AM ਨਾਲ, ਜੋ ਤੁਹਾਡਾ ਆਪਣਾ ਰੇਡੀਓ ਹੈ, ਜੋ ਤੁਹਾਡੇ ਹੱਕਾਂ ਹਿੱਤਾਂ ਲਈ ਹਿੱਕ ਡਾ ਕੇ ਲੜਨ ਦਾ ਖੜਨ ਦਾ ਹੀਆ ਰੱਖਦਾ ਹੈ। ਜੇਕਰ ਤੁਸੀਂ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਸਾਨੂੰ ਲਾਈਵ ਸੁਣ ਸਕਦੇ ਹੋ। ਰੇਡੀਓ ਇੰਡੀਆ ਦੀ ਆਪਣੀ ਇੱਕ ਐਪ ਵੀ ਹੈ ਜਿਹੜੀ ਗੂਗਲ ਪਲੇ ਸਟੋਰ ਤੇ ਵੀ ਹੈ, ਐਪਲ ਪਲੇ ਸਟੋਰ ਤੇ ਵੀ ਹੈ। ਐਪ ਡਾਊਨਲੋਡ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਨੂੰ ਬਾਕੀ ਝੰਜਟਾਂ ਤੋਂ ਮੁਕਤੀ ਮਿਲੂਗੀ। ਇੱਕ ਬਟਨ ਦਬਾ ਕੇ ਤੁਸੀਂ ਸਾਡੇ ਨਾਲ ਜੁੜ ਸਕੋਗੇ। ਤੁਹਾਡੀ ਲੋੜ ਨੂੰ ਮਹਿਸੂਸ ਕਰਦਿਆਂ ਸੋਸ਼ਲ ਮੀਡੀਆ ਤੇ ਵੀ ਰੇਡੀਓ ਇੰਡੀਆ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਪਡੇਟ ਰੱਖਿਆ ਹੋਇਆ ਹੈ। ਫੇਸਬੁੱਕ ਦੇ ਉੱਪਰ ਸਾਡਾ ਪੇਜ ਹੈ ਰੇਡੀਓ ਇੰਡੀਆ, ਇੱਥੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਲਾਈਕ ਤੇ ਫਾਲੋ ਕਰ ਲਓ ਤਾਂ ਜੋ ਸਾਡੇ ਭਵਿੱਖ ਦੇ ਪ੍ਰੋਗਰਾਮ ਤੁਹਾਡੇ ਤੱਕ ਨਾਲੋਂ ਨਾਲ ਪੁੱਜਦੇ ਹੋ ਸਕਣ। ਜੇਕਰ ਤੁਸੀਂ ਪ੍ਰੋਗਰਾਮਾਂ ਦੀ ਖੂਬਸੂਰਤੀ ਲਈ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਾ ਕੇ ਆਪਣਾ ਸੁਝਾਅ ਦਰਜ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸੁਝਾਵਾਂ ਨੂੰ ਲਾਗੂ ਕਰਕੇ ਪ੍ਰੋਗਰਾਮਾਂ ਨੂੰ ਤੁਹਾਡੀ ਇੱਛਾ, ਤੁਹਾਡੇ ਟੇਸਟ ਦੇ ਅਨੁਸਾਰ ਢਾਲ ਸਕੀਏ। ਟਵਿੱਟਰ ਅਤੇ ਇੰਸਟਾਗ੍ਰਾਮ ਤੇ ਵੀ ਸਾਡੀ ਆਈਡੀ ਰੇਡੀਓ ਇੰਡੀਆ 1110, ਦੋਨੋਂ ਪਲੇਟਫਾਰਮ ਤੇ ਸਾਡੀ ਇੱਕੋ ਆਈਡੀ ਹੈ, ਕਨਫਿਊਜ਼ ਨਹੀਂ ਹੋਣਾ। ਇੱਥੇ ਜਾ ਕੇ ਵੀ ਤੁਸੀਂ ਸਾਨੂੰ ਲਾਈਕ ਤੇ ਕਮੈਂਟ ਕਰ ਸਕਦੇ ਹੋ। ਰੇਡੀਓ ਇੰਡੀਆ ਦਾ ਸਟੂਡੀਓ ਦਾ ਨੰਬਰ ਹੈ 604-592-9191, 604-592-9191। ਜੇਕਰ ਤੁਸੀਂ ਇੱਥੇ ਜਾ ਕੇ ਸਾਨੂੰ ਕੋਈ ਸਵਾਲ ਕਰਨਾ ਚਾਹੋ, ਕੋਈ ਜਾਣਕਾਰੀ, ਕੋਈ ਤਜਰਬਾ ਸਾਂਝਾ ਕਰਨਾ ਚਾਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਸੋ ਆਓ ਅਸੀਂ ਅੱਜ ਦੇ ਵਿਸ਼ੇ ਵੱਲ ਵਧਦੇ ਹਾਂ। ਸਾਡਾ ਅੱਜ ਦਾ ਵਿਸ਼ਾ ਬੜਾ ਅਹਿਮ ਵਿਸ਼ਾ ਹੈ। ਭਾਜਪਾ ਸੱਤਾਧਾਰੀ ਧਿਰ ਹੈ ਔਰ ਕਾਂਗਰਸ ਜਿਹੜੀ ਹੈ ਉਹ ਹੁਣ ਤੱਕ ਸੱਤਾ ਭੋਗਦੀ ਰਹੀ ਹੈ। ਲੰਬਾ ਸਮਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਦਾ ਬੋਲਬਾਲਾ ਰਿਹਾ ਹੈ, ਲੇਕਿਨ ਹੁਣ ਕਾਂਗਰਸ ਜਿਹੜੀ ਹੈ ਉਹ ਬਹੁਤ ਨਿਵਾਣ ਵੱਲ ਚਲੀ ਗਈ ਹੈ। ਉਹਦੇ ਵਿੱਚ ਬੜੀ ਤਰ੍ਹਾਂ ਦੀ ਖਿੱਚੋਤਾਣ ਜਿਹੜੀ ਪੈਦਾ ਹੋ ਗਈ ਉਹਦੀ ਲੀਡਰਸ਼ਿਪ ਨੂੰ ਲੈ ਕੇ, ਗਾਂਧੀ ਪਰਿਵਾਰ ਦੀ ਅਜਾਰੇਦਾਰੀ ਨੂੰ ਲੈ ਕੇ ਕਾਂਗਰਸ ਦੇ ਅੰਦਰ ਹੀ ਬਹੁਤ ਘਮਸਾਨ ਮਚਿਆ ਹੋਇਆ। ਇੱਧਰੋਂ ਸੱਤਾਧਾਰੀ ਧਿਰ
ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਸਭ ਕੁਝ ਅੱਛਾ ਨਹੀਂ ਹੈ। ਇੱਥੇ ਵੀ ਕਾਫੀ ਕੁਝ ਅਸੀਂ ਮਹਿਸੂਸ ਕਰ ਰਹੇ ਹਾਂ। ਉੱਪਰੋਂ ਸਾਨੂੰ ਲੱਗਦਾ ਕਿ ਬੜਾ ਸ਼ਾਂਤ ਚੱਲ ਰਿਹਾ ਹੈ ਔਰ ਬੜਾ ਇਹਨਾਂ ਦਾ ਕਬਜ਼ਾ ਜਿਹੜਾ ਭਾਰਤ ਦੇ ਉੱਪਰ ਹੈ ਜਾਂ ਸਿਆਸਤ ਦੇ ਉੱਪਰ ਹੈ, ਲੇਕਿਨ ਅੰਦਰ ਇਹਨਾਂ ਦੇ ਅੰਦਰ ਵੀ ਬਹੁਤ ਖਿੱਚੋਤਾਣ ਜਿਹੜੀ ਹੈ ਉਹ ਅਸੀਂ ਦੇਖ ਰਹੇ ਹਾਂ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਖਬਰਾਂ ਦੇ ਵਿੱਚ ਨਿਤਿਨ ਗਡਕਰੀ ਜਿਹੜੇ ਕਿ RSS ਦੇ ਬਹੁਤ ਆਗੂ ਨੇ, ਬੜੇ ਵੱਡੇ ਆਗੂ ਨੇ, ਸ਼ਿਵਰਾਜ ਚੌਹਾਨ ਵੀ ਵੱਡੇ ਆਗੂਆਂ ਚੋਂ ਨੇ, ਇਹਨਾਂ ਦੋਨਾਂ ਨੂੰ ਹੁਣ ਜਿਹੜੀ ਉੱਚ ਜਿਹੜੀ ਫੈਸਲੇ ਲੈਣ ਵਾਲੀ ਕਮੇਟੀ ਹੈ ਭਾਰਤੀ ਜਨਤਾ ਪਾਰਟੀ ਦੀ, ਉਹਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਵੱਡੇ ਆਗੂਆਂ ਨੂੰ ਇਹਨਾਂ ਜਿਹੜੇ RSS ਨਾਲ ਸੰਬੰਧਿਤ ਨੇ ਉਹਨਾਂ ਨੂੰ ਬਾਹਰ ਕਰ ਦੇਣ ਦੇ ਨਾਲ ਨੈਚੁਰਲੀ RSS ਜਿਹੜੀ ਕਿ ਸੰਚਾਲਕ ਮੰਨੀ ਜਾਂਦੀ ਸੀ ਭਾਰਤੀ ਜਨਤਾ ਪਾਰਟੀ ਦੀ, ਇਹ ਸਰਕਾਰ ਦੀ, ਉਹਦੇ ਨਾਲ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਖਟਾਸ ਜਿਹੜੀ ਹੈ ਉਹ ਆਉਣੀ ਸੁਭਾਵਿਕ ਹੈ। ਸੋ ਅਸੀਂ ਇਸ ਵਿਸ਼ੇ ਤੇ ਵੀ ਗੱਲ ਕਰਾਂਗੇ। ਅਸੀਂ ਕਾਂਗਰਸ ਨਾਲ ਜਿਹੜੀ ਸੰਬੰਧਿਤ ਜਿਹੜੇ ਮਸਲੇ ਖੜੇ ਹੋਏ ਹੈ, ਕਾਂਗਰਸ ਦੀ ਲੀਡਰਸ਼ਿਪ ਨਾਲ ਜਿਹੜੇ ਮਸਲੇ ਖੜੇ ਹੋਏ ਹੈ, ਉਹਦੀ ਵੀ ਗੱਲ ਕਰਾਂਗੇ। ਫਿਰ ਦੋਨਾਂ ਦਾ ਆਪਸੀ ਜਿਹੜੀ ਖਿੱਚੋਤਾਣ ਹੈ ਉਹਦੀ ਵੀ ਗੱਲ ਕਰਾਂਗੇ। ਆਪਸੀ ਖਿੱਚੋਤਾਣ ਦੇ ਨਾਲ ਸਿਆਸਤ ਦਾ ਹੁਣ ਤੱਕ ਦੇਸ਼ ਦਾ ਜੋ ਨੁਕਸਾਨ ਹੋਇਆ ਤਾਂ ਹੋਇਆ ਹੀ ਹੈ, ਵੀ ਭਵਿੱਖ ਵਿੱਚ ਕੀ ਹੋ ਸਕਦਾ ਹੈ। ਇਹ ਸਾਰੇ ਬੜੇ ਸਵਾਲ ਨੇ ਜਿਹੜੇ ਸਾਡੇ ਜ਼ਿਹਨ ਦੇ ਵਿੱਚ ਨੇ ਔਰ ਇਹਨਾਂ ਨੂੰ ਅਸੀਂ ਕਿਉਂਕਿ ਵਿਸਥਾਰ ਦੇਣਾ ਚਾਹੁੰਦੇ ਹਾਂ, ਤੁਹਾਡੇ ਅੱਗੇ ਵਿਚਾਰ ਚਰਚਾ ਜਿਹੜੀ ਆਪਣੀ ਰੱਖਣੀ ਚਾਹੁੰਦੇ ਹਾਂ। ਸੋ ਇਸ ਵਿਚਾਰ ਚਰਚਾ ਨੂੰ ਵਿਸਥਾਰ ਦੇਣ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਸਰਦਾਰ ਲਵਲੀਨ ਸਿੰਘ ਜੀ ਗਿੱਲ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਰੇਡੀਓ ਇੰਡੀਆ ਦੇ ਪ੍ਰੋਗਰਾਮ ਇਤਿਹਾਸ ਗਵਾਹ ਵਿੱਚ। ਜੀ ਬਹੁਤ ਸ਼ੁਕਰੀਆ ਭਾਮ ਸਾਹਿਬ ਜੀ। ਜਿਸ ਤਰ੍ਹਾਂ ਕਿ ਤੁਸੀਂ ਹੁਣ ਤੱਕ ਸੁਣਿਆ, ਗਿੱਲ ਸਾਹਿਬ ਮੈਨੂੰ ਦੱਸੋ ਜੀ ਪਹਿਲਾਂ ਵੀ RSS ਦਾ ਇਤਿਹਾਸ ਕੀ ਹੈ ਜੀ? ਕਿਉਂਕਿ ਸਾਨੂੰ ਪਹਿਲਾਂ ਇੱਥੋਂ ਪਤਾ ਲੱਗ ਜਾਏ ਵੀ ਇਹ ਕਿੰਨੀ ਕੁ ਪਾਵਰਫੁਲ ਹੈ ਔਰ ਕੀ ਇਹਦਾ ਹੁਣ ਤੱਕ ਦਾ ਪਿਛੋਕੜ ਕੀ ਰਿਹਾ ਜੀ। ਭਾਮ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜੋ BJP ਤੇ ਕਾਂਗਰਸ ਦੀ ਜੋ ਅੰਦਰੂਨੀ ਸਿਆਸਤ ਹੈ ਜੀ, ਜੋ ਅੰਦਰੂਨੀ ਖਿੱਚਤਾਣ ਹੈ ਜੀ, ਉਹ ਇਸ ਵੇਲੇ ਸਿਖਰਾਂ ਦੇ ਉੱਤੇ ਹੈ ਜੀ। ਚਾਹੇ ਉਹ BJP ਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਦੋ ਬਹੁਤ ਵੱਡੇ ਕਦਾਵਰ ਆਗੂ ਜੀ, ਜਿਹੜੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪਾਰਟੀ ਦੇ ਵਿੱਚ ਸੀਨੀਅਰ ਵੀ ਨੇ ਜੀ, ਚਾਹੇ ਉਹ ਨਿਤਿਨ ਗਡਕਰੀ ਨੇ ਜੀ, ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਹਿ ਚੁੱਕੇ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸੀਗੇ ਬਿਲਕੁਲ। ਤੇ ਸ਼ਿਵਰਾਜ ਸਿੰਘ ਚੌਹਾਨ ਵੀ ਉਹਨਾਂ ਤੋਂ ਪਹਿਲਾਂ ਜੋ ਉਹ ਚੀਫ ਮਿਨਿਸਟਰਸ਼ਿਪ ਹੈ ਜੀ, ਉਹ ਉਹਨਾਂ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਬਰਾਬਰ ਸੀ ਜੀ। ਜੇ 3 ਵਾਰ ਦੇ ਮੁੱਖ ਮੰਤਰੀ ਉਹ ਸੀ ਤਾਂ 3 ਵਾਰ ਦੇ ਮੁੱਖ ਮੰਤਰੀ ਉਹ ਵੀ ਸੀ ਜੀ, ਸ਼ਿਵਰਾਜ ਚੌਹਾਨ। ਇੱਕੋ ਜਿਹਾ ਕੱਦ ਸੀ ਦੋਨਾਂ ਦਾ। ਹਾਂਜੀ, ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਆਪਾਂ ਕਹਿ ਸਕਦੇ ਸੀ ਕਿ ਉਹ ਉਹਨਾਂ ਦੇ ਮੁਕਾਬਲੇ ਦਾ ਜੋ ਉਹ ਕੱਦ ਸੀਗਾ, ਜੇ ਸ਼ਿਵਰਾਜ ਸਿੰਘ ਚੌਹਾਨ ਸੀਨੀਅਰ ਨਹੀਂ ਸੀ ਤਾਂ ਮਤਲਬ ਮੁਕਾਬਲੇ ਦੇ ਸੀ ਇੱਕ ਜੋ ਪਰਸਨੈਲਿਟੀ ਪਾਰਟੀ ਦੇ ਵਿੱਚ। ਲੋਕ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤਾਂ ਫਿਰ ਗੱਲਾਂ ਵੱਖ ਹੋ ਗਈਆਂ। ਹੁਣ ਜੇ ਗੱਲ ਕਰੀਏ ਅਸੀਂ RSS ਦੀ ਭਾਮ ਸਾਹਿਬ, ਜਦ ਅਸੀਂ ਜਾਂ ਸੰਘ ਪਰਿਵਾਰ ਦੀ ਜੀ, ਦੇਖੋ RSS ਬਾਰੇ ਅਸੀਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਬਹੁਤ ਗੱਲਾਂ ਸੁਣਦੇ ਹਾਂ ਜੀ ਕਿ ਫਲਾਨਾ RSS ਦਾ ਏਜੰਟ ਹੈ ਜੀ, ਇਹਦੇ ਖਾਕੀ ਨਿੱਕਰ ਪਾਈ ਹੋਈ ਹੈ, ਇਹਦੇ ਇਹ ਹੈ ਉਹ ਹੈ, ਇਹ RSS ਦਾ ਏਜੰਡਾ ਹੈ। ਬਿਲਕੁਲ ਬਿਲਕੁਲ। ਇਹ ਜਿਹੀਆਂ ਜਿਹੜੀਆਂ ਉੱਪਰੀ ਜਿਹੜੀਆਂ ਸਤਰ ਤੇ ਜੋ ਗੱਲਾਂ ਕਰਕੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰਕੇ ਲੋਕ ਇੱਕ ਪਾਸੇ ਹੋ ਜਾਂਦੇ ਆ ਜੀ, ਪਰ ਕਦੇ ਸਾਡਾ ਕਮਜ਼ੋਰੀ ਇਹ ਹੈ ਵੀ ਗਹਿਰਾਈ ਦੇ ਵਿੱਚ ਨਹੀਂ ਜਾਂਦੇ ਜੀ ਕਿਸੇ ਵਿਸ਼ੇ ਦੀ, ਕਦੇ ਉਸ ਨੂੰ ਪੜ੍ਹਨ ਦੀ, ਉਸ ਦੇ ਉੱਤੇ ਪਕੜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਦੇ ਵੀ RSS ਹੈ ਤਾਂ ਉਹ ਹੈ ਕੀ ਹੈ। ਬਿਲਕੁਲ। ਜੇ ਅਸੀਂ ਗੱਲ ਕਰੀਏ RSS ਦੀ ਭਾਮ ਸਾਹਿਬ, ਰਾਸ਼ਟਰੀ ਸਵੈਮ ਸੇਵਕ ਸੰਘ ਜੀ, ਸੋ ਇਸ ਸੰਸਥਾ ਨੂੰ ਜੋ ਸੰਘ ਪਰਿਵਾਰ ਹੈ, ਸੰਘ ਪਰਿਵਾਰ ਦੇ ਵਿੱਚ ਦੇਖੋ ਜੋ ਉਹਦਾ ਪੋਲੀਟੀਕਲ ਵਿੰਗ ਹੈ ਭਾਰਤੀ ਜਨਤਾ ਪਾਰਟੀ ਜੀ, ਉਹਦਾ ਸਟੂਡੈਂਟ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜੀ, ਵਿਸ਼ਵ ਹਿੰਦੂ ਪਰਿਸ਼ਦ ਜੀ, ਰਾਸ਼ਟਰੀ ਸਿੱਖ ਸੰਗਤ RSS ਜੀ, ਜਿਹੜਾ ਇਹਨਾਂ ਦਾ ਇੰਟਰਨੈਸ਼ਨਲ ਵਿੰਗ ਹੈ HSS ਜੀ, ਤੇ ਹੋਰ ਜਿਵੇਂ ਇਹਨਾਂ ਦੀ
ਟ੍ਰੇਡ ਯੂਨੀਅਨ ਵੀ ਇਹਨਾਂ ਦੀ ਹੈ, ਇੱਕ ਫਾਰਮਰ ਵਿੰਗ ਵੀ ਹੈ। ਬਜਰੰਗ ਦਲ ਵੀ ਮੇਰੇ ਖਿਆਲ ਇਹਨਾਂ ਦਾ ਹੀ ਹੈ ਜੀ। ਬਜਰੰਗ ਦਲ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ, ਵੈਸੇ ਕਹਿ ਸਕਦੇ ਹਾਂ ਕਿ ਵੱਡੇ ਤੌਰ ਦੇ ਉੱਤੇ ਜਿਹੜੀਆਂ ਜ਼ਿਆਦਾ ਐਕਟਿਵ ਨੇ ਜਿਹੜੀਆਂ ਉਹ ਤਕਰੀਬਨ RSS ਦੀਆਂ ਹੀ। ਸੋ ਇਹਨੂੰ ਇੱਕ ਸੰਘ ਪਰਿਵਾਰ ਕਿਹਾ ਜਾਂਦਾ ਹੈ ਜੀ। ਸੋ ਜੋ RSS ਹੈ ਭਾਮ ਸਾਹਿਬ, ਜੋ RSS ਸੰਸਥਾ ਹੈ ਜੀ, ਇਹ ਸੰਘ ਪਰਿਵਾਰ ਦੀ ਲੀਡਰ ਹੈ, ਸੰਘ ਪਰਿਵਾਰ ਦੀ ਇੱਕ ਮੁਖੀ ਸੰਸਥਾ ਹੈ ਪਰਿਵਾਰ ਦੀ ਜੀ। RSS ਹੈ ਉਹ ਹਿੰਦੂਤਵ ਦਾ ਜੋ ਪਰਿਵਾਰ ਹੈ ਜੀ, ਉਹਦਾ ਜੇ ਕੋਈ ਮੁਖੀ ਹੈ ਜੀ ਤਾਂ ਉਹ RSS ਹੈ। ਜੋ RSS ਦਾ ਹੈਡ ਹੈ ਜੀ, ਉਸ ਨੂੰ ਸਰਸੰਘ ਚਾਲਕ ਕਿਹਾ ਜਾਂਦਾ ਹੈ ਜੀ। ਤੇ ਜੋ ਉਹਨਾਂ ਦਾ ਜੋ ਸੈਕਟਰੀ ਹੈ ਜੀ, ਜੋ ਸੈਕੰਡ ਮੋਸਟ ਪਾਵਰਫੁਲ ਪੋਸਟ ਹੈ ਜੀ, ਉਹ ਹੈ ਸਰਕਾਰੇਵਾਹ ਜਿਹਨੂੰ ਕਿਹਾ ਜਾਂਦਾ ਹੈ ਜੀ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਮੋਹਨ ਭਾਗਵਤ ਇਸ ਵਕਤ ਸੰਘ ਦੇ ਮੁਖੀ ਹੈ ਜੀ। ਤੇ ਭਾਮ ਸਾਹਿਬ ਜੇ ਸੰਘ ਦੇ ਮੈਂ ਇਹਨਾਂ ਦੇ ਇਤਿਹਾਸ ਦੀ ਗੱਲ ਕਰਾਂ RSS ਦੀ, ਤਾਂ 1925 ਦੇ ਵਿੱਚ, ਸਤੰਬਰ 1925 ਦੇ ਵਿੱਚ ਜੀ ਇਹ ਸੰਸਥਾ ਹੈ ਜੋ ਉਹ ਹੋਂਦ ਦੇ ਵਿੱਚ ਆਈ ਜੀ। ਹੋਂਦ ਦੇ ਵਿੱਚ ਆਈ ਤੇ ਇਸ ਨੂੰ ਹੋਂਦ ਦੇ ਵਿੱਚ ਲਿਆਉਣ ਵਾਲੇ ਡਾਕਟਰ ਹੇਡਗੇਵਾਰ ਜੀ, ਜਿਨ੍ਹਾਂ ਨੂੰ ਜੋ ਸੰਘ ਦੇ ਲੋਕ ਹੈ, ਜੋ RSS ਦੇ ਲੋਕ ਹੈ, ਉਹ ਡਾਕਟਰ ਜੀ ਕਹਿੰਦੇ ਆ ਜੀ, ਬੜੀ ਸ਼ਰਧਾ ਦੇ ਨਾਲ ਉਹਨਾਂ ਦਾ ਨਾਮ ਡਾਕਟਰ ਜੀ ਲੈਂਦੇ ਆ ਜੀ। ਸੋ ਜੋ ਡਾਕਟਰ ਹੇਡਗੇਵਾਰ ਸੀ, ਉਹਨਾਂ ਨੇ ਸਤੰਬਰ 1925 ਦੇ ਵਿੱਚ ਇਹ ਸੰਸਥਾ ਬਣਾਈ ਜੀ, ਜੋ ਹਿੰਦੂਤਵ ਤੇ ਜੋ ਹਿੰਦੂ ਰਾਸ਼ਟਰ ਦਾ ਜੋ ਵਿਚਾਰ ਹੈ ਜੀ, ਉਸ ਨੂੰ ਮੁੱਖ ਰੱਖਦਿਆਂ ਹੋਇਆ ਜੀ। ਜੋ VD ਸਾਵਰਕਰ ਦੇ ਜੋ ਵਿਚਾਰ ਸੀ ਜੀ, ਉਹ ਇੱਕ ਤਰ੍ਹਾਂ ਕਹੀਏ ਉਸ ਤੋਂ, ਉਹਨਾਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋ ਡਾਕਟਰ ਹੇਡਗੇਵਾਰ ਹੈ ਜੀ, ਉਹਨਾਂ ਨੇ ਫਿਰ ਇਹ ਜਿਹੜਾ ਹਿੰਦੂ ਰਾਸ਼ਟਰ ਦਾ ਸੰਕਲਪ ਲੈ ਕੇ 1925 ਦੇ ਵਿੱਚ ਇਹ ਸੰਸਥਾ ਬਣਾਈ ਜੀ। ਤੇ ਉਹਨਾਂ ਨੇ ਕਿਹਾ ਕਿ ਜੋ ਭਾਰਤ ਹੈ ਜੋ ਉਹ ਹਿੰਦੂ ਰਾਸ਼ਟਰ ਹੈ ਜੀ। ਭਾਮ ਸਾਹਿਬ ਉੱਥੇ ਕਿਸੇ ਨੇ ਇਕੱਠ ਦੇ ਵਿੱਚੋਂ ਉੱਠ ਕੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਭਾਰਤ ਹਿੰਦੂ ਰਾਸ਼ਟਰ ਹੈ ਜੀ, ਤਾਂ ਡਾਕਟਰ ਹੇਡਗੇਵਾਰ ਦਾ ਜਵਾਬ ਸੀ ਕਿ ਮੈਂ ਡਾਕਟਰ ਹੇਡਗੇਵਾਰ ਕਹਿੰਦਾ ਕਿ ਭਾਰਤ ਹਿੰਦੂ ਰਾਸ਼ਟਰ ਹੈ ਜੀ। ਇੰਨਾ ਉਹ ਆਪਦੇ ਕੌਨਫੀਡੈਂਸ ਨਾਲ ਆਪਣੀ ਗੱਲ ਅੱਗੇ ਰੱਖਦੇ ਸੀ ਜੀ। ਸੋ RSS ਦੇ ਬਣਨ ਤੋਂ ਬਾਅਦ ਭਾਮ ਸਾਹਿਬ ਜੋ ਹਿੰਦੂ ਰਾਸ਼ਟਰ ਦਾ ਏਜੰਡਾ ਹੈ, ਹਾਲਾਂਕਿ ਜੋ ਪਹਿਲਾਂ ਰਾਈਟ ਵਿੰਗ ਹਿੰਦੂ ਗਰੁੱਪ ਹਿੰਦੂ ਮਹਾਸਭਾ ਸੀ ਜੀ, ਫਿਰ ਇਹ RSS ਬਣ ਜਾਂਦੀ ਹੈ, ਰਾਸ਼ਟਰੀ ਸਵੈਮ ਸੇਵਕ ਸੰਘ ਜੀ। ਸੋ ਜੋ ਇਹ ਆਪਣੇ ਕਾਡਰ ਦੇ ਵਿੱਚ, ਆਪਣੇ ਸਵੈਮ ਸੇਵਕਾਂ ਦੇ ਵਿੱਚ ਇੱਕ ਡਿਸਪਲਿਨ ਦੇ ਅਨੁਸ਼ਾਸਨ ਦੇ ਉੱਤੇ ਬਹੁਤ ਇਹ ਜ਼ੋਰ ਦਿੰਦੇ ਆ, ਜੋ ਪਹਿਲੀਆਂ ਸੰਸਥਾਵਾਂ ਨਾਲੋਂ ਜੋ ਇਹਨਾਂ ਦਾ ਡਿਫਰੈਂਸ ਸੀਗਾ ਜੀ, ਜੋ ਫਰਕ ਸੀ ਕਿ ਇਹਨਾਂ ਨੇ ਆਪਣੀ ਯੂਨੀਫਾਰਮ ਬਣਾਈ, ਕਾਲੀ ਟੋਪੀ, ਖਾਕੀ ਨੀਕਰ, ਚਿੱਟੀ ਸ਼ਰਟ, ਸ਼ਾਖਾ ਜਿਹੜੀ ਸਵੇਰੇ ਲਾਉਣੀ, ਉਹਦੇ ਵਿੱਚ ਇੱਕ ਜਿਹੜਾ ਡਿਸਪਲਿਨਡ ਆਪਣਾ ਕਾਡਰ ਹੈ ਉਹ ਪੈਦਾ ਕਰਨਾ ਤੇ ਇੱਕ ਸੋਚ ਦੇ ਵਿੱਚ ਉਹਨਾਂ ਨੂੰ ਰੰਗਣਾ ਜੀ। ਫਿਰ ਭਾਮ ਸਾਹਿਬ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਉਸ ਵੇਲੇ ਜੋ ਦੇਸ਼ ਸੀ ਉਹ ਅੰਗਰੇਜ਼ਾਂ ਦਾ ਗੁਲਾਮ ਸੀ ਜੀ, ਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਦੇ ਵਿੱਚ ਉਸ ਸਮੇਂ ਬਹੁਤ ਵੱਡਾ ਜੋ ਆਜ਼ਾਦੀ ਦਾ ਸੰਗਰਾਮ ਹੈ ਜੀ, ਉਹ ਚੱਲ ਰਿਹਾ ਸੀ ਜੀ। ਉਸ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੈ ਕਿ RSS ਦੀ ਕੀ ਭੂਮਿਕਾ ਰਹੀ ਜੀ। ਭਾਮ ਸਾਹਿਬ ਜੋ RSS ਹੈ ਉਹ ਮੋਟੇ ਤੌਰ ਦੇ ਉੱਤੇ ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ ਹੈ ਜੀ, ਉਸ ਤੋਂ ਬਾਹਰ ਰਹੀ ਜੀ। ਉਹਨਾਂ ਨੇ ਕਦੇ ਵੀ ਖੁੱਲ੍ਹੇ ਤੌਰ ਦੇ ਉੱਤੇ ਜੋ ਅੰਗਰੇਜ਼ੀ ਸਾਮਰਾਜੀ ਜੋ ਹਕੂਮਤ ਹੈ, ਜਾਂ ਅੰਗਰੇਜ਼ੀ ਸਾਮਰਾਜੀ ਜੋ ਉਹਨਾਂ ਦੇ ਇੰਟਰਸਟ ਸੀ, ਉਹਨਾਂ ਦਾ ਵਿਰੋਧ ਨਹੀਂ ਕੀਤਾ ਜੀ। ਚਾਹੇ ਤਾਂ ਉਹ ਹੁਣ ਡਾਕਟਰ ਹੇਡਗੇਵਾਰ ਦੀ ਜੇ ਮੈਂ ਗੱਲ ਕਰਾਂ, ਉਹਨਾਂ ਨੇ RSS ਬਣਨ ਤੋਂ ਪਹਿਲਾਂ ਜੋ ਨਾਨ ਕੋਆਪਰੇਸ਼ਨ ਮੂਵਮੈਂਟ ਹੈ ਉਹਦੇ ਵਿੱਚ 1 ਸਾਲ ਜੇਲ੍ਹ ਕੱਟੀ ਜੀ, ਜ਼ਰੂਰ ਕੱਟੀ ਜੀ, ਜੇ ਅਸੀਂ ਹੁਣ ਇਤਿਹਾਸ ਦੀ ਗੱਲ ਕਰੀਏ। ਪਰ ਉਦੋਂ ਬਾਅਦ ਦੇਖੋ 1930-31 ਦੇ ਵਿੱਚ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਚੱਲੀ, ਉਸ ਦੇ ਵਿੱਚ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਸੋ RSS ਨੇ ਆਪਣੇ ਕਾਡਰ ਨੂੰ ਉਸ ਮੂਵਮੈਂਟ ਤੋਂ ਦੂਰ ਰੱਖਿਆ। ਹਾਲਾਂਕਿ ਡਾਕਟਰ ਹੇਡਗੇਵਾਰ ਨੇ ਫਿਰ ਪਰਸਨਲ ਤੌਰ ਦੇ ਉੱਤੇ ਜੀ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਉਸ ਤੋਂ ਬਾਅਦ ਜਦ ਭਾਮ ਸਾਹਿਬ ਇੱਕ ਪਾਸੇ ਮੁਸਲਿਮ ਲੀਗ ਸੀ, ਦੂਸਰੇ ਪਾਸੇ RSS ਤੇ ਜੋ ਆਪਣਾ ਹਿੰਦੂ ਮਹਾਸਭਾ, ਇਹਨਾਂ ਦਾ ਜਦ ਜੋ ਇਹ ਗੱਲਾਂ ਬਾਤਾਂ ਕਰਨ ਲੱਗੇ, ਉਸ ਦੇ ਨਾਲ ਦੇਸ਼ ਦੇ ਵਿੱਚ ਜੋ ਹੈ ਸੰਪਰਦਾਇਕ ਜੋ ਨਫ਼ਰਤ ਹੈ
ਜੀ ਉਹ ਫੈਲਣ ਲੱਗੀ। ਤਾਂ ਜੋ ਕਾਂਗਰਸ ਪਾਰਟੀ ਹੈ ਉਹਨੇ ਇਸ ਚੀਜ਼ ਦਾ ਨੋਟਿਸ ਲੈਂਦਿਆਂ ਹੋਇਆਂ ਜੀ ਫਿਰ ਇੱਕ ਸਰਕੂਲਰ ਜਾਰੀ ਕੀਤਾ ਜਿਸ ਦੇ ਵਿੱਚ ਇਹ ਕਿਹਾ ਕਿ ਜੋ ਕਾਂਗਰਸ ਦੇ ਮੈਂਬਰ ਹੈ ਉਹ ਮੁਸਲਿਮ ਲੀਗ ਤੇ RSS ਦੇ ਮੈਂਬਰ ਨਹੀਂ ਹੋ ਸਕਦੇ ਜੀ। ਆਪਣੇ ਮੈਂਬਰਾਂ ਨੂੰ ਸਪਸ਼ਟ ਤੌਰ ਦੇ ਉੱਤੇ ਇਹਨਾਂ ਜਥੇਬੰਦੀਆਂ ਦੀ ਮੈਂਬਰਸ਼ਿਪ ਲੈਣ ਤੋਂ ਵਰਜ ਦਿੱਤਾ ਕਿਉਂਕਿ ਜੋ ਕਾਂਗਰਸ ਪਾਰਟੀ ਹੈ ਭਾਮ ਸਾਹਿਬ ਪਹਿਲਾਂ ਉਹ ਇੱਕ ਛਤਰੀ ਦੀ ਤਰ੍ਹਾਂ ਹੋਇਆ ਕਰਦੀ ਸੀ ਜੀ ਜਿਸ ਦੇ ਵਿੱਚ ਹਰੇਕ ਵਿਚਾਰਧਾਰਾ ਦਾ ਬੰਦਾ ਤੁਹਾਨੂੰ ਮਿਲ ਜਾਂਦਾ ਸੀ ਜੀ। ਚਾਹੇ ਉਹ ਕੋਈ ਹਿੰਦੂ ਮਾਈਂਡਡ ਬੰਦਾ ਹੈ, ਚਾਹੇ ਉਹ ਕੋਈ ਸੈਕੂਲਰ ਹੈ, ਚਾਹੇ ਉਹ ਕੋਈ ਕਮਿਊਨਿਸਟ ਹੈ ਜੀ, ਸਭ ਕਾਂਗਰਸ ਦੇ ਵਿੱਚ ਹੁੰਦੇ ਸੀ। ਕਾਂਗਰਸ ਸਭ ਨੂੰ ਸੰਭਾਲ ਲੈਂਦੀ ਸੀ ਜੀ। ਤੇ ਉਸ ਤੋਂ ਬਾਅਦ ਫਿਰ ਭਾਮ ਸਾਹਿਬ ਜਦ ਕੁਇਟ ਇੰਡੀਆ ਮੂਵਮੈਂਟ 1942 ਦੇ ਵਿੱਚ ਆਉਂਦੀ ਹੈ ਜੀ ਤਾਂ ਉਦੋਂ ਫਿਰ ਜੋ RSS ਹੈ ਇਸ ਤੋਂ ਆਪਣੀ ਦੂਰੀ ਬਣਾਈ ਰੱਖਦੀ ਹੈ, ਸਗੋਂ ਇੱਕ ਸਿਵਲ ਗਾਰਡ ਬਣਾਉਣ ਦੀ ਵਕਾਲਤ ਕਰਦੀ ਹੈ ਅੰਗਰੇਜ਼ਾਂ ਦੇ ਹੱਕ ਦੇ ਵਿੱਚ। ਆਪਣੇ ਸਵੈਮ ਸੇਵਕਾਂ ਨੂੰ ਇਹ ਇਨਕਰੇਜ ਕਰਦੇ ਹੈ ਜੀ ਕਿ ਇੱਕ ਜੋ ਸਿਵਲ ਗਾਰਡ ਹੈ ਇੰਟਰਨਲ ਸਿਕਿਉਰਿਟੀ ਜੋ ਮੇਨਟੇਨ ਰੱਖਣ ਵਾਸਤੇ ਜੀ ਉਸ ਦੇ ਵਿੱਚ ਜੋ ਇੰਪੀਰੀਅਲ ਗਵਰਨਮੈਂਟ ਜੋ ਅੰਗਰੇਜ਼ੀ ਹਕੂਮਤ ਉਹ ਬਣਾ ਰਹੀ ਹੈ ਜੀ ਉਸ ਦੇ ਵਿੱਚ ਹਿੱਸਾ ਲਿਆ ਜਾਵੇ। ਭਾਰਤ ਛੱਡੋ ਮੁਹਿੰਮ ਹੈ ਜੋ ਉਸ ਦੇ ਵਿੱਚ ਹਿੱਸਾ ਨਾ ਲਿਆ ਜਾਵੇ। ਸੋ ਭਾਮ ਸਾਹਿਬ ਭਾਰਤ ਛੱਡੋ ਅੰਦੋਲਨ ਤੋਂ ਬਾਅਦ ਫਿਰ ਜੇ ਅਸੀਂ ਗੱਲ ਕਰੀਏ RSS ਦੇ ਇਤਿਹਾਸ ਦੀ 1947 ਤੋਂ ਬਾਅਦ ਫਿਰ ਦੇਖੋ ਜੋ ਬਹੁਤ ਵੱਡੀ ਘਟਨਾ ਭਾਰਤ ਦੇ ਇਤਿਹਾਸ ਦੇ ਵਿੱਚ ਵਾਪਰੀ ਜੀ ਉਹ ਸੀ ਮਹਾਤਮਾ ਗਾਂਧੀ ਦਾ ਕਤਲ ਜੀ। ਮਹਾਤਮਾ ਗਾਂਧੀ ਦੇ ਕਤਲ ਦੇ ਵਿੱਚ ਭਾਮ ਸਾਹਿਬ ਜੀ ਜੋ ਨੱਥੂ ਰਾਮ ਗੋਡਸੇ ਸੀ ਜੀ, ਹਾਲਾਂਕਿ ਬਾਅਦ ਦੇ ਵਿੱਚ ਉਸਨੇ ਆਪਣੇ ਟ੍ਰਾਇਲ ਦੇ ਵਿੱਚ ਇਹ ਕਿਹਾ ਕਿ ਮੈਂ RSS ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਜੀ, ਪਰ ਉਹ ਕਿਸੇ ਨਾ ਕਿਸੇ ਵੇਲੇ ਸਪਸ਼ਟ ਤੌਰ ਦੇ ਉੱਤੇ ਜੀ ਕਬੂਲੀਆ ਤੌਰ ਦੇ ਉੱਤੇ ਜੀ RSS ਦਾ ਮੈਂਬਰ ਸੀ ਜੀ। ਉਹ ਉਸ ਦੇ ਵਿੱਚ RSS ਦੇ ਬੰਦਿਆਂ ਦਾ ਨਾਮ ਆਉਣ ਤੋਂ ਬਾਅਦ RSS ਦੇ ਉੱਤੇ ਤਤਕਾਲੀਨ ਗ੍ਰਹਿ ਮੰਤਰੀ ਜੋ ਭਾਰਤ ਦੇ ਸਨ ਜੀ ਪਟੇਲ ਸਾਹਿਬ ਸਰਦਾਰ ਵੱਲਭ ਭਾਈ ਪਟੇਲ ਉਹਨਾਂ ਨੇ RSS ਦੇ ਉੱਤੇ ਬੈਨ ਲਗਾ ਦਿੱਤਾ ਜੀ। ਤੇ ਉਹ ਚਿੱਠੀ ਲਿਖਦੇ ਆ ਉਸ ਸਮੇਂ ਦੇ RSS ਦੇ ਤੋਂ ਦੂਸਰੇ ਮੁਖੀ ਸੀ ਜਿਨ੍ਹਾਂ ਦੀ ਗੱਲ ਆਪਾਂ ਬਾਅਦ ਦੇ ਵਿੱਚ ਹੁਣ ਕਰਾਂਗੇ ਜੀ, ਗੋਲਵਰਕਰ MS ਗੋਲਵਰਕਰ ਜਿਨ੍ਹਾਂ ਨੂੰ ਗੁਰੂ ਜੀ ਕਿਹਾ ਜਾਂਦਾ। ਜੇ RSS ਦੇ ਲੋਕ ਗੁਰੂ ਜੀ ਕਹਿਣ ਤਾਂ ਸਮਝ ਲਓ ਜੋ ਉਹ MS ਗੋਲਵਰਕਰ ਦੀ ਗੱਲ ਕਰ ਰਹੇ ਆ। ਸੋ ਉਹਨਾਂ ਨੂੰ ਚਿੱਠੀ ਲਿਖ ਕੇ ਭਾਮ ਸਾਹਿਬ ਉਹ ਕਹਿੰਦੇ ਆ ਸਰਦਾਰ ਪਟੇਲ ਜੀ ਕਿ RSS ਵੱਲੋਂ ਜੋ ਸੰਪਰਦਾਇਕ ਜ਼ਹਿਰ ਜੋ ਦੇਸ਼ ਦੇ ਵਿੱਚ ਫੈਲਾਇਆ ਗਿਆ ਜੀ ਉਸ ਨੇ ਇਹ ਮਾਹੌਲ ਤਿਆਰ ਕੀਤਾ ਹੈ ਜਿਸ ਮਾਹੌਲ ਦੇ ਕਾਰਨ ਮਹਾਤਮਾ ਗਾਂਧੀ ਦੀ ਹੱਤਿਆ ਹੋਈ ਹੈ। ਇਹ ਗੱਲ ਹੁਣ ਦੇਖੋ ਸਰਦਾਰ ਵੱਲਭ ਭਾਈ ਪਟੇਲ ਦੇ ਕਹਿਣ ਦੀ ਹੈ। ਚਲੋ ਉਸ ਤੋਂ ਬਾਅਦ ਫਿਰ ਭਾਮ ਸਾਹਿਬ ਜੋ ਬੈਨ ਹੈ ਥੋੜਾ ਚਿਰ ਬਾਅਦ ਹਟਾ ਲਿਆ ਗਿਆ ਇਸ ਸ਼ਰਤ ਦੇ ਉੱਤੇ ਕਿ ਜੋ RSS ਹੈ ਉਹ ਪੋਲੀਟੀਕਲ ਆਰਗੇਨਾਈਜੇਸ਼ਨ ਨਹੀਂ ਬਣੇਗੀ ਜੀ, ਉਹ ਪੋਲਿਟਿਕਸ ਦੇ ਵਿੱਚ ਦਖਲ ਨਹੀਂ ਦੇਵੇਗੀ ਤੇ ਇੱਕ ਸਮਾਜਿਕ ਜਥੇਬੰਦੀ ਦੇ ਰੂਪ ਦੇ ਉੱਤੇ ਵਿਚਰੇਗੀ। ਸੋ ਉਸ ਸਮੇਂ ਜੋ RSS ਨੂੰ ਆਪਣਾ ਜੋ ਸੰਵਿਧਾਨ ਹੈ ਜੀ ਉਸ ਦੇ ਵਿੱਚ ਇਹ ਗੱਲ ਦਰਜ ਕਰਨੀ ਪਈ ਕਿ ਅਸੀਂ ਜੋ ਸਮਾਜਿਕ ਜਥੇਬੰਦੀ ਦੇ ਤੌਰ ਦੇ ਉੱਤੇ ਰਹਾਂਗੇ, ਅਸੀਂ ਕੋਈ ਪੋਲੀਟੀਕਲ ਇੰਟਰਫੀਰੈਂਸ ਇਸ ਦੇ ਵਿੱਚ ਨਹੀਂ ਕਰਾਂਗੇ ਭਾਰਤ ਦੀ ਰਾਜਨੀਤੀ ਦੇ ਵਿੱਚ। ਸੋ ਉਹ ਇੱਕ ਡਿਫਾਈਨਿੰਗ ਮੂਵਮੈਂਟ RSS ਦੇ ਲਈ ਸੀ ਜੀ। ਸੋ ਫਿਰ RSS ਦੇ ਇਤਿਹਾਸ ਦੇ ਵਿੱਚ ਭਾਮ ਸਾਹਿਬ ਜੋ ਦੂਜੀ ਬਹੁਤ ਵੱਡੀ ਹਸਤੀ ਜੋ ਉੱਭਰੀ ਉਹ ਸੀ MS ਗੋਲਵਰਕਰ। ਹਾਲਾਂਕਿ ਹੇਡਗੇਵਾਰ ਨੇ RSS ਦੀ ਸਥਾਪਨਾ ਕੀਤੀ ਪਰ ਜੋ ਇੱਕ ਵਿਚਾਰਧਾਰਕ ਜੋ ਬੇਸ ਹੈ RSS ਦਾ ਜਿਸ ਨੂੰ ਕਿ ਅੱਗੇ ਲੈ ਕੇ RSS ਦੇ ਲੋਕ ਚੱਲ ਰਹੇ ਹੈ ਜੀ ਉਸ ਨੂੰ ਤਿਆਰ ਕਰਨ ਵਾਲੇ ਇੱਕ ਉਹਨਾਂ ਨੂੰ ਆਈਡੀਓਲੋਜੀਕਲ ਇੱਕ ਪ੍ਰਦਾਨ ਕਰਨ ਵਾਲੇ ਜੀ ਇੱਕ ਸੋਚ ਪ੍ਰਦਾਨ ਕਰਨ ਵਾਲੇ ਉਹ MS ਗੋਲਵਰਕਰ ਸੀ ਜੀ। ਬਨਾਰਸ ਹਿੰਦੂ ਯੂਨੀਵਰਸਿਟੀ ਦੀ ਉਹ ਪੜ੍ਹੇ ਲਿਖੇ ਸੀ, ਕਾਫੀ ਐਜੂਕੇਟਡ ਸੀ ਜੀ। ਤੇ ਉਹਨਾਂ ਨੇ ਭਾਮ ਸਾਹਿਬ ਫਿਰ ਇੱਕ ਕਿਤਾਬ ਲਿਖੀ ਬੰਚ ਆਫ ਥਾਟਸ ਜੀ ਜੋ ਕਿਤਾਬ ਅੱਜ ਵੀ ਸ਼ਾਖਾ ਦੇ ਵਿੱਚ ਪੜ੍ਹਾਈ ਜਾਂਦੀ ਹੈ। ਹਾਲਾਂਕਿ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਜੋ
ਰਾਸ਼ਟਰੀ ਜੋ ਚੇਤਨਾ ਹੈ ਉਸ ਨੂੰ ਜਗਾਉਣ ਦੀ ਗੱਲ ਕੀਤੀ। ਉਹਨਾਂ ਨੇ ਇੱਕ ਆਪਣਾ ਪੁਆਇੰਟ ਆਫ ਵਿਊ ਦਿੱਤਾ ਤੇ ਕਈ ਗੱਲਾਂ ਬਹੁਤ ਕੰਟਰੋਵਰਸ਼ੀਅਲ ਵੀ ਉਸ ਕਿਤਾਬ ਦੇ ਵਿੱਚ ਕਹੀਆਂ ਜੀ। ਉਹਨਾਂ ਨੇ ਉਸ ਕਿਤਾਬ ਦੇ ਵਿੱਚ ਇੱਥੋਂ ਤੱਕ ਕਿਹਾ ਕਿ ਜੋ ਮੁਸਲਮਾਨ ਹੈ ਜੀ ਤੇ ਜੋ ਕ੍ਰਿਸਚਨ ਹੈ ਤੇ ਜੋ ਕਮਿਊਨਿਸਟ ਹੈ ਜੀ, ਉਹ ਭਾਰਤ ਦੇ ਵਿੱਚ ਉਹ ਹਿੰਦੂ ਰਾਸ਼ਟਰ ਦੇ ਲਈ ਇੱਕ ਇੰਟਰਨਲ ਥ੍ਰੈਟ ਹੈ। ਬਿਲਕੁਲ ਇੰਟਰਨਲ ਥ੍ਰੈਟ ਮੰਨਿਆ ਉਹਨਾਂ ਨੂੰ, ਅੰਦਰੂਨੀ ਖਤਰਾ। ਸੋ ਇਸ ਤਰ੍ਹਾਂ ਦੀਆਂ ਸੰਪਰਦਾਇਕ ਗੱਲਾਂ ਉਸ ਕਿਤਾਬ ਵਿੱਚ ਦਰਜ ਕੀਤੀਆਂ ਜੀ। ਤੇ ਨਾਲ ਹੀ ਨਾਲ ਜੋ ਉਸਦਾ ਦੇਸ਼ ਦੀ ਜੋ ਚੇਤਨਾ ਹੈ, ਜਾਂ ਆਪਾਂ ਇੱਕ ਤਰ੍ਹਾਂ ਕਹੀਏ ਕਿ ਜੋ ਹਿੰਦੂ ਚੇਤਨਾ ਹੈ, ਉਸ ਨੂੰ ਜਗਾਉਣ ਦੀ ਗੱਲ ਕੀਤੀ, ਦੇਸ਼ ਦੀ ਸਪਿਰਿਟ ਨੂੰ ਜਗਾਉਣ ਦੀ ਗੱਲ ਕੀਤੀ ਤੇ ਕਾਫੀ ਹੱਦ ਤੱਕ ਜੋ ਸੰਪਰਦਾਇਕ ਜੋ ਏਜੰਡਾ ਹੈ ਉਹਨੂੰ ਲਾਗੂ ਕਰਨ ਦੀ ਉਹ ਵੀ ਉਹਦੇ ਵਿੱਚ ਸਪਸ਼ਟ ਤੌਰ ਉੱਤੇ ਲਿਖ ਕੇ ਉਹਨਾਂ ਨੇ ਦਿੱਤਾ ਜੀ। ਤੇ ਉਹਨਾਂ ਨੂੰ ਫਿਰ ਗੁਰੂ ਜੀ ਜੋ RSS ਦਾ ਕਾਡਰ ਹੈ ਜੀ, ਉਸ ਨੇ ਮੰਨਿਆ ਤੇ ਜੋ RSS ਨੂੰ ਇੱਕ ਸੰਗਠਨ ਦੇ ਤੌਰ ਤੇ ਜੀ ਪੈਰ ਲਵਾਉਣ ਵਾਲੇ, ਉਹ RSS ਦੀ ਚੰਗੀ ਤਰ੍ਹਾਂ ਸਥਾਪਨਾ ਕਰਨ ਵਾਲੇ ਸਾਰੇ ਭਾਰਤ ਦੇ ਵਿੱਚ ਜੀ, ਉਹ ਜੇ ਕਿਸੇ ਨੂੰ ਸ਼੍ਰੇਅ ਜਾਂਦਾ ਹੈ, ਜੇ ਕਿਸੇ ਨੂੰ ਕ੍ਰੈਡਿਟ ਜਾਂਦਾ ਹੈ ਤਾਂ ਉਹ MS ਗੋਲਵਰਕਰ ਨੂੰ ਜਾਂਦਾ ਹੈ ਜੀ। ਤੇ ਹਾਲਾਂਕਿ ਭੰਮ ਸਾਹਿਬ ਜੋ ਅੱਜ ਦੇ ਹੁਣ ਸਰਸੰਘ ਚਾਲਕ ਨੇ ਜੀ, ਮੋਹਨ ਭਾਗਵਤ, ਉਹਨਾਂ ਨੂੰ ਇਹ ਸਵਾਲ ਜਦ ਪੁੱਛਿਆ ਗਿਆ ਜੀ ਕਿ ਜੋ ਬੰਚ ਆਫ ਥਾਟਸ ਕਿਤਾਬ ਹੈ MS ਗੋਲਵਰਕਰ ਦੀ, ਉਹ ਮੁਸਲਮਾਨਾਂ ਨੂੰ ਤੇ ਕ੍ਰਿਸਚੀਅਨਸ ਨੂੰ, ਉਹ ਈਸਾਈਆਂ ਨੂੰ ਇੰਟਰਨਲ ਥ੍ਰੈਟ ਦੇ ਰੂਪ ਤੇ ਦੱਸਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਦੇਖੋ ਵੀ ਜਿਹੜੀ ਕਿਤਾਬ ਹੈ ਉਹ ਉਸ ਸਮੇਂ ਦੇ ਹਿਸਾਬ ਨਾਲ ਲਿਖੀ ਗਈ ਸੀ, ਸਮਾਂ ਬਦਲਣ ਦੇ ਨਾਲ ਜਿਹੜਾ ਉਹਦਾ ਕੰਟੈਕਸਟ ਹੈ, ਜਿਹੜਾ ਉਹਦਾ ਪਰਿਪੇਕਸ਼ ਹੈ ਕਿਤਾਬ ਦਾ ਜੀ, ਉਹ ਵੀ ਬਦਲ ਗਿਆ ਹੈ। ਤੇ ਹੁਣ ਜੋ RSS ਹੈ ਹੁਣ ਇਸ ਵਿਚਾਰ ਦੇ ਉੱਤੇ ਯਕੀਨ ਨਹੀਂ ਰੱਖਦੀ ਜੀ। ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜੋ ਗੋਲਵਰਕਰ ਦੀ ਕਿਤਾਬ ਹੈ ਜੀ, ਬੰਚ ਆਫ ਥਾਟਸ ਜੀ, ਜੋ ਇੱਕ ਤਰ੍ਹਾਂ ਮੰਨ ਲਓ ਬਈ ਇੱਕ ਤਰ੍ਹਾਂ ਉਹਨਾਂ ਦਾ ਉਹ ਕਿਤਾਬ ਹੈ ਜਿਸ ਨੂੰ ਉਹ ਸਾਰਾ ਹੀ ਫੋਲੋ ਕਰਦੇ ਆ ਜੀ, ਮੁਕੱਦਸ ਕਿਤਾਬ ਵਾਂਗੂ ਉਸ ਨੂੰ ਮੰਨਦੇ ਆ ਜੀ। ਪਰ ਹੁਣ ਸਰਸੰਘ ਚਾਲਕ ਨੇ ਗੱਲ ਕਹਿ ਦਿੱਤੀ ਹੈ ਕਿ ਉਹ ਕਿਤਾਬ ਜੋ ਹੈ ਉਹ ਅੱਜ ਦੇ ਸਮਾਜ, ਅੱਜ ਦੇ ਸਮੇਂ ਦੇ ਮੁਤਾਬਕ ਇੰਨ ਬਿੰਨ ਉਸ ਨੂੰ ਨਹੀਂ ਮੰਨਿਆ ਜਾਂਦਾ, ਨਜ਼ਰੀਆ ਬਦਲ ਗਿਆ। ਗਿੱਲ ਸਾਹਿਬ, ਫਿਰ ਜਦੋਂ RSS ਨੂੰ ਵਰਜ ਦਿੱਤਾ ਗਿਆ ਸੀ ਕਿ ਉਹ ਸਿਆਸਤ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੇ, ਫਿਰ ਇਹਨਾਂ ਦਾ ਪ੍ਰਵੇਸ਼ ਫਿਰ ਕਿਵੇਂ ਹੋ ਜਾਂਦਾ ਜੀ ਦੁਬਾਰਾ ਚ? RSS ਦਾ ਸਿਆਸਤ ਦੇ ਵਿੱਚ ਦਖਲ ਜਾਂ RSS ਦੀ ਸਿਆਸਤ ਨਾਲ ਸਾਂਝ ਪਵਾਉਣ ਦੇ ਵਿੱਚ ਜੀ, ਇੱਕ ਜੋ RSS ਦੇ ਇਤਿਹਾਸ ਦੇ ਵਿੱਚ ਜਾਂ ਜਨਸੰਘ ਦੇ ਇਤਿਹਾਸ ਦੇ ਵਿੱਚ, ਜਨਸੰਘ ਦੀ ਹੁਣ ਮੈਂ ਗੱਲ ਕਰਨ ਵਾਲਾ ਜੀ, ਇੱਕ ਜੋ ਬੜੀ ਸੈਂਟਰਲ ਜੋ ਹਸਤੀ ਹੈ ਜੀ, ਉਸ ਦਾ ਰੋਲ ਸੀ ਜਿਨ੍ਹਾਂ ਦਾ ਨਾਮ ਸੀ ਸ਼ਿਆਮਾ ਪ੍ਰਸਾਦ ਮੁਖਰਜੀ ਜੀ। ਸੋ ਸ਼ਿਆਮਾ ਪ੍ਰਸਾਦ ਮੁਖਰਜੀ ਜੋ ਜਵਾਹਰ ਲਾਲ ਨਹਿਰੂ ਦੀ ਕੈਬਨਿਟ ਦੇ ਵਿੱਚ ਜੀ, ਪਹਿਲੇ ਭਾਰਤ ਦੇ ਕੈਬਨਿਟ ਦੇ ਵਿੱਚ ਜੀ, ਉਹ ਇੰਡਸਟਰੀਅਲ ਮਿਨਿਸਟਰ ਸਨ ਜੀ। ਪਰ ਜਵਾਹਰ ਲਾਲ ਨਹਿਰੂ ਦੇ ਨਾਲ ਮਤਭੇਦ ਪੈਦਾ ਹੋਣ ਦੇ ਕਾਰਨ ਜੀ, ਉਹਨਾਂ ਨੇ ਜਵਾਹਰ ਲਾਲ ਨਹਿਰੂ ਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ ਜੀ। ਇੱਕ ਹੋਰ ਵੀ ਬਹੁਤ ਵੱਡੇ ਕਦਾਵਰ ਆਗੂ ਸੀ ਭਾਰਤ ਦੇ ਜਿਨ੍ਹਾਂ ਨੇ ਜਵਾਹਰ ਲਾਲ ਨਹਿਰੂ ਦੀ ਕੈਬਨਿਟ ਦੇ ਵਿੱਚੋਂ ਅਸਤੀਫਾ ਦਿੱਤਾ ਸੀ ਜੀ, ਉਹ ਸੀ ਡਾਕਟਰ BR ਅੰਬੇਦਕਰ ਜੀ। ਸੋ ਇਹ ਦੋ ਹਸਤੀਆਂ ਜਿਨ੍ਹਾਂ ਨੇ ਜਵਾਹਰ ਲਾਲ ਨਹਿਰੂ ਦੀ ਕੈਬਨਿਟ ਦੇ ਵਿੱਚੋਂ ਅਸਤੀਫਾ ਦਿੱਤਾ ਸੀ ਜੀ, ਇਹਨਾਂ ਨੇ ਭਾਰਤ ਦੇ ਇਤਿਹਾਸ ਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਜੀ। ਉਹਦੇ ਵਿੱਚੋਂ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਜੋ ਸਨ, ਉਹ ਜਨਸੰਘ ਦੇ ਬਾਨੀ ਜੀ, ਜੋ ਕਹੀਏ ਕਿ ਆਪਾਂ ਭਾਰਤੀ ਜਨਤਾ ਪਾਰਟੀ ਦਾ ਜੋ ਹੈ ਉਹ ਵੱਡ ਵਡੇਰਾ ਹੈ ਜੀ, ਜਨਸੰਘ। ਬਿਲਕੁਲ, ਜਨਸੰਘ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨਿਕਲਦੀ ਹੈ ਤੇ ਜਨਸੰਘ ਦੇ ਜੋ ਬਾਨੀ ਨੇ ਜੀ, ਉਹ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਜੀ। ਜਦੋਂ ਉਹ ਨਹਿਰੂ ਦੀ ਕੈਬਨਿਟ ਦੇ ਵਿੱਚੋਂ ਅਸਤੀਫਾ ਦਿੰਦੇ ਆ, ਕਿਉਂਕਿ ਜਵਾਹਰ ਲਾਲ ਨਹਿਰੂ ਦੇ ਨਾਲ, ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਲ ਉਹਨਾਂ ਦੇ ਮਤਭੇਦ ਹੁੰਦੇ ਆ। ਮਤਭੇਦ ਇਸ ਗੱਲ ਤੇ ਹੁੰਦੇ ਆ ਕਿ ਜੋ ਪੰਡਿਤ ਨਹਿਰੂ ਹੈ ਉਹ ਉਹਨਾਂ ਦੀ ਇੱਕ ਆਪਣੀ ਸੋਚ ਸੀ, ਜੋ ਕਾਂਗਰਸ ਦੀ ਆਈਡੀਓਲੋਜੀ ਸੀ ਜੀ, ਉਹ ਸੈਕੂਲਰ, ਲਿਬਰਲ ਤੇ
ਮਾਡਰਨ ਜੋ ਇੱਕ ਹੈ ਜੀ ਉਸ ਤਰ੍ਹਾਂ ਦੀ ਜੋ ਵੈਸਟਰਨ ਸਟਾਈਲ ਡੈਮੋਕ੍ਰੇਸੀ ਹੈ ਉਹ ਭਾਰਤ ਦੇ ਵਿੱਚ ਬਣਾਉਣਾ ਚਾਹੁੰਦੇ ਸੀ ਤੇ ਭਾਰਤ ਨੂੰ ਉਹਨਾਂ ਰਾਹਾਂ ਤੇ ਲੈ ਕੇ ਜਾ ਰਹੇ ਸੀ ਜੀ। ਪਰ ਜੋ RSS ਹੈ ਭੰਮ ਸਾਹਿਬ ਜਾਂ ਜੋ ਹਿੰਦੂ ਰਾਈਟ ਵਿੰਗ ਹੈ ਜੀ ਉਹਨਾਂ ਦਾ ਇਹ ਮੰਨਣਾ ਹੈ ਕਿ ਜੋ ਹਿੰਦੂ ਰਾਸ਼ਟਰ ਦੀ ਜਦੋਂ ਗੱਲ ਕਰਦੇ ਆ ਉਹ ਇਹ ਕਹਿੰਦੇ ਆ ਕਿ ਜੋ ਭਾਰਤ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਸਾਰੇ ਲੋਕ ਹੈ ਉਹ ਹਿੰਦੂ ਹੈ ਜੀ। ਉਹ ਚਾਹੇ ਧਾਰਮਿਕ ਤੌਰ ਦੇ ਉੱਤੇ ਹਿੰਦੂ ਨਹੀਂ ਪਰ ਉਹ ਸੱਭਿਆਚਾਰਕ ਤੌਰ ਦੇ ਉੱਤੇ ਸਾਂਸਕ੍ਰਿਤਿਕ ਤੌਰ ਦੇ ਉੱਤੇ ਹਿੰਦੂ ਹੈ ਜੀ। ਸੋ ਉਹ ਇਹ ਕਹਿੰਦੇ ਹੈ ਕਿ ਜੋ ਭਾਰਤ ਦਾ ਨਿਰਮਾਣ ਹੈ ਉਹ ਜੋ ਭਾਰਤ ਦੇ ਜੋ ਸੱਭਿਆਚਾਰਕ ਮੁੱਲ ਹੈ ਜੀ ਜੋ ਸੱਭਿਆਚਾਰਕ ਧਾਰਨਾਵਾਂ ਨੇ ਉਹਨਾਂ ਦੇ ਬੇਸ ਦੇ ਉੱਤੇ ਹੋਣਾ ਚਾਹੀਦਾ ਹੈ ਜੀ। ਪਰ ਉਹ ਦੇਖੋ ਕਈ ਵਾਰ ਇਸ ਗੱਲ ਨੂੰ ਉਹ ਬਹੁਤ ਦੂਰ ਤੱਕ ਖਿੱਚ ਲੈਂਦੇ ਆ ਜੀ। ਇੱਥੋਂ ਤੱਕ ਕਿ ਜਦੋਂ ਭਾਰਤ ਦਾ ਸੰਵਿਧਾਨ ਵੀ ਅਡਾਪਟ ਕੀਤਾ ਗਿਆ ਤਾਂ ਉਹਨਾਂ ਨੇ ਆਪਣੇ ਐਡੀਟੋਰੀਅਲਸ ਦੇ ਵਿੱਚ ਇਹ ਵੀ ਕਿਹਾ ਕਿ ਜੋ ਸਾਡੇ ਮਨੂ ਸਮ੍ਰਿਤੀ ਹੈ ਜੀ ਸਾਡੇ ਲਈ ਉਹ ਸੰਵਿਧਾਨ ਹੈ ਜੀ। ਭਾਰਤ ਦਾ ਸੰਵਿਧਾਨ ਮਨੂ ਸਮ੍ਰਿਤੀ ਹੈ ਜੀ। ਹੁਣ ਭੰਮ ਸਾਹਿਬ ਤੁਸੀਂ ਦੇਖੋ ਵੀ ਮਨੂ ਸਮ੍ਰਿਤੀ ਦੇ ਵਿੱਚ ਜੋ ਦਲਿਤ ਸਮਾਜ ਹੈ ਜੀ ਉਸ ਦੇ ਲਈ ਕੀ ਕੁਝ ਕਿਹਾ ਗਿਆ ਬਿਲਕੁਲ ਕਿਸ ਤਰ੍ਹਾਂ ਦੀਆਂ ਗੱਲਾਂ ਨੇ। ਸੋ 21ਵੀਂ ਸਦੀ ਦੇ ਵਿੱਚ ਇੰਨਾ ਤਿਰਸਕਾਰ ਜਿਹੜਾ ਕੋਈ ਕਿਸ ਤਰ੍ਹਾਂ ਸੋਚ ਸਕਦਾ ਹੈ ਕਿ ਇੱਕ ਸਮਾਜ ਦੇ ਨਾਲ ਇਸ ਤਰ੍ਹਾਂ ਦਾ ਜੋ ਅਣਮਨੁੱਖੀ ਵਤੀਰਾ ਕਰਨ ਵਾਲਾ ਕੋਈ ਗ੍ਰੰਥ ਜਾਂ ਕੋਈ ਸੋਚ ਉਸ ਨੂੰ 21ਵੀਂ ਸਦੀ ਦੇ ਵਿੱਚ ਇਸ ਦੁਨੀਆ ਦੇ ਵਿੱਚ ਲਾਗੂ ਕੀਤਾ ਜਾਵੇ ਸੋਚ ਤੋਂ ਵੀ ਬਾਹਰ ਹੈ ਬਿਲਕੁਲ। ਪਰ ਜੋ ਉਹ ਐਲੀਮੈਂਟ ਹੈ ਉਹ ਇਸ ਦੇ ਨਾਮ ਤੇ ਸੱਭਿਆਚਾਰ ਦੇ ਨਾਮ ਤੇ ਸੰਸਕ੍ਰਿਤੀ ਦੇ ਨਾਮ ਦੇ ਉੱਤੇ ਚੰਗੀ ਗੱਲ ਹੈ ਆਪਣੀ ਸੰਸਕ੍ਰਿਤੀ ਨਾਲ ਲੈ ਕੇ ਚੱਲਣੀ ਚਾਹੀਦੀ ਹੈ ਪਰ ਜੋ ਸੱਭਿਆਚਾਰ ਤੇ ਸੰਸਕ੍ਰਿਤੀ ਹੈ ਭੰਮ ਸਾਹਿਬ ਉਹ ਕੋਈ ਸਥਿਰ ਨਹੀਂ ਰਹਿ ਸਕਦੀ ਬਿਲਕੁਲ। ਉਹ ਜੋ 5ਵੀਂ 6ਵੀਂ ਸਦੀ ਦਾ ਸੱਭਿਆਚਾਰ ਜੀ ਤੇ ਸੰਸਕ੍ਰਿਤੀ ਹੈ ਉਹ ਅੱਜ 21ਵੀਂ ਸਦੀ ਦੇ ਭਾਰਤ ਦੇ ਉੱਤੇ ਨਹੀਂ ਥੋਪੀ ਜਾ ਸਕਦੀ ਬਿਲਕੁਲ। ਅਸੀਂ ਆਪਦੀ ਸੰਸਕ੍ਰਿਤੀ ਤੋਂ ਆਪਦੇ ਸੱਭਿਆਚਾਰਕ ਮੁੱਲਾਂ ਤੋਂ ਅਸੀਂ ਅੱਜ ਸੇਧ ਲੈ ਸਕਦੇ ਹਾਂ ਬਿਲਕੁਲ ਪਰ ਅਸੀਂ ਉਸ ਨੂੰ ਇੰਨ ਬਿੰਨ ਲਾਗੂ ਨਹੀਂ ਕਰ ਸਕਦੇ ਜਦ ਅਸੀਂ ਪਿੱਛੇ ਵੱਲ ਝਾਕਦੇ ਹਾਂ। ਸੋ ਇਹਨਾਂ ਦੀ ਪ੍ਰੋਬਲਮ ਇਹ ਹੈ ਇਸ ਸੋਚ ਦੀ ਇਹ ਸਾਨੂੰ ਚਾਹੁੰਦੀ ਹੈ ਕਿ ਅਸੀਂ ਪਿੱਛੇ ਵੱਲ ਦੇਖੀਏ ਬਿਲਕੁਲ। ਲੋੜ ਸਮੇਂ ਦੇ ਹਾਣੀ ਹੋਣ ਦੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਆਪਣੇ ਸੱਭਿਆਚਾਰ ਨੂੰ ਛੱਡ ਦਿੱਤਾ ਜਾਵੇ ਜੀ ਪਰ ਸੱਭਿਆਚਾਰ ਦੇ ਨਾਮ ਦੇ ਉੱਤੇ ਜੋ ਅਣਮਨੁੱਖੀ ਗੱਲਾਂ ਨੇ ਅਣਮਨੁੱਖੀ ਵਤੀਰਾ ਹੈ 21ਵੀਂ ਸਦੀ ਦੇ ਵਿੱਚ ਜੀ ਜੋ ਅਸੈਪਟੇਬਲ ਨਹੀਂ ਹੋ ਸਕਦਾ ਬਿਲਕੁਲ ਉਹਨੂੰ ਸਮਾਜ ਦੇ ਉੱਤੇ ਨਹੀਂ ਥੋਪਿਆ ਜਾ ਸਕਦਾ ਬਿਲਕੁਲ। ਖੈਰ ਇਹਨਾਂ ਗੱਲਾਂ ਦੇ ਉੱਤੇ ਜੋ ਉਹਨਾਂ ਦਾ ਮਤਭੇਦ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਲ ਸੀ ਕਿਉਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਜਿਹੜੀ ਆਊਟਲੁੱਕ ਸੀ ਉਹ ਹੋਰ ਸੀ ਜੀ। ਉਹ ਕਹਿੰਦੇ ਸੀ ਉਹ ਡੈਮਾਂ ਨੂੰ ਕਹਿੰਦੇ ਸੀ ਕਿ ਦੀਜ਼ ਆਰ ਦਾ ਟੈਂਪਲਸ ਆਫ ਮਾਡਰਨ ਇੰਡੀਆ ਕਿ ਜੋ ਨਵੀਨ ਭਾਰਤ ਹੈ ਜਿਸ ਦੀ ਉਸਾਰੀ ਪੰਡਿਤ ਜਵਾਹਰ ਨਹਿਰੂ ਨੇ ਕੀਤੀ ਮਾਡਰਨ ਇੰਡੀਆ ਦੀ ਜੋ ਅੱਜ ਦੁਨੀਆ ਦਾ ਹਾਣੀ ਬਣ ਕੇ ਖੜਾ ਹੈ ਜੋ ਅੱਜ ਮੰਗਲ ਤੱਕ ਪਹੁੰਚ ਚੁੱਕਿਆ ਹੈ ਜੀ ਜੋ ਜਿਸ ਦੇ ਸੁਪਨੇ ਵੱਡੇ ਹੈ ਜੀ ਉਸ ਦੇ ਜੋ ਨਿਰਮਾਤਾ ਹੈ ਉਹ ਪੰਡਿਤ ਜਵਾਹਰ ਲਾਲ ਨਹਿਰੂ ਹੈ ਇਸ ਗੱਲ ਦਾ ਕੋਈ ਖੰਡਨ ਨਹੀਂ ਕਰ ਸਕਦਾ ਸੋ ਪੰਡਿਤ ਜਵਾਹਰ ਲਾਲ ਨਹਿਰੂ ਦੀ ਸੋਚ ਹੋਰ ਸੀ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਸੋਚ ਹੋਰ ਸੀ ਸੋ ਸ਼ਿਆਮਾ ਪ੍ਰਸਾਦ ਮੁਖਰਜੀ ਕੈਬਨਿਟ ਦੇ ਵਿੱਚੋਂ ਅਸਤੀਫਾ ਦੇ ਕੇ ਆਪਣੀ ਰਾਜਨੀਤਿਕ ਜੋ ਭੂਮੀ ਹੈ ਭਾਰਤ ਦੇ ਵਿੱਚ ਉਸ ਦੀ ਤਲਾਸ਼ ਕਰਨ ਲੱਗ ਜਾਂਦੇ ਆ ਜੀ। ਉਹ ਤਲਾਸ਼ ਕਰਦੇ ਕਰਦੇ ਫਿਰ ਉਹ ਜਨ ਸੰਘ ਦਾ ਮੁੱਢ ਬੰਨ੍ਹਦੇ ਜੀ ਤੇ ਜਨ ਸੰਘ ਦਾ ਜਦ ਮੁੱਢ ਬੰਨ੍ਹਿਆ ਜਾਂਦਾ ਹੈ ਭੰਮ ਸਾਹਿਬ ਫਿਰ ਉਹ RSS ਦੇ ਮੁਖੀ MS ਗੋਲਵਰਕਰ ਕੋਲੇ ਆਉਂਦੇ ਆ ਜੀ ਉਹਨਾਂ ਦਾ ਸਹਿਯੋਗ ਮੰਗਣ ਦੇ ਵਾਸਤੇ ਜੀ। ਪਹਿਲਾਂ ਦੇਖੋ RSS ਕੰਟਰੋਵਰਸੀ ਦੇ ਵਿੱਚ ਫਸੀ ਸੀ ਤੇ ਨਾਨ ਪੋਲੀਟੀਕਲ ਰਹਿਣ ਦਾ ਜੋ ਵਾਅਦਾ ਕਰ ਚੁੱਕੀ ਸੀ ਉਸ ਦੇ ਕਰਕੇ ਪਹਿਲਾਂ ਤਾਂ RSS ਨੇ ਆਪਣੀ ਰੁਚੀ ਨਾ ਦਿਖਾਈ ਜੀ ਜਨ ਸੰਘ ਦਾ ਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜੋ ਪੋਲੀਟੀਕਲ ਮਨਸੂਬੇ ਸੀ ਉਹਨਾਂ ਨੂੰ ਸਪੋਰਟ ਕਰਨ ਦਾ ਜੀ। ਪਰ ਫਿਰ ਚਲੋ ਹੌਲੀ ਹੌਲੀ ਉਹ ਕਨਵਿੰਸ ਹੋਏ ਪਰ ਫਿਰ ਬਾਕੌਲ MS ਗੋਲਵਰਕਰ ਜੀ ਉਹਨਾਂ ਦਾ ਇਹ ਕਹਿਣਾ ਸੀ ਕਿ ਜੋ ਜਨ ਸੰਘ ਹੈ ਉਹ
ਹੈਗਾ ਤਾਂ ਦੇਖੋ ਉਸ ਦਾ ਇੱਕ ਪਾਰਟ ਸੰਘ ਪਰਿਵਾਰ ਦਾ ਜੀ, ਪਰ RSS ਤੇ ਜਨ ਸੰਘ ਦੇ ਰਿਸ਼ਤੇ ਭਾਮ ਸਾਹਿਬ ਇਹ ਗੱਲ ਬਹੁਤ ਜ਼ਰੂਰੀ ਹੈ ਅੱਜ ਵੀ ਜੋ ਸਿਆਸਤ ਨੂੰ ਸਮਝਣ ਵਾਸਤੇ ਕਿ RSS ਤੇ ਜਨ ਸੰਘ ਇਸ ਤਰ੍ਹਾਂ ਰਹਿਣਗੇ ਜਿਸ ਤਰ੍ਹਾਂ ਰੇਲ ਦੀਆਂ ਦੋ ਪਟੜੀਆਂ ਹੁੰਦੀਆਂ ਨੇ ਜੀ। ਇਹ ਨਾਲ ਤਾਂ ਚੱਲਣਗੇ ਪਰ ਮਿਲਣਗੇ ਕਦੇ ਨਹੀਂ, ਇਕੱਠੇ ਨਹੀਂ ਹੋ ਸਕਦੇ ਜੀ। ਸੋ ਇਹ MS ਗੋਲਵਰਕਰ ਦੀ ਜੋ ਸੋਚ ਸੀ ਪੋਲੀਟੀਕਲ ਵਿੰਗ ਨੂੰ ਲੈ ਕੇ ਉਹ ਫਿਰ ਬਣੀ ਸੀ ਜੀ। ਫਿਰ ਉਹਨਾਂ ਨੇ ਸਹਿਯੋਗ ਜਨ ਸੰਘ ਦਾ ਕੀਤਾ ਤੇ ਜੋ ਆਪਣੇ ਜੋ ਸਾਰੇ RSS ਦੇ ਨਾਲ ਜੋ ਪ੍ਰਚਾਰਕ ਜੁੜੇ ਹੋਏ ਸੀ, ਚਾਹੇ ਉਹ ਅਟਲ ਬਿਹਾਰੀ ਵਾਜਪਾਈ ਸੀ, ਚਾਹੇ ਉਹ ਅਡਵਾਨੀ ਸੀ, ਉਹ ਸਾਰੇ ਫਿਰ ਜੋ ਪ੍ਰਚਾਰਕ ਹੈ ਜੋ ਉਹ ਆਪਣਾ ਸਾਰਾ ਜੋ ਕਾਡਰ ਹੈ ਜੀ, ਤੇ ਚਾਹੇ ਉਹ ਦੀਨ ਦਿਆਲ ਉਪਾਧਿਆਏ ਸੀ, ਉਹਨਾਂ ਨੂੰ ਸਾਰਿਆਂ ਨੂੰ ਫਿਰ ਪ੍ਰੇਰਿਤ ਕਰਕੇ ਜਨ ਸੰਘ ਦੇ ਵਿੱਚ ਉਹਨਾਂ ਨੂੰ ਐਕਟਿਵ ਕੀਤਾ ਜੀ। ਜਨ ਸੰਘ ਨੂੰ ਜੋ ਬੇਸ ਹੈ, ਜੋ ਉਹਦੀ ਲੀਡਰਸ਼ਿਪ ਹੈ ਜੀ, ਜੋ ਉਹਦੇ ਵਰਕਰ ਹੈ, ਫਿਰ ਉਹ RSS ਤੋਂ ਮਿਲੇ ਤੇ ਫਿਰ ਜੋ ਜਨ ਸੰਘ ਹੈ ਉਹ ਐਕਟਿਵਲੀ ਭਾਰਤ ਦੀ ਰਾਜਨੀਤੀ ਦੇ ਵਿੱਚ ਐਸਟੈਬਲਿਸ਼ ਹੋਣ ਦੇ ਵਾਸਤੇ ਆਪਣੀ ਉਹ ਜੱਦੋ ਜਹਿਦ ਕਰਨ ਲੱਗਿਆ ਜੀ। ਗਿੱਲ ਸਾਹਿਬ, ਜਿਹੜਾ RSS ਤੇ ਜਨ ਸੰਘ ਇਹ ਫਿਰ ਦੋਨੋਂ ਵੱਖਰੇ ਵੱਖਰੇ ਜਥੇਬੰਦੀਆਂ ਹੋ ਗਈਆਂ ਜੀ, ਔਰ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਜਨ ਸੰਘ ਹੈ ਉਹ ਰਾਜਨੀਤਿਕ ਵਿੰਗ ਇਹਦਾ ਹੋ ਗਿਆ, ਕਿਉਂਕਿ ਉਹ ਆਪ ਸਿੱਧੇ ਤੌਰ ਤੇ ਇਹ ਵਿੱਚ ਰਾਜਨੀਤੀ ਦਖਲ ਦੇ ਨਹੀਂ ਸਕਦੇ ਸੀ, ਕਿਉਂਕਿ ਉਹਨਾਂ ਨੇ ਧਾਰਮਿਕ ਏਜੰਡੇ ਵੀ ਆਪਦੇ ਲਾਗੂ ਕਰਨੇ ਆ ਜੀ, ਆਪਦੇ ਸੱਭਿਆਚਾਰਕ ਏਜੰਡੇ ਵੀ ਲਾਗੂ ਕਰਨੇ, ਇਸ ਕਰਕੇ ਉਹਨਾਂ ਨੇ ਇੱਕ ਰਾਜਨੀਤਿਕ ਵਿੰਗ ਜਿਹੜਾ ਜਨ ਸੰਘ ਬਣਾ ਲਿਆ। ਉਹਦਾ ਮੌਜੂਦਾ ਸਰੂਪ ਜਿਹੜਾ ਜਿਸ ਤਰ੍ਹਾਂ ਹੁਣ ਸਰੂਪ ਹੈ ਜਿਹੜਾ ਉਹ ਕੀ ਸਰੂਪ ਕਿਵੇਂ ਬਣਦਾ ਜੀ, ਕੀ ਹੁੰਦਾ? ਉਹ ਭਾਮ ਸਾਹਿਬ ਇਸ ਤਰ੍ਹਾਂ ਜਿਸ ਤਰ੍ਹਾਂ ਦੇਖੋ ਫਿਰ RSS ਨੇ ਜਨ ਸੰਘ ਨੂੰ ਜੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਜਿਹੜੀ ਆਪਣੇ ਪ੍ਰਚਾਰਕ ਜਿਹੜੇ ਟ੍ਰੇਨਡ ਉਹ ਦਿੱਤੇ ਜੀ, ਕਾਡਰ ਦਿੱਤਾ, ਲੀਡਰਸ਼ਿਪ ਦਿੱਤੀ, ਜਿਨ੍ਹਾਂ ਦੇ ਵਿੱਚੋਂ ਬੜੇ ਵੱਡੇ ਨਾਮ ਅਟਲ ਬਿਹਾਰੀ ਵਾਜਪਾਈ ਜੀ, LK ਅਡਵਾਨੀ ਜੀ, ਬਲਰਾਜ ਮਧੋਕ ਜੀ, ਜਿਹੜੇ ਉਹਨਾਂ ਦੇ ਸਿਆਸੀ ਵਿਰੋਧੀ ਵੀ ਸੀ ਅਟਲ ਬਿਹਾਰੀ ਵਾਜਪਾਈ ਦੇ ਜੀ। 1957 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਪਹਿਲੀ ਵਾਰੀ ਪਾਰਲੀਮੈਂਟਰੀ ਚੋਣਾਂ ਦੇ ਵਿੱਚ ਜਿੱਤ ਦਰਜ ਕਰਦੇ ਆ ਜਨ ਸੰਘ ਦੇ ਵੱਲੋਂ। ਬਿਲਕੁਲ, ਜਦੋਂ ਉਹਨਾਂ ਨੂੰ ਜੋ ਜਨ ਸੰਘ ਦੇ ਲੀਡਰ ਹੈ ਉਸ ਸਮੇਂ ਦੇ ਦੀਨ ਦਿਆਲ ਉਪਾਧਿਆਏ ਉਹ ਇਨਕਰੇਜ ਕਰਦੇ ਆ ਜੀ। ਸੋ ਭਾਮ ਸਾਹਿਬ ਦੀਨ ਦਿਆਲ ਉਪਾਧਿਆਏ ਦੀ ਅਚਾਨਕ ਮੌਤ ਤੋਂ ਬਾਅਦ ਜੋ ਲੀਡਰਸ਼ਿਪ ਹੈ ਜਨ ਸੰਘ ਦੀ, ਫਿਰ ਉਹ ਅਟਲ ਬਿਹਾਰੀ ਵਾਜਪਾਈ ਦੇ ਕੋਲ ਆ ਜਾਂਦੀ ਜੀ, ਜੋ ਬਹੁਤ ਚੰਗੇ ਵਕਤਾ ਸਨ ਜੀ, ਤੇ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਬੜੀ ਨੌਜਵਾਨੀ ਦੇ ਵਿੱਚ ਉਹ ਐਂਟਰ ਕਰ ਗਏ ਸੀ, ਬੜੀ ਯੰਗ ਏਜ ਦੇ ਵਿੱਚ ਜੀ। ਜਦ 57 ਚ ਇਲੈਕਸ਼ਨ ਜਿੱਤਦੇ ਆ, ਉਹਨਾਂ ਨੂੰ ਫਿਰ ਜੋ ਭਰਪੂਰ ਸਾਥ ਹੈ ਉਹ LK ਅਡਵਾਨੀ ਦਾ ਮਿਲਦਾ ਹੈ ਜੀ। ਫਿਰ ਉਹ ਆਪਣੇ ਸਿਆਸੀ ਵਿਰੋਧੀ ਬਲਰਾਜ ਮਧੋਕ ਉਹਨਾਂ ਨੂੰ ਪਟਕਣੀ ਦੇ ਕੇ ਫਿਰ ਉਹ ਲੀਡਰ ਬਣ ਜਾਂਦੇ ਆ ਜਨ ਸੰਘ ਦੇ ਜੀ। ਫਿਰ ਐਮਰਜੈਂਸੀ ਦਾ ਜ਼ਮਾਨਾ ਆਉਂਦੇ ਆਉਂਦੇ ਭਾਮ ਸਾਹਿਬ ਇੱਕ ਵਾਰ ਫਿਰ ਐਮਰਜੈਂਸੀ ਦੇ ਵਿੱਚ RSS ਦੇ ਉੱਤੇ ਬੈਨ ਲੱਗਦਾ ਹੈ ਜੀ, ਤੇ ਜੋ RSS ਦੀ ਸਾਰੀ ਲੀਡਰਸ਼ਿਪ ਹੈ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਂਦਾ ਹੈ, ਜੋ ਜਨ ਸੰਘ ਦੀ ਲੀਡਰਸ਼ਿਪ ਹੈ ਜੀ। ਉਸ ਦੇ ਨਾਲ ਜੋ ਜਨ ਸੰਘ ਹੈ ਉਸ ਨੂੰ ਇੱਕ ਬਲ ਮਿਲਦਾ ਹੈ ਜੀ, ਜਦ ਸਰਕਾਰ ਹੈ ਜੋ ਉਹ ਧੱਕੇਸ਼ਾਹੀ ਕਰਦੀ ਹੈ। ਸੋ ਐਮਰਜੈਂਸੀ ਤੋਂ ਬਾਅਦ ਭਾਮ ਸਾਹਿਬ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਜਨਤਾ ਪਾਰਟੀ ਦੀ ਸਰਕਾਰ ਬਣੀ ਜੀ, ਜਿਸ ਦੇ ਵਿੱਚ ਮੁਰਾਰਜੀ ਦੇਸਾਈ ਜੀ ਫਿਰ ਪ੍ਰਧਾਨ ਮੰਤਰੀ ਬਣੇ ਜੀ। ਸੋ ਉਸ ਜਨਤਾ ਪਾਰਟੀ ਦਾ ਹਿੱਸਾ ਜਨ ਸੰਘ ਵੀ ਸੀ ਜੀ। ਉਸ ਸਰਕਾਰ ਨੇ ਭਾਮ ਸਾਹਿਬ ਪਹਿਲਾਂ ਦੇਸ਼ ਦੇ ਵਿੱਚ ਮਾਹੌਲ ਇਹੋ ਜਿਹਾ ਹੁੰਦਾ ਸੀ ਜੀ ਕਿ ਜਨ ਸੰਘ ਨੂੰ ਕੋਈ ਸਿਆਸੀ ਤੌਰ ਦੇ ਉੱਤੇ ਕੋਈ ਉਹਨਾਂ ਨਾਲ ਹੱਥ ਮਿਲਾ ਕੇ ਰਾਜੀ ਨਹੀਂ ਸੀ, ਪ੍ਰਵਾਨ ਨਹੀਂ ਸੀ ਕਰਦੇ, ਕਿਉਂਕਿ ਉਹਨਾਂ ਨੂੰ ਸੰਪਰਦਾਇਕ ਕਿਹਾ ਜਾਂਦਾ ਸੀ ਤੇ ਭਾਰਤ ਦੇ ਵਿੱਚ ਸੈਕੂਲਰਿਜ਼ਮ ਦਾ ਇੰਨਾ ਬੋਲਬਾਲਾ ਸੀ ਕਿ ਜੋ ਸੰਪਰਦਾਇਕ ਤਾਕਤਾਂ ਨੇ ਉਹਨਾਂ ਨੂੰ ਜੋ ਸਿਆਸੀ ਪਾਰਟੀਆਂ ਉਹ ਸਿਆਸਤ ਤੋਂ ਬਾਹਰ ਰੱਖਿਆ ਕਰਦੀਆਂ ਸੀ ਕਿ ਜੋ ਸੰਪਰਦਾਇਕਤਾ ਹੈ ਉਸ ਦੀ ਸਿਆਸਤ ਦੇ ਵਿੱਚ ਕੋਈ ਜਗ੍ਹਾ ਨਹੀਂ। ਹੁਣ ਤਾਂ ਚਲੋ ਮਾਹੌਲ ਉਹ ਪੁੱਠਾ ਹੋ ਗਿਆ, ਹੁਣ ਸੈਕੂਲਰ ਬਾਹਰ ਹੁੰਦੇ ਜਾ ਰਹੇ ਨੇ। ਤੇ ਪਰ ਜੋ ਜਨਤਾ ਪਾਰਟੀ ਦੀ ਫਿਰ ਗਵਰਨਮੈਂਟ ਬਣਦੀ ਹੈ ਉਹ ਫਿਰ ਉਸ ਦੇ ਨਾਲ ਜੋ ਜਨ ਸੰਘ ਹੈ ਜੀ ਉਸ ਨੂੰ ਇੱਕ ਲੈਜੀਟੀਮੇਸੀ ਮਿਲਦੀ ਹੈ, ਉਸ ਨੂੰ ਇੱਕ ਐਕਸੈਪਟੈਂਸ ਮਿਲਦੀ ਹੈ। ਦੂਸਰੀਆਂ ਪਾਰਟੀਆਂ ਦੂਸਰੇ ਲੀਡਰ ਉਹਨਾਂ ਨੂੰ ਐਕਸੈਪਟ ਕਰਦੇ ਆ ਤੇ ਫਿਰ ਜਨਤਾ ਦੇ ਵਿੱਚ ਵੀ ਇੱਕ
ਮੈਸੇਜ ਆਉਂਦਾ ਘੁਸਪੈਠ ਦਾ ਮੌਕਾ ਮਿਲ ਗਿਆ ਉਹਨਾਂ ਨੂੰ ਕਿ ਵੀ ਪੈਰ ਧਰਨ ਦੀ ਥਾਂ ਮਿਲ ਗਈ ਸੀ, ਇਹ ਮੰਨ ਲਓ। ਫਿਰ ਭੰਮ ਸਾਹਿਬ ਦੇਖੋ, ਜਦੋਂ ਜਨਤਾ ਪਾਰਟੀ ਦੀ ਗਵਰਨਮੈਂਟ ਨਹੀਂ ਚੱਲਦੀ, ਇੰਦਰਾ ਗਾਂਧੀ ਫਿਰ ਵਾਪਸ ਕਰਦੇ ਆ। ਫਿਰ ਅਰਲੀ 80s ਦੇ ਵਿੱਚ ਜੋ ਜਨਸੰਘ ਹੈ ਉਸ ਨੂੰ ਖਤਮ ਕਰਕੇ ਫਿਰ ਜੋ ਭਾਰਤੀ ਜਨਤਾ ਪਾਰਟੀ ਹੈ ਉਹ ਹੋਂਦ ਦੇ ਵਿੱਚ ਆਉਂਦੀ ਹੈ, ਤੇ ਉਹ ਫਿਰ ਇੱਕ ਤਰ੍ਹਾਂ ਜੋ ਸੰਘ ਪਰਿਵਾਰ ਦਾ ਜੋ ਇੱਕ ਸਿਆਸੀ ਵਿੰਗ ਹੈ ਉਸ ਦਾ ਉਹ ਰੋਲ ਹੈ ਜੋ ਉਹ ਫਿਰ ਭਾਰਤੀ ਜਨਤਾ ਪਾਰਟੀ ਸੰਭਾਲ ਲੈਂਦੀ ਹੈ ਜੀ, ਜਿਸ ਦੇ ਵਿੱਚ ਫਿਰ ਦੋ ਕਦਾਵਰ ਆਗੂ ਉਹੀ ਅਟਲ ਬਿਹਾਰੀ ਵਾਜਪਾਈ ਤੇ LK ਅਡਵਾਨੀ ਜੀ, ਉਹ ਆਪਣੀ ਸਿਆਸਤ ਕਰਦੇ ਰਹਿੰਦੇ ਆ। ਭੰਮ ਸਾਹਿਬ ਭਾਰਤੀ ਜਨਤਾ ਪਾਰਟੀ ਨੂੰ 2 ਸੀਟਾਂ ਮਿਲੀਆਂ 1984 ਦੀ ਜੋ ਇਲੈਕਸ਼ਨ ਹੁੰਦੀ ਹੈ ਜੀ, ਉਸ ਦੇ ਵਿੱਚ ਸੋ ਕੋਈ ਖਾਸ ਆਪਣਾ ਉਹ ਕ੍ਰਿਸ਼ਮਾ ਨਹੀਂ ਦਿਖਾ ਪਾਉਂਦੀ ਉਦੋਂ ਤੱਕ ਕਿ ਜਦ ਤੱਕ ਕਿ ਜੋ ਰਾਮ ਜਨਮ ਭੂਮੀ ਤੇ ਅਯੋਧਿਆ ਦਾ ਜੋ ਮਸਲਾ ਹੈ ਉਹ ਤੂਲ ਨਹੀਂ ਫੜਦਾ। ਫਿਰ LK ਅਡਵਾਨੀ ਨੇ ਜੋ ਉਹ ਰਥ ਯਾਤਰਾ ਕੱਢਦੇ ਨੇ, ਤੇ ਜਿਹੜੀ ਉਹ ਰਥ ਯਾਤਰਾ ਹੈ ਫਿਰ ਉਹਨਾਂ ਨੂੰ ਸਿਆਸੀ ਹਾਸ਼ੀਏ ਤੋਂ ਚੱਕ ਕੇ ਭਾਰਤ ਦੀ ਸਿਆਸਤ ਦੀ ਸੈਂਟਰ ਸਟੇਜ ਤੱਕ ਪਹੁੰਚਾ ਦਿੰਦੀ ਹੈ। ਤੇ ਉਸ ਦੇ ਵਿੱਚ ਮੈਂ ਸਮਝਦਾ ਜੋ ਪਿੱਛੇ ਜੇ ਉਹਨਾਂ ਦਾ ਦਿਹਾੜਾ ਵੀ ਉਹਨਾਂ ਦਾ ਲੰਘ ਕੇ ਗਿਆ, ਮੇਰਾ ਖਿਆਲ ਜਨਮ ਦਿਨ ਸੀ ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜੀ, ਉਹਨਾਂ ਨੇ ਬੜਾ ਵੱਡਾ ਰੋਲ ਅਦਾ ਕੀਤਾ। ਜਾਂ ਕਹੀਏ ਕਿ ਆਪਣੀ ਸਿਆਸੀ ਸੂਝ-ਬੂਝ ਦੀ ਕਮੀ ਦੇ ਕਾਰਨ ਉਹਨਾਂ ਨੇ ਜੋ ਹਿੰਦੂਤਵ ਦਾ ਜੋ ਜਿੰਨ ਹੈ ਭੰਮ ਸਾਹਿਬ ਜੀ, ਉਸ ਨੂੰ ਬੋਤਲ ਦੇ ਵਿੱਚੋਂ ਜੀ ਕੋਈ ਕੱਢਣ ਵਾਲਾ ਜੀ, ਮੈਂ ਅੱਗੇ ਵੀ ਇਹ ਗੱਲ ਕਹੀ ਹੈ ਕਿ ਜੋ ਹਿੰਦੂਤਵ ਦਾ ਜੇ ਕੋਈ ਪਿਤਾਮਾ ਹੈ ਜੀ, ਜੋ ਹਿੰਦੂਤਵ ਨੂੰ ਦੀ ਜੋ ਚੜ੍ਹਤ ਕਰਾਉਣ ਵਾਲਾ ਜੇ ਕੋਈ ਮਨੁੱਖ ਹੈ ਤਾਂ ਉਹ ਰਾਜੀਵ ਗਾਂਧੀ ਹੈ। ਬੜੀ ਕੰਟਰੋਵਰਸੀ ਜੀ ਲੱਗਦੀ ਗੱਲ ਹੈ ਨਾ। ਨਹੀਂ ਅਸੀਂ ਜਿਹੜੀ ਗੱਲ ਹੈ ਜੀ ਤੱਥਾਂ ਦੇ ਆਧਾਰ ਤੇ ਹਾਂ, ਉਹੀ ਤਾਂ ਮੈਂ ਤੋਂ ਨਹੀਂ ਗਲਤ ਹੈ। ਇੱਕ ਕਾਂਗਰਸ ਦਾ ਆਗੂ ਹੈ ਔਰ ਉਹ ਹਿੰਦੂ ਜਿਹੜਾ ਏਜੰਡਾ ਹੈ ਉਹਨੂੰ ਬਾਹਰ ਕੱਢਣ ਦਾ ਮੁਖੀ ਮੰਨਿਆ ਜਾਂਦਾ ਹੈ, ਕਿਉਂਕਿ ਜੋ ਰਾਮ ਜਨਮ ਭੂਮੀ ਤੇ ਜੋ ਅਯੋਧਿਆ ਦਾ ਮਸਲਾ ਹੈ ਭੰਮ ਸਾਹਿਬ ਜੀ, ਉਸ ਨੂੰ ਮੁੜ ਸੁਰਜੀਤ ਕਰਨ ਵਾਲੇ ਸ਼੍ਰੀ ਹੋਰ ਕੋਈ ਨਹੀਂ ਸ਼੍ਰੀ ਰਾਜੀਵ ਗਾਂਧੀ ਨੇ ਜੀ, ਕਿਉਂ ਉਹਨਾਂ ਨੇ ਜੋ ਬਾਬਰੀ ਮਸਜਿਦ ਦਾ ਜੋ ਤਾਲਾ ਹੈ ਜੋ DC ਦੇ ਹੁਕਮਾਂ ਤੇ ਲੱਗਿਆ ਹੋਇਆ ਸੀ ਬੜੇ ਸਮੇਂ ਦਾ ਕੇਸ ਚੱਲ ਰਿਹਾ ਸੀ, ਉਸ ਨੂੰ ਖਲਵਾ ਕੇ ਜੀ ਉੱਥੇ ਜੋ ਰਾਮ ਲੱਲਾ ਨੂੰ ਫਿਰ ਬਿਰਾਜਮਾਨ ਕੀਤਾ ਗਿਆ। ਉਸ ਦੇ ਵਿੱਚ ਜੋ ਉਸ ਸਮੇਂ ਦੇ ਜੋ ਸਰਕਾਰ ਦਾ ਸੀ ਹਾਂਜੀ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ, ਉਹਨਾਂ ਦਾ ਭਰਪੂਰ ਹੱਥ ਸੀ ਜੀ, ਕਿਉਂਕਿ ਉਹ ਇਹ ਕੰਮ ਕਰਕੇ ਜੋ ਹਿੰਦੂ ਵੋਟ ਹੈ ਜੀ ਉਸ ਨੂੰ ਆਪਣੇ ਵੱਲ ਕਰਨਾ ਚਾਹੁੰਦੇ ਸੀ ਜੀ, ਪਰ ਉਹ ਬਾਜੀ ਜੋ ਹੈ ਉਹ ਪੁੱਠੀ ਪੈ ਗਈ। ਉਹ ਕੰਮ ਕੀਤਾ ਵੀ ਪਰ ਉਹਦਾ ਸਿਆਸੀ ਲਾਹਾ ਨਾ ਲੈ ਸਕੇ। ਜਦ ਰਾਮ ਜਨਮ ਭੂਮੀ ਤੇ ਅਯੋਧਿਆ ਦਾ ਫਿਰ ਜੋ ਮਸਲਾ ਹੈ ਉਹ ਤੂਲ ਫੜਦਾ ਹੈ ਜੀ, ਉਸ ਨੂੰ ਫਿਰ ਕੈਸ਼ ਜੋ ਭਾਰਤੀ ਜਨਤਾ ਪਾਰਟੀ ਕਰਦੀ ਹੈ ਤੇ LK ਅਡਵਾਨੀ ਹਿੰਦੂਤਵ ਦੇ ਪੋਸਟਰ ਬੁਆਏ ਬਣ ਕੇ ਰਥ ਤੇ ਸਵਾਰ ਹੋ ਕੇ ਜੀ ਰਥ ਯਾਤਰਾ ਕੱਢ ਕੇ ਫਿਰ ਉਹ ਰਾਮ ਜਨਮ ਭੂਮੀ ਦੇ ਚੈਂਪੀਅਨ ਜੀ LK ਅਡਵਾਨੀ ਬਣ ਜਾਂਦੇ ਨੇ। ਤੇ ਜੋ ਉਹ ਹਿੰਦੂਤਵ ਦਾ ਏਜੰਡਾ ਜਿਸ ਨੂੰ ਉਹ ਲੁਕੇ ਛਿਪੇ ਤੌਰ ਦੇ ਉੱਤੇ ਰਾਜੀਵ ਗਾਂਧੀ ਵਰਤਣਾ ਚਾਹੁੰਦੇ ਸੀ ਜੀ, ਸੈਕੂਲਰਿਜ਼ਮ ਦਾ ਇੱਕ ਢੋਂਗ ਰਚਾ ਕੇ ਜੀ ਅੰਦਰ ਖਾਤੇ ਧਾਰਮਿਕ ਏਜੰਡਾ ਆਪਣਾ ਲਾਗੂ ਕਰਨਾ ਚਾਹੁੰਦੇ ਸੀ। ਉਹ ਏਜੰਡਾ ਖੋਣਾ ਚਾਹੁੰਦੇ ਸੀ, ਇਹਨਾਂ ਦਾ ਏਜੰਡਾ ਖੋਣ ਵਾਸਤੇ ਉਹਨਾਂ ਨੇ ਨਹੀਂ ਏਜੰਡਾ ਪੈਦਾ ਕਰਕੇ ਦਿੱਤਾ ਜੀ ਇਹਨਾਂ ਨੇ ਉਹਨਾਂ ਨੂੰ। ਅੱਛਾ ਜੋ ਤਾਲਾ ਜਦ ਖੁਲਵਾਇਆ ਜੋ ਫਿਰ ਬੋਤਲ ਦੇ ਵਿੱਚੋਂ ਕੱਢਿਆ ਜਿੰਨ ਉਹ ਫਿਰ ਕਾਬੂ ਨਹੀਂ ਆਇਆ ਇਹਨਾਂ ਦੇ, ਕਾਬੂ ਨਹੀਂ ਆਇਆ ਬਿਲਕੁਲ, ਕਿਉਂਕਿ ਪਹਿਲਾਂ ਮਾਈਨੋਰਿਟੀ ਅਪੀਸਮੈਂਟ ਕਰਦੇ ਰਹੇ। ਜੋ ਮਾਈਨੋਰਿਟੀ ਸੁਪਰੀਮ ਕੋਰਟ ਨੇ ਦੇਖੋ ਟ੍ਰਿਪਲ ਤਲਾਕ ਦੇ ਉੱਤੇ ਭੰਮ ਸਾਹਿਬ ਬੈਨ ਲਾ ਦਿੱਤਾ ਸੀ। ਜੋ ਦੇਖੋ ਇਸਲਾਮਿਕ ਮੁਲਕਾਂ ਦੇ ਵਿੱਚ ਵੀ ਜੋ ਟ੍ਰਿਪਲ ਤਲਾਕ ਹੈ ਉਸ ਦੀ ਪ੍ਰਥਾ ਨਹੀਂ ਹੈਗੀ ਜੀ। ਉਹ ਭਾਰਤ ਦੇ ਵਿੱਚ ਜੋ ਮੁਸਲਿਮ ਮਹਿਲਾਵਾਂ ਨੇ ਉਹਨਾਂ ਦੇ ਹੱਕਾਂ ਨੂੰ ਮੁੱਖ ਰੱਖਦੇ ਹੋਏ ਜੋ ਟ੍ਰਿਪਲ ਤਲਾਕ ਹੈ ਉਸ ਦੇ ਉੱਤੇ ਸ਼ਾਹਬਾਨੋ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਜਜਮੈਂਟ ਲਿਆ ਕੇ ਉਸ ਨੂੰ ਬੈਨ ਕਰ ਦਿੱਤਾ ਸੀ 1986 ਦੇ ਵਿੱਚ। 86 ਜੀ। ਸੋ ਇੱਕ ਮਾਈਨੋਰਿਟੀ ਕਮਿਊਨਿਟੀ ਨੂੰ ਖੁਸ਼ ਕਰਨ ਦੇ ਵਾਸਤੇ, ਸਿਰਫ ਉਹਨਾਂ ਨੂੰ ਆਪਣਾ ਵੋਟ ਬੈਂਕ ਬਣਾਉਣ ਦੇ ਵਾਸਤੇ ਜੋ ਰਾਜੀਵ ਗਾਂਧੀ ਹੈ ਜਿਸ ਨੂੰ ਮਤਲਬ ਕਾਂਗਰਸ ਪਾਰਟੀ ਤਾਂ ਆਪਣੇ ਮਹਾਨ ਨੇਤਾ ਦੇ ਤੌਰ ਤੇ ਪੇਸ਼ ਕਰਦੀ ਹੈ ਜੀ, ਪਰ ਮੈਂ ਅੱਜ ਤੱਕ ਨਹੀਂ ਸਮਝ ਸਕਿਆ ਕਿ ਉਸ ਦੀ ਮਹਾਨਤਾ ਹੈ ਕਿ ਉਸ ਦਾ ਕੰਟਰੀਬਿਊਸ਼ਨ ਕੀ ਹੈ। ਕੰਟਰੀਬਿਊਸ਼ਨ ਉਸ ਦਾ ਇਹ ਹੈ ਕਿ ਉਸਨੇ ਜੋ ਸ਼ਾਹਬਾਨੋ ਜਜਮੈਂਟ ਹੈ ਜੀ ਉਸ ਨੂੰ ਓਵਰਟਰਨ ਕੀਤਾ ਪਾਰਲੀਮੈਂਟ ਦੇ ਵਿੱਚ ਲਾਅ ਲਿਆ ਕੇ। ਅੱਛਾ, ਟ੍ਰਿਪਲ ਤਲਾਕ ਨੂੰ ਰੀਇਨਸਟੇਟ ਕਰਵਾਇਆ, ਦੁਬਾਰੇ ਲਾਗੂ ਕਰਵਾਇਆ। ਅੱਛਾ,
ਤੇ ਫਿਰ ਜੋ ਇੱਕ ਮੈਜੋਰਟੀ ਕਮਿਊਨਿਟੀ ਹੈ ਭੰਮ ਸਾਹਿਬ, ਉਸ ਦੇ ਵਿੱਚ ਇਹ ਸੁਨੇਹਾ ਗਿਆ ਕਿ ਜੋ ਰਾਜੀਵ ਗਾਂਧੀ ਹੈ ਜਾਂ ਜੋ ਕਾਂਗਰਸ ਹੈ ਉਹ ਸਿਰਫ ਇੱਕ ਮਿਨੋਰਟੀ ਕਮਿਊਨਿਟੀ ਦੀ ਪਾਰਟੀ ਹੈ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਕੰਮ ਕਰਦੀ ਹੈ। ਜੋ ਮੈਜੋਰਟੀ ਹੈ ਉਸ ਦੇ ਵਿੱਚ ਇਸ ਚੀਜ਼ ਦਾ ਰੋਸ ਪੈਦਾ ਹੋਇਆ, ਉਸ ਨੂੰ ਐਡਰੈਸ ਕਰਨ ਦੇ ਵਾਸਤੇ ਫਿਰ ਰਾਮ ਜਨਮ ਭੂਮੀ ਦੇ ਜੋ ਤਾਲੇ ਖੁਲਵਾਏ ਗਏ ਜੀ ਰਾਜੀਵ ਗਾਂਧੀ ਵੱਲੋਂ। ਪਰ ਫਿਰ ਨਾ ਤਾਂ ਘਰ ਦੇ ਰਹੇ, ਨਾ ਘਾਟ ਦੇ ਰਹੇ, ਨਾ ਸੈਕੂਲਰ ਰਹੇ, ਨਾ ਕਮਿਊਨਲ ਰਹੇ, ਫੈਸਲਾ ਹੀ ਨਹੀਂ ਕਰ ਸਕੇ ਬਿਲਕੁਲ ਵੀ ਜਾਣਾ ਕਿੱਧਰ ਹੈ, ਵੀ ਪਰਦਾ ਵੀ ਪਾਈ ਰੱਖੀਏ ਇੱਕ ਸ਼ਰਮ ਦਾ ਆਪਦੀ ਆਈਡੀਓਲੋਜੀ ਦਾ, ਤੇ ਕੰਮ ਵੀ ਉਹ ਕਰੀਏ ਜਿਹੜੇ ਆਈਡੀਓਲੋਜੀ ਤੋਂ ਬਾਹਰ ਨੇ। ਜਹਾਜ਼ ਚਲਾਉਣ 'ਚ ਤੇ ਸਿਆਸਤ ਚਲਾਉਣ 'ਚ ਫਰਕ ਬਹੁਤ ਹੈ ਨਾ ਜੀ। ਹਾਂਜੀ, ਜਾਂ ਤਾਂ ਫਿਰ ਹਿੰਦੂਤਵ ਦਾ ਹੀ ਭਗਵਾ ਧਾਰਨ ਕਰ ਲੈਂਦੇ ਬਿਲਕੁਲ ਤਾਂ ਵੀ ਬਚੇ ਰਹਿ ਜਾਂਦੇ, ਬੇੜਾ ਪਾਰ ਹੋ ਜਾਂਦਾ, ਜਾਂ ਫਿਰ ਸੱਚੇ ਰਹਿੰਦੇ, ਨਹਿਰੂ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ, ਸੈਕੂਲਰ ਤੇ ਲਿਬਰਲ ਰਹਿੰਦੇ, ਸਾਰਿਆਂ ਨੂੰ ਇੱਕੋ ਜਿਹਾ ਕਰਦੇ, ਮਿਨੋਰਟੀ ਅਪੀਸਮੈਂਟ ਨਾ ਕਰਦੇ। ਜੇ ਹਿੰਦੂ ਪਰਸਨਲ ਲਾਅ ਹੈ ਉਸ ਨੂੰ 1955 ਦੇ ਵਿੱਚ ਹੀ ਤੁਸੀਂ ਸੋਧ ਕੇ ਹਿੰਦੂ ਮੈਰਿਜ ਐਕਟ ਹਿੰਦੂਆਂ ਤੇ ਲਾਗੂ ਕੀਤਾ ਜਾ ਸਕਦਾ ਹੈ, ਤਾਂ ਜੋ ਮਿਨੋਰਟੀ ਕਮਿਊਨਿਟੀ ਹੈ ਜੋ ਉਹਨਾਂ ਦਾ ਪਰਸਨਲ ਲਾਅ ਹੈ ਉਸ ਦੇ ਵਿੱਚ ਸੋਧ ਕਿਉਂ ਨਹੀਂ ਕੀਤੀ ਜਾ ਸਕਦੀ। ਹਰੇਕ ਨੂੰ ਜੋ ਬਰਾਬਰੀ ਦਾ ਅਧਿਕਾਰ ਹੈ ਉਹ ਕਿਉਂ ਨਹੀਂ ਦਿੱਤਾ ਜਾ ਸਕਦਾ ਜੀ। ਇੱਕ ਕਮਿਊਨਿਟੀ ਨੂੰ ਤਾਂ ਤੁਸੀਂ ਖੁਸ਼ ਕਰਦੇ ਹੋ ਤੇ ਦੂਸਰਿਆਂ ਦੇ ਉੱਤੇ ਉਹ ਚੁੱਪ ਬੈਠੇ ਆ ਤੇ ਉਹਨਾਂ ਨਾਲ ਤੁਸੀਂ ਫਿਰ ਕੁਝ ਵੀ ਕਰਦੇ ਹੋ। ਬਿਲਕੁਲ, ਪਰ ਉਹ ਫਿਰ ਜਿਹੜੇ ਚੁੱਪ ਬੈਠੇ ਆ, ਜੋ ਸਾਇਲੈਂਟ ਮੈਜੋਰਟੀ ਆ ਭੰਮ ਸਾਹਿਬ, ਫਿਰ ਉਹ ਬਹੁਤ ਖਤਰਨਾਕ ਹੁੰਦੀ। ਬਿਲਕੁਲ ਬਿਲਕੁਲ ਬਿਲਕੁਲ। ਲਵਲੀਨ ਜੀ, ਜਦੋਂ ਵਾਜਪਾਈ ਦੀ ਸਰਕਾਰ ਬਣ ਜਾਂਦੀ ਹੈ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਜੀ, ਉਦੋਂ ਫਿਰ ਇਹਨਾਂ ਦਾ ਜਿਹੜਾ RSS ਨਾਲ ਸੰਬੰਧ ਜਿਹੜਾ ਉਹ ਕਿਸ ਤਰ੍ਹਾਂ ਦਾ ਰਿਹਾ ਜੀ? ਜੀ ਭੰਮ ਸਾਹਿਬ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਫਿਰ ਜੋ ਰਾਮ ਜਨਮ ਭੂਮੀ ਤੇ ਜੋ ਅਯੁੱਧਿਆ ਦਾ ਜੋ ਮਸਲਾ ਸੀ ਜੀ, ਉਸ ਦੇ ਉੱਤੇ ਰਥ ਯਾਤਰਾਵਾਂ ਕਰਕੇ ਜੋ LK ਅਡਵਾਨੀ ਹੈ ਜੀ, ਉਹਨਾਂ ਦਾ ਮੇਨ ਰੋਲ ਰਹਿੰਦਾ ਹੈ BJP ਦੀ ਚੜ੍ਹਾਈ ਕਰਾਉਣ ਦੇ ਵਿੱਚ ਜੀ। ਪਰ ਫਿਰ ਉਸ ਸਮੇਂ ਉਹਨਾਂ ਤੇ ਜੋ ਫਿਰ ਸੰਪਰਦਾਇਕਤਾ ਦਾ ਜੋ ਲੇਬਲ ਲੱਗ ਜਾਂਦਾ ਹੈ, ਜਿਸ ਦੇ ਕਰਕੇ ਫਿਰ LK ਅਡਵਾਨੀ ਬੜਾ ਸੂਝ-ਬੂਝ ਦਾ, ਜੋ ਸਿਆਸੀ ਸੂਝ-ਬੂਝ ਦਾ ਪ੍ਰਮਾਣ ਦਿੰਦੇ ਹੋਏ ਜੀ, ਉਹ ਫਿਰ BJP ਦੀ ਮੀਟਿੰਗ ਦੇ ਵਿੱਚ, ਜਿਹੜੀ ਟੌਪ ਦੀ ਮੀਟਿੰਗ ਦੇ ਵਿੱਚ, ਉਹ ਅਟਲ ਬਿਹਾਰੀ ਵਾਜਪਾਈ ਨੂੰ ਆਪਣਾ ਲੀਡਰ ਮੰਨ ਲੈਂਦੇ ਆ। ਹਾਲਾਂਕਿ BJP ਦੇ ਕਾਡਰ ਦੇ ਵਿੱਚ LK ਅਡਵਾਨੀ ਉਸ ਸਮੇਂ ਵਾਜਪਾਈ ਜੀ ਨਾਲੋਂ ਜ਼ਿਆਦਾ ਪਪੂਲਰ ਹੋ ਚੁੱਕੇ ਸੀ। ਬਿਲਕੁਲ, ਪਰ ਉਹਨਾਂ ਨੂੰ ਇਹ ਪਤਾ ਸੀ ਕਿ ਹਜੇ ਇਕੱਲੇ ਸਰਕਾਰ ਨਹੀਂ ਬਣਨੀ, ਹਜੇ ਹੋਰ ਜਿਹੜੇ ਨਾਲ ਗਠਬੰਧਨ ਕਰਨੇ ਪੈਣੇ ਆ, ਤੇ ਉਹਨਾਂ ਦੇ ਉੱਤੇ ਸੰਪਰਦਾਇਕਤਾ ਦਾ ਜੋ ਐਲੀਗੇਸ਼ਨ ਲੱਗਦਾ ਸੀ, ਲੇਬਲ ਲੱਗਦਾ ਸੀ ਰਥ ਯਾਤਰਾ ਕਰਕੇ। ਬਿਲਕੁਲ, ਉਸਦੇ ਕਰਕੇ ਫਿਰ ਜੋ ਇੱਕ ਮੋਡਰੇਟ ਫੇਸ ਸੀ ਅਟਲ ਬਿਹਾਰੀ ਵਾਜਪਾਈ, ਉਹ ਜ਼ਰੂਰੀ ਸੀਗਾ। ਉਹਨਾਂ ਨੂੰ ਫਿਰ ਅੱਗੇ ਕਰਕੇ ਫਿਰ ਉਹ ਸਰਕਾਰਾਂ ਦੇ ਵਿੱਚ ਆਉਣ, ਪਹਿਲਾਂ 13 ਦਿਨ 13 ਮਹੀਨੇ, ਉਦੋਂ ਬਾਅਦ ਫਿਰ ਸਰਕਾਰਾਂ ਦੇ ਵਿੱਚ ਆਉਣ ਦੇ ਵਿੱਚ ਕਾਮਯਾਬ ਰਹੇ। ਪਰ ਸਰਕਾਰ ਦੇ ਵਿੱਚ ਆ ਕੇ ਭੰਮ ਸਾਹਿਬ, ਹਾਲਾਂਕਿ ਅਟਲ ਬਿਹਾਰੀ ਵਾਜਪਾਈ ਨੇ ਜੋ ਹਿੰਦੂ ਰਾਸ਼ਟਰਵਾਦ ਦਾ ਜੋ ਏਜੰਡਾ ਸੀ RSS ਦਾ, ਉਹਨਾਂ ਨੂੰ ਕੁਝ ਕੰਸੈਸ਼ਨ ਦਿੱਤੇ, ਜਿਸ ਤਰ੍ਹਾਂ ਸਿਲੇਬਸ ਦੇ ਵਿੱਚ ਇਤਿਹਾਸ ਦੇ ਵਿੱਚ ਫੇਰ ਬਦਲ ਕਰਨੀ ਜੀ, ਜੋ ਇਤਿਹਾਸ ਦੀਆਂ ਕਿਤਾਬਾਂ ਨੇ ਸਿਲੇਬਸ ਦੇ ਵਿੱਚ ਲੱਗੀਆਂ ਉਹਨਾਂ ਦੇ ਵਿੱਚ ਫੇਰ ਬਦਲ ਕਰਨੀ, ਇਹੋ ਜਿਹੇ ਜੋ ਏਜੰਡੇ ਆ ਜੋ RSS ਦੇ ਦਿਲ ਦੇ ਬਹੁਤ ਕਰੀਬ ਹੈ, ਉਹਨਾਂ ਦੇ ਉਹ ਕਰਨ ਦੀ ਉਹਨਾਂ ਨੂੰ ਇਜਾਜ਼ਤ ਦਿੱਤੀ। ਉਹ ਸਰਕਾਰੀ ਮਸ਼ੀਨਰੀ ਨੂੰ ਇਸਤੇਮਾਲ ਕਰਕੇ ਉਹਨਾਂ ਦੇ ਉਹ ਏਜੰਡੇ ਲਾਗੂ ਵੀ ਕੀਤੇ ਜੀ। ਪਰ ਉਹਨਾਂ ਨੇ ਜੋ RSS ਦੀ ਦਖਲ ਹੈ ਆਪਣੀ ਸਿਆਸਤ ਦੇ ਵਿੱਚ, ਆਪਣੀ ਪਾਰਟੀ ਚਲਾਉਣ ਦੇ ਵਿੱਚ, ਸਰਕਾਰ ਚਲਾਉਣ ਦੇ ਵਿੱਚ ਜੀ, ਉਹ ਜ਼ਿਆਦਾ ਨਹੀਂ ਹੋਣ ਦਿੱਤੀ। ਜੋ RSS ਜੋ ਹਾਰਡ ਲਾਈਨ ਹਿੰਦੂਤਵ ਦਾ ਜੋ ਏਜੰਡਾ ਲਾਗੂ ਕਰਨਾ ਚਾਹੁੰਦੀ ਸੀ ਜੀ, ਅਟਲ ਬਿਹਾਰੀ ਵਾਜਪਾਈ ਨੇ ਉਹ ਕੰਮ ਨਹੀਂ ਕੀਤਾ। ਅਟਲ ਬਿਹਾਰੀ ਵਾਜਪਾਈ ਇੱਕ ਸਟੇਟਸਮੈਨ ਸੀ ਜੀ, ਉਹ ਜੋ ਭਾਰਤ ਦੀ ਇੱਕ ਰਾਜਨੀਤਿਕ ਪ੍ਰਣਾਲੀ ਹੈ, ਜੋ ਭਾਰਤ ਦਾ ਸੰਵਿਧਾਨ ਹੈ ਜੀ, ਚਾਹੇ ਜੋ ਪਾਰਲੀਮੈਂਟ ਦੀਆਂ ਜੋ ਮਤਲਬ ਬਹੁਤ ਸ਼ਾਨਦਾਰ ਟ੍ਰੈਡੀਸ਼ਨਸ ਨੇ ਜੀ, ਸਭ ਨੂੰ ਨਾਲ ਲੈ ਕੇ ਚੱਲਣ ਦੀਆਂ, ਆਪਣੇ ਵਿਰੋਧੀਆਂ ਦੀ ਇੱਜ਼ਤ ਕਰਨ ਦੀਆਂ ਜੀ, ਜੋ ਨਪੀ ਤੁਲੀ ਸ਼ਬਦਾਵਲੀ ਜੀ ਗੱਲ ਕਰਨ ਦੀ, ਉਹ ਸਾਰੇ ਉਹਨਾਂ ਦਾ ਜੋ ਆਚਰਣ ਹੈ ਉਸ ਦਾ ਹਿੱਸਾ ਸੀ। ਤੇ ਉਹਨਾਂ ਨੇ ਫਿਰ ਉਹ ਕੰਮ ਨਹੀਂ ਕੀਤਾ ਜੋ RSS ਉਹਨਾਂ ਤੋਂ ਚਾਹੁੰਦੀ ਸੀ, ਜੋ BJP ਤੋਂ ਚਾਹੁੰਦੀ ਸੀ, ਜੋ ਆਪਣੇ ਸਿਆਸੀ ਵਿੰਗ ਤੋਂ। ਇਸ ਕਰਕੇ ਜੋ RSS ਤੇ BJP ਹੈ ਉਸ ਦੇ ਵਿੱਚ ਕਾਫੀ ਟਕਰਾਅ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਕਾਰਜਕਾਲ ਦੌਰਾਨ ਹੋਇਆ। ਇੱਥੋਂ ਤੱਕ ਗੱਲ ਭੰਮ ਸਾਹਿਬ ਪਹੁੰਚ ਗਈ ਸੀ ਕਿ ਜੋ RSS ਹੈ
ਉਸ ਦੇ ਜੋ ਮੁਖੀ ਜੀ ਉਹਨਾਂ ਨੇ ਉਸ ਸਮੇਂ ਇੱਕ ਸੁਦਰਸ਼ਨ ਹੋਇਆ ਕਰਦੇ ਸੀ, ਸਰਸੰਘ ਚਾਲਕ, ਬਿਲਕੁਲ, ਉਹਨਾਂ ਨੇ ਪਬਲਿਕਲੀ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਖਿਲਾਫ ਬਿਆਨਬਾਜ਼ੀ ਕੀਤੀ। ਉਹਨਾਂ ਨੂੰ ਇਹ ਕਿਹਾ ਕਿ ਉਹਨਾਂ ਦੀ ਜੋ ਕ੍ਰਿਟਿਸਿਜ਼ਮ ਹੈ, ਉਹਨਾਂ ਦੀ ਜੋ ਨੁਕਤਾਚੀਨੀ ਹੈ, ਉਹ ਪਬਲਿਕਲੀ ਕੀਤੀ ਕਿ ਜੋ ਇਹ ਸਾਡਾ ਏਜੰਡਾ ਹੈ, ਜੋ ਅਸੀਂ ਇਹ ਚਾਹੁੰਦੇ ਹਾਂ, ਇਹ ਉਹ ਨਹੀਂ ਕਰ ਰਹੇ। ਫਿਰ ਉਹ ਸਮਾਂ ਆਉਂਦਿਆਂ ਭੰਮ ਸਾਹਿਬ 2004 ਆਉਂਦਿਆਂ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਜੋ 2004 ਦੀ ਇਲੈਕਸ਼ਨ ਹੈ ਉਹ ਫਿਰ ਬੀਜੇਪੀ ਨੇ ਜੋ ਸੰਘ ਦੀ ਸਪੋਰਟ ਤੋਂ ਬਿਨਾਂ ਲੜੀ। ਜੋ ਉਹਨਾਂ ਦਾ ਨਾਅਰਾ ਸੀ ਅਟਲ ਬਿਹਾਰੀ ਵਾਜਪਾਈ ਜੀ ਦਾ, ਉਸ ਤੋਂ ਬਾਅਦ ਉਹ ਇੱਕ ਸ਼ਾਈਨਿੰਗ ਇੰਡੀਆ ਦਾ ਨਾਅਰਾ ਉਹਨਾਂ ਨੇ ਦਿੱਤਾ ਸੀਗਾ ਤੇ ਉਹਦੇ ਵਿੱਚ ਕੋਈ ਹਿੰਦੂਵਾਦ ਦਾ ਕੋਈ ਉਸ ਦੇ ਵਿੱਚ ਜ਼ਿਕਰ ਨਹੀਂ ਸੀ, ਹਿੰਦੂਤਵ ਦਾ। ਇਹ ਵੀ ਕਿਹਾ ਜਾਂਦਾ ਹੈ ਕਿ ਉਦੋਂ ਫਿਰ ਜੋ RSS ਦਾ ਕਾਡਰ ਹੈ ਜਾਂ RSS ਹੈ, ਉਸ ਨੇ ਫਿਰ ਪੂਰੇ ਦਿਲੋਂ ਬੀਜੇਪੀ ਦੇ ਨਾਲ ਨਹੀਂ ਚੱਲੇ, ਹਮਾਇਤ ਨਹੀਂ ਕੀਤੀ, ਤੇ ਜਿਸ ਦੇ ਕਾਰਨ ਫਿਰ ਉਦੋਂ ਉਹਨਾਂ ਦੀ ਹਾਰ ਹੁੰਦੀ ਹੈ ਤੇ UPA ਦੀ ਗਵਰਨਮੈਂਟ ਬਣਦੀ ਹੈ। UPA ਦੀ ਗਵਰਨਮੈਂਟ ਬਣਨ ਤੋਂ ਬਾਅਦ ਭੰਮ ਸਾਹਿਬ ਕਾਫੀ ਫਿਰ ਜੋ ਬੀਜੇਪੀ ਹੈ ਪਿੱਛੇ ਪੈ ਜਾਂਦੀ ਹੈ, ਧੜੇਬਾਜ਼ੀ ਬੀਜੇਪੀ 'ਚ ਹੋ ਜਾਂਦੀ ਹੈ। ਜੋ ਲੀਡਰ ਹੈ ਉਹ ਬਜ਼ੁਰਗ ਹੋ ਜਾਂਦੇ ਆ, ਅਟਲ ਬਿਹਾਰੀ ਵਾਜਪਾਈ, ਤੇ ਫਿਰ ਜੋ ਇਸ ਦੀ ਦਖਲਅੰਦਾਜ਼ੀ ਹੈ ਜਾਂ ਜੋ ਉਸ ਦੀ ਅਥਾਰਟੀ ਹੈ ਜਾਂ ਉਸ ਦੀ ਪਕੜ ਹੈ RSS ਦੀ ਬੀਜੇਪੀ ਦੇ ਉੱਪਰ, ਉਹ ਉਦੋਂ ਦੇਖਣ ਨੂੰ ਮਿਲਦੀ ਹੈ ਜਦੋਂ ਫਿਰ ਉਹ ਆਪਣੇ ਖਾਸਮ ਖਾਸ, ਜਿਸ ਤਰ੍ਹਾਂ ਇੱਕ ਬੱਚਾ ਹੁੰਦਾ ਹੈ ਭੰਮ ਸਾਹਿਬ ਜਿਹੜਾ ਮਾਂ ਨੇ ਕੁੱਛੜ ਚੱਕ ਕੇ ਪਾਲਿਆ ਹੁੰਦਾ ਹੈ ਬੜਾ ਪਿਆਰਾ ਜੀ, ਉਸ ਨੂੰ ਬੀਜੇਪੀ ਦਾ ਪ੍ਰਧਾਨ ਬਣਾਉਂਦੇ ਆ, ਜਿਨ੍ਹਾਂ ਦਾ ਨਾਮ ਸੀ ਸ਼੍ਰੀ ਨਿਤਿਨ ਗਡਕਰੀ ਜੀ। ਜੋ ਨਿਤਿਨ ਗਡਕਰੀ ਹੈ ਭੰਮ ਸਾਹਿਬ, ਉਸ ਸਮੇਂ ਉਹਨਾਂ ਤੋਂ ਘੱਟੋ ਘੱਟ 6-7 ਲੀਡਰ ਸੀਨੀਅਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਬੈਠੇ ਸੀ। ਅਟਲ ਬਿਹਾਰੀ ਵਾਜਪਾਈ, LK ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ ਜੀ ਤੇ ਅਰੁਣ ਜੇਤਲੀ ਜੀ, ਰਾਜਨਾਥ ਸਿੰਘ, ਕਈ ਲੀਡਰਸ ਜੋ ਸੀ ਉਹਨਾਂ ਤੋਂ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਸੀ। ਤੇ ਨਿਤਿਨ ਗਡਕਰੀ ਨੂੰ ਐਜ਼ ਅ ਮਹਾਰਾਸ਼ਟਰ ਦਾ ਲੀਡਰ ਉਸ ਸਮੇਂ ਦੇਖਿਆ ਜਾਂਦਾ ਸੀ ਭਾਜਪਾ ਦੇ ਵਿੱਚ ਜੀ, ਪਰ ਉਹ ਨਾਗਪੁਰ ਨਾਲ ਉਹਨਾਂ ਦਾ ਸੰਬੰਧ ਹੋਣ ਕਰਕੇ, ਜੋ ਨਾਗਪੁਰ ਹੈ ਉਹ RSS ਦਾ ਹੈੱਡਕੁਆਟਰ ਹੈ ਜੀ, ਉਹ RSS ਦੀ ਛਤਰ ਛਾਇਆ ਦੇ ਵਿੱਚ ਹੀ ਪਲੇ, ਤੇ RSS ਨੇ ਉਹਨਾਂ ਨੂੰ ਬੜੇ ਲਾਡ ਪਿਆਰ ਨਾਲ ਇੱਕ ਲੀਡਰਸ਼ਿਪ ਦੇ ਵਿੱਚ ਉਹਨਾਂ ਨੂੰ ਪ੍ਰਮੋਟ ਕਰਨ ਦੇ ਵਾਸਤੇ ਉਹਨਾਂ ਦੀ ਗਰੂਮਿੰਗ ਕੀਤੀ ਜੀ। ਫਿਰ RSS ਦੇ ਥਾਪੜੇ ਦੇ ਨਾਲ ਸਾਰਿਆਂ ਨੂੰ ਪਛਾੜਦੇ ਹੋਏ ਜੋ ਨਿਤਿਨ ਗਡਕਰੀ ਹੈ RSS ਦੇ ਇੱਕ ਨੁਮਾਇੰਦੇ ਦੀ ਤਰ੍ਹਾਂ ਫਿਰ ਭਾਰਤੀ ਜਨਤਾ ਪਾਰਟੀ ਦੀ ਜੋ ਪ੍ਰਧਾਨਗੀ ਹੈ ਔਖੇ ਸਮਿਆਂ ਦੇ ਵਿੱਚ ਜੀ ਨਿਤਿਨ ਗਡਕਰੀ ਦੇ ਹਿੱਸੇ ਆਉਂਦੀ ਹੈ। ਤੇ ਨਿਤਿਨ ਗਡਕਰੀ ਦੇਖੋ ਫਿਰ ਭਾਜਪਾ ਦੇ ਪ੍ਰਧਾਨ ਬਣਦੇ ਆ। ਉੱਥੋਂ ਫਿਰ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਜੋ RSS ਆ ਹਜੇ ਵੀ ਆਪਣੀ ਅਥਾਰਟੀ ਬੀਜੇਪੀ ਦੇ ਉੱਤੇ ਰੱਖਦੀ ਹੈ। ਬਿਲਕੁਲ ਭੰਮ ਸਾਹਿਬ, ਨਿਤਿਨ ਗਡਕਰੀ ਦੇ ਪ੍ਰਧਾਨ ਬਣਨ ਤੋਂ ਬਾਅਦ ਹੀ ਥੋੜਾ ਸਮਾਂ ਬਾਅਦ ਹੀ ਫਿਰ ਇੱਕ ਹੋਰ ਜੋ ਰੀਜਨਲ ਆਗੂ ਹੈ ਉਹ ਬੀਜੇਪੀ ਦਾ ਨੈਸ਼ਨਲ ਆਗੂ ਬਣਿਆ, ਜਿਸ ਦਾ ਨਾਮ ਹੈ ਨਰਿੰਦਰ ਭਾਈ ਮੋਦੀ ਜੀ। 2012-13 ਤੋਂ ਲੈ ਕੇ ਦੇਖੋ ਫਿਰ ਨਰਿੰਦਰ ਮੋਦੀ ਦਾ ਨੈਸ਼ਨਲ ਲੀਡਰ ਦੇ ਤੌਰ ਤੇ ਉਭਾਰ ਹੋਣ ਲੱਗਿਆ। ਹੁਣ ਇਹ ਗੱਲ ਦੇਖਣ ਵਾਲੀ ਜ਼ਰੂਰੀ ਹੈ ਭੰਮ ਸਾਹਿਬ ਕਿ ਬੀਜੇਪੀ ਦੇ ਵਿੱਚ ਐਜ਼ ਅ ਪ੍ਰਾਈਮ ਮਿਨਿਸਟਰ ਕੈਂਡੀਡੇਟ ਉਹਨਾਂ ਨੂੰ ਨਰਿੰਦਰ ਮੋਦੀ ਨੂੰ ਸਥਾਪਿਤ ਕਰਨ ਵਾਲੀ RSS ਨਹੀਂ ਸੀ ਜੀ। RSS ਨੇ ਕਿਸੇ ਨੂੰ ਪ੍ਰਮੋਟ ਕੀਤਾ ਪਾਰਟੀ ਦੇ ਵਿੱਚ ਤਾਂ ਨਿਤਿਨ ਗਡਕਰੀ ਨੂੰ ਕੀਤਾ। ਨਰਿੰਦਰ ਮੋਦੀ ਜੋ ਹੈ ਉਹ ਆਪਣੇ ਗੁਜਰਾਤ ਮਾਡਲ ਨੂੰ ਪ੍ਰੋਜੈਕਟ ਕਰਦੇ ਹੋਏ ਜੀ, ਕੁਝ ਜੋ ਪੂੰਜੀਪਤੀਆਂ ਦਾ ਵੀ ਸਾਥ ਉਹਨਾਂ ਨੂੰ ਭਰਪੂਰ ਹਮਾਇਤ ਮਿਲੀ, ਤੇ ਉਹਨਾਂ ਨੇ ਇੱਕ ਤਰ੍ਹਾਂ RSS ਨੂੰ ਮਜਬੂਰ ਕਰ ਦਿੱਤਾ ਕਿ ਉਹ RSS ਉਹਨਾਂ ਦੀ ਵਿਰੋਧਤਾ ਨਾ ਕਰ ਸਕੇ ਜੀ, ਤੇ RSS ਨੂੰ ਨਰਿੰਦਰ ਮੋਦੀ ਦੀ ਹਮਾਇਤ ਕਰਨੀ ਪਵੇ। ਉਦੋਂ ਪ੍ਰਧਾਨ ਰਾਜਨਾਥ ਸੀਗੇ। ਹਾਂਜੀ, ਉਦੋਂ ਪ੍ਰਧਾਨ ਰਾਜਨਾਥ ਸਿੰਘ ਸੀ। ਨਿਤਿਨ ਗਡਕਰੀ ਉਹਨਾਂ ਤੋਂ ਪਹਿਲਾਂ ਪ੍ਰਧਾਨ ਰਹਿ ਚੁੱਕੇ ਸੀਗੇ, ਕਿਉਂਕਿ ਉਹ ਮੇਰੇ ਖਿਆਲ ਭਾਰਤੀ ਜਨਤਾ ਪਾਰਟੀ ਦਾ ਸੰਵਿਧਾਨ ਵੀ ਹੈ, ਕੋਈ ਲੰਬਾ ਸਮਾਂ ਰਹਿ ਨਹੀਂ ਸਕਦਾ ਇੱਕ ਜੀ। ਸੋ ਨਰਿੰਦਰ ਮੋਦੀ ਨੇ ਹਿੰਦੂਤਵ ਦੀ ਗੱਲ ਕੀਤੀ। ਨਰਿੰਦਰ ਮੋਦੀ ਨਾਲ
ਇੱਕ ਇਮੇਜ ਬਣੀ ਹੋਈ ਸੀ ਜੀ ਗੁਜਰਾਤ ਮਾਡਲ ਦੀ, ਜੀ ਇੱਕ ਸਟਰੋਂਗ ਮੈਨ ਦੀ, ਇੱਕ ਡਿਵੈਲਪਮੈਂਟ ਕਰਨ ਵਾਲੇ ਬੰਦੇ ਦੀ, ਹੂੰ, ਤੇ ਉਹਨਾਂ ਦੇ ਨਾਲ ਪੂੰਜੀਪਤੀਆਂ ਦਾ ਵੀ ਉਹਨਾਂ ਨੂੰ ਭਰਪੂਰ ਸਾਥ ਸੀ। ਹੂੰ, ਸੋ RSS ਦੇ ਕੋਲ ਕੋਈ ਬਹਾਨਾ ਜਾਂ ਕੋਈ ਵਜ੍ਹਾ ਨਹੀਂ ਸੀ ਕਿ ਉਹ ਨਰਿੰਦਰ ਮੋਦੀ ਦਾ ਵਿਰੋਧ ਕਰਨ, ਹੂੰ, ਪਰ ਜੋ ਉਹਨਾਂ ਦਾ ਜੋ ਪਿਆਰਾ ਜੋ ਲਾਡਲਾ ਸੀ ਉਹ ਹਮੇਸ਼ਾ ਤੋਂ ਨਿਤਿਨ ਗਡਕਰੀ ਸੀ। ਹੂੰ, ਫਿਰ ਨਰਿੰਦਰ ਮੋਦੀ ਦੇਖੋ ਉਹ ਵੀ ਸਵੈਮ ਸੇਵਕ ਸੰਘ ਦੇ ਰਹੇ ਹੈ, ਉਹਨਾਂ ਦਾ ਰਿਲੇਸ਼ਨ ਵੀ ਸੰਘ ਦੇ ਨਾਲ ਰਿਹਾ ਹੈ, ਹੂੰ, ਪਰ ਜੇ ਕੋਈ ਸੰਘ ਦੇ ਜ਼ਿਆਦਾ ਨਜ਼ਦੀਕ ਹੈ ਤਾਂ ਉਹ ਨਿਤਿਨ ਗਡਕਰੀ ਹੈ। ਹੂੰ, ਸੋ ਨਰਿੰਦਰ ਮੋਦੀ ਦਾ ਆਭਾਰ ਹੁੰਦਾ ਹੈ, ਉਹ ਪਾਰਟੀ ਦੇ ਵਿੱਚ ਆਪਣਾ ਲੀਡਰ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕਰਦੇ ਹੈ, ਪ੍ਰਧਾਨ ਮੰਤਰੀ ਬਣਦੇ ਹੈ। ਹੂੰ, ਪਰ ਜੋ ਫਿਰ ਜੋ ਦੂਸਰਾ ਗਰੁੱਪ ਹੈ ਭਾਮ ਸਾਹਿਬ ਜੀ, ਉਹ ਅਸੀਂ ਹੌਲੀ ਹੌਲੀ ਦੇਖਦੇ ਹਾਂ ਕਿ ਉਸ ਦੀ ਫਿਰ ਕਰਨ ਲੱਗ ਪਿਆ ਉਹ ਛਾਂਟੀ ਹੋਣ ਲੱਗ ਜਾਂਦੀ ਹੈ, ਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਹੂੰ, ਫਿਰ ਜੋ ਹੈ ਭਾਰਤੀ ਜਨਤਾ ਪਾਰਟੀ ਦੇ ਉੱਤੇ ਆਪਣਾ ਇੱਕ ਅਧਿਕਾਰ ਜੋ ਹੈ ਉਹ ਸਥਾਪਿਤ ਕਰਨ ਦੀ ਕਵਾਇਦਾਂ ਸ਼ੁਰੂ ਕਰ ਦਿੰਦੇ ਨੇ। ਲਗਭਗ ਕਾਮਯਾਬ ਵੀ ਹੈ, ਲਗਭਗ ਕਾਮਯਾਬ ਵੀ ਹੁੰਦੇ ਹੈ। ਸੋ ਦੂਸਰੀ ਟਰਮ ਦੇ ਵਿੱਚ ਦੇਖੋ, ਪਹਿਲਾਂ ਜਾਂ ਦੂਜੀ ਵਾਰ ਸਰਕਾਰ ਬਣੀ NDA ਦੀ, ਹੁਣ BJP ਦੀ, ਉਦੋਂ ਜੋ ਰਾਜਨਾਥ ਸਿੰਘ ਹੈ ਉਹਨਾਂ ਨੂੰ ਇੱਕ ਤਾਂ ਗ੍ਰਹਿ ਮੰਤਰੀ ਤੋਂ ਉਹਨਾਂ ਨੂੰ ਰੱਖਿਆ ਮੰਤਰੀ ਬਣਾ ਦਿੱਤਾ ਗਿਆ, ਤੇ ਬਹੁਤ ਸਾਰੀਆਂ ਜੋ ਇੰਪੋਰਟੈਂਟ ਪਾਰਲੀਮੈਂਟਰੀ ਕਮੇਟੀ ਸੀ ਉਹਨਾਂ ਦੇ ਵਿੱਚੋਂ ਰਾਜਨਾਥ ਸਿੰਘ ਦੀ ਛੁੱਟੀ ਕਰ ਦਿੱਤੀ ਗਈ। ਇੱਥੋਂ ਤੱਕ ਗੱਲ ਪਹੁੰਚ ਗਈ ਕਿ ਰਾਜਨਾਥ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਜੋ ਡਿਫੈਂਸ ਮਿਨਿਸਟਰ ਹੈ ਵੀ ਮੈਂ ਇਹ ਤੋਂ ਵੀ ਅਸਤੀਫਾ ਦੇ ਕੇ ਮੈਂ ਘਰੇ ਬਹਿ ਜਾਣਾ। ਤਾਂ ਫਿਰ RSS ਦੇ ਦਖਲ ਦੇ ਉੱਤੇ ਉਹਨਾਂ ਨੂੰ ਦੁਬਾਰਾ ਕਮੇਟੀ ਇਸ ਦੇ ਵਿੱਚ ਮੈਂਬਰ ਬਣਾਇਆ ਗਿਆ ਰੱਖਿਆ ਮੰਤਰੀ ਦੇ ਤੌਰ ਤੇ। ਸੋ ਨਿਤਿਨ ਗਡਕਰੀ ਨੂੰ ਵੀ ਕਦੇ ਮੋਦੀ ਗਰੁੱਪ ਨੇ, ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਬਹੁਤਾ ਪਸੰਦ ਨਹੀਂ ਕੀਤਾ, ਬਹੁਤਾ ਨੇੜੇ ਨਹੀਂ ਲਾਇਆ। ਲੁਲੀਨ ਜੀ, ਤੁਸੀਂ ਦੱਸ ਰਹੇ ਸੀ ਗਡਕਰੀ ਹੋਣਾ ਬਾਰੇ, ਜੀ ਗੱਲ ਜਾਰੀ ਰੱਖੋ ਜੀ। ਸੋ ਜੋ ਗਡਕਰੀ ਹੁਣਾਂ ਦੇ ਪਰਖ ਉਤਰਨ ਦੀ ਜੋ ਕਾਰਵਾਈ ਅੱਜ ਤੋਂ ਨਹੀਂ ਚੱਲ ਰਹੀ ਜੀ, ਜੋ ਅਮਿਤ ਸ਼ਾਹ ਤੇ ਮੋਦੀ ਦੀ ਜੋੜੀ ਹੈ ਜੀ, ਉਹਨਾਂ ਨੇ ਪਹਿਲਾਂ ਤੋਂ ਹੀ ਉਹਨਾਂ ਦਾ ਜੋ ਗਡਕਰੀ ਸਾਹਿਬ ਦਾ ਕੱਦ ਹੈ ਜੋ ਉਸ ਨੂੰ ਘਟਾਉਣ ਦੀਆਂ ਜੋ ਕੋਸ਼ਿਸ਼ਾਂ ਨੇ ਉਹ ਪਹਿਲਾਂ ਤੋਂ ਜਾਰੀ ਰਹੀਆਂ ਨੇ ਜੀ, ਕਿਉਂਕਿ ਜੋ ਨਿਤਿਨ ਗਡਕਰੀ ਤੇ ਜੋ ਮੋਦੀ ਸਾਹਿਬ ਦੀ ਜੋ ਟਸਲ ਹੈ ਉਹ ਅਸਲ 'ਚ BJP ਦੇ ਉੱਤੇ ਇੱਕ ਅਧਿਕਾਰ ਕਰਨ ਦੀ ਜੋ ਕਵਾਇਦ ਹੈ ਜੀ, ਅਮਿਤ ਸ਼ਾਹ ਤੇ ਮੋਦੀ ਦੀ ਜੋ ਜੋੜੀ ਹੈ ਉਹ ਹੈ ਜੀ, ਬਿਲਕੁਲ। ਉਹ ਜੋ ਹੁਣ ਨਿਤਿਨ ਗਡਕਰੀ ਨੂੰ ਪਾਰਲੀਮੈਂਟਰੀ ਬੋਰਡ ਦੇ ਵਿੱਚੋਂ ਬਾਹਰਲਾ ਰਸਤਾ ਦਿਖਾਉਣਾ, ਇੱਕ ਤਾਂ RSS ਦਾ ਜੋ ਪ੍ਰਭਾਵ ਹੈ BJP ਦੇ ਵਿੱਚ ਜੀ, ਉਸ ਨੂੰ ਬਾਹਰ ਕਰਕੇ ਅਮਿਤ ਸ਼ਾਹ ਤੇ ਮੋਦੀ ਨੇ ਜੋ RSS ਨੂੰ BJP ਦੇ ਵਿੱਚੋਂ ਬਾਹਰ ਕੀਤਾ ਹੈ ਜੀ, ਉਸ ਦੇ ਉੱਤੇ ਆਪਣੀ ਅਥਾਰਟੀ ਦਿਖਾਈ ਹੈ ਕਿ ਜੋ BJP ਹੈ ਉਸ ਦੇ ਉੱਤੇ ਜੋ ਸਾਡੀ ਪੂਰੀ ਅਥਾਰਟੀ ਹੈ, ਜੋ ਸਾਡਾ ਇੱਕ ਅਧਿਕਾਰ ਹੈ ਉਹੀ ਹੈ ਜੀ। ਆਪਣੇ ਲਾਇਲ ਬੰਦਿਆਂ ਨੂੰ ਉਸ ਦੇ ਵਿੱਚ ਪਾਇਆ। RSS ਜਿਹੜੀ ਹੈ ਉਹ ਸੰਚਾਲਕ ਨਾ ਸਮਝੇ ਸਰਕਾਰ ਦੀ ਜੀ। ਹੁਣ ਜਿਸ ਤਰ੍ਹਾਂ ਜੋ RSS ਹੈ ਸੰਘ ਪਰਿਵਾਰ ਦੀ ਜੋ ਲੀਡਰਸ਼ਿਪ ਹੈ ਜੀ, ਜੋ RSS ਦੇ ਕੋਲ ਰਹੀ ਹੈ, ਹੁਣ RSS ਦੀ ਜੋ ਲੀਡਰਸ਼ਿਪ ਸੰਘ ਪਰਿਵਾਰ ਦੀ ਹੈ ਉਸ ਨੂੰ ਖਤਰਾ ਹੈ, ਕਿਉਂਕਿ ਜੋ ਅੱਜ ਨਰਿੰਦਰ ਮੋਦੀ ਦਾ ਕੱਦ ਹੈ ਉਹ ਬਹੁਤ ਵੱਡਾ ਹੋ ਚੁੱਕਾ ਹੈ। ਉਹ ਇੱਕ ਤਰ੍ਹਾਂ ਜੋ ਆਪਣੀ ਇਮੇਜ ਉਹ ਬਣਾਉਣ ਦੇ ਵਿੱਚ ਕਾਮਯਾਬ ਰਹੇ ਹੈ ਐਜ਼ ਅ ਹਿੰਦੂ ਹਿਰਦੇ ਸਮਰਾਟ। ਬਿਲਕੁਲ। ਅੱਜ ਜੋ ਲੋਕ ਹੈ ਉਹ ਮੋਦੀ ਨਾਲ ਸਿੱਧੇ ਜੁੜੇ ਹੋਏ ਹੈ, ਉਹ ਸਿੱਧੇ ਨਰਿੰਦਰ ਮੋਦੀ ਦੇ ਨਾਂ ਤੇ ਵੋਟਾਂ ਪਾਉਂਦੇ ਆ। ਸੋ ਇਸ ਲਈ ਪਹਿਲਾਂ ਦੇਖੋ ਨਿਤਿਨ ਗਡਕਰੀ ਮਹਾਰਾਸ਼ਟਰ ਦੇ CM ਬਣਨਾ ਚਾਹੁੰਦੇ ਸੀ, ਉਹ ਪੋਜੀਸ਼ਨ ਉਹਨਾਂ ਨੂੰ ਨਹੀਂ ਦਿੱਤੀ ਗਈ, ਸਗੋਂ ਕਿ ਜੋ ਉਹਨਾਂ ਦਾ ਸਿਆਸੀ ਵਿਰੋਧੀ ਨਾਗਪੁਰ ਤੋਂ ਹੀ ਸੀ ਦੇਵੇਂਦਰ ਫੜਨਵੀਸ ਜੀ, ਅਮਿਤ ਸ਼ਾਹ ਤੇ ਮੋਦੀ ਵੱਲੋਂ ਉਸ ਨੂੰ ਪ੍ਰਮੋਟ ਕਰਕੇ ਮਹਾਰਾਸ਼ਟਰ ਦਾ CM ਬਣਾਇਆ ਗਿਆ। ਨਿਤਿਨ ਗਡਕਰੀ ਨੂੰ ਆਪਣੇ ਹੀ ਗੜ੍ਹ ਦੇ ਵਿੱਚ ਫਿੱਡੀ ਲਾਉਣ ਦੇ ਵਾਸਤੇ, ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ ਉਹਨਾਂ ਨੂੰ ਜ਼ੀਰੋ ਕਰਨ ਦੇ ਵਾਸਤੇ ਦੇਵੇਂਦਰ ਫੜਨਵੀਸ ਨੂੰ ਪ੍ਰਮੋਟ ਕੀਤਾ ਗਿਆ ਜੀ। ਫਿਰ ਨਿਤਿਨ ਗਡਕਰੀ ਦੇ ਕੋਲੋਂ ਜੋ ਗੰਗਾ ਰੈਜੂਵਨੇਸ਼ਨ ਦੀ ਮਿਨਿਸਟਰੀ ਹੈ ਉਹ ਲਈ ਗਈ, ਸਮਾਲ ਤੇ ਮਾਈਕਰੋ ਜੋ ਇੰਡਸਟਰੀ ਹੈ ਉਹਦੀ ਮਿਨਿਸਟਰੀ ਲਈ ਗਈ, ਤੇ ਹੁਣ ਉਹਨਾਂ ਨੂੰ ਜੋ ਪਾਰਲੀਮੈਂਟਰੀ ਬੋਰਡ ਹੈ BJP ਦੀ ਹਾਈਐਸਟ ਡਿਸੀਜਨ ਮੇਕਿੰਗ ਬੋਡੀ ਹੈ ਜੀ, ਉਸ ਤੋਂ ਬਾਹਰ ਕੀਤਾ ਗਿਆ ਹੈ। ਇਹ ਭਾਮ ਸਾਹਿਬ ਨਿਤਿਨ ਗਡਕਰੀ ਨੂੰ ਨਹੀਂ ਬਾਹਰ ਕੀਤਾ ਗਿਆ, ਇਹ RSS ਨੂੰ ਬਾਹਰ ਕੀਤਾ ਗਿਆ। ਬਿਲਕੁਲ ਬਿਲਕੁਲ, ਸ਼ੀਸ਼ਾ ਵਿਖਾਇਆ। ਇਸ ਤੋਂ ਪਹਿਲਾਂ ਜੋ ਰਾਮ ਮਾਧਵ ਹੈ
ਜੀ, ਜੋ ਉਹ ਵੀ ਆਰਐਸਐਸ ਦਾ ਇੱਕ ਨੋਮੀਨੀ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ, ਉਸ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਸੋ ਇਸ ਤਰ੍ਹਾਂ ਅੱਜ ਹੁਣ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਐਲਾਨ ਕਰ ਦਿੱਤਾ ਹੈ ਕਿ ਜੋ ਬੀਜੇਪੀ ਹੈ ਉਸ ਨੂੰ ਉਹ ਆਪਣੀ ਮਨਮਰਜ਼ੀ ਨਾਲ ਚਲਾਉਣਗੇ ਤੇ ਉਸ ਦੇ ਵਿੱਚ ਜੋ ਆਰਐਸਐਸ ਦਾ ਦਖਲ ਨਹੀਂ ਹੋਵੇਗਾ ਜੀ, ਕਿਉਂਕਿ ਆਰਐਸਐਸ ਦੇ ਬੰਦਿਆਂ ਨੂੰ ਉਹ ਜੋ ਬਾਹਰ ਦਾ ਰਸਤਾ ਹੈ, ਆਰਐਸਐਸ ਦੇ ਇਨਫਲੂਐਂਸ ਨੂੰ ਉਹ ਬਾਹਰ ਦਾ ਰਸਤਾ ਇਸ ਤਰ੍ਹਾਂ ਉਹ ਦਿਖਾ ਚੁੱਕੇ ਹੈ। ਤੇ ਪਾਰਟੀ ਦੇ ਉੱਤੇ ਹੁਣ ਦੇਖੋ ਜੋ ਦੋ ਬੰਦੇ ਉਹਨਾਂ ਨੇ ਐਂਟਰ ਕਰਵਾਏ ਹੈ, ਚਾਹੇ ਉਹ ਅਸਾਮ ਦੇ ਜੋ ਮੁੱਖ ਮੰਤਰੀ ਹੇਮੰਤਾ ਬਿਸਵਾ ਸ਼ਰਮਾ ਜੀ, ਹਾਲਾਂਕਿ ਉਹ ਕਾਂਗਰਸੀ ਸੀ ਪਹਿਲਾਂ ਤੇ ਹੁਣ ਉਹ ਬੀਜੇਪੀ 'ਚ ਹੈ ਜੀ, ਉਹ ਅਮਿਤ ਸ਼ਾਹ ਦੇ ਬੜੇ ਕਰੀਬੀ ਮੰਨੇ ਜਾਂਦੇ ਹੈ ਜੀ, ਉਹਨਾਂ ਦੀ ਐਂਟਰੀ ਹੋਈ ਹੈ। ਤੇ ਦੂਸਰੇ ਜੋ ਸਿੱਖ ਚਿਹਰੇ ਹੈ ਜੋ ਆਪਣੇ ਲਾਲਪੁਰਾ ਸਾਹਿਬ ਜੀ, ਉਹਨਾਂ ਦੀ ਐਂਟਰੀ ਹੋਈ ਹੈ ਜੀ, ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਤੇ ਉਹਨਾਂ ਦੀ ਐਂਟਰੀ ਹੋਈ ਹੈ, ਉਹ ਵੀ ਇਹਨਾਂ ਦੇ ਕਲੋਜ਼ ਮੰਨੇ ਜਾਂਦੇ ਆ। ਸੋ ਇਸ ਤਰ੍ਹਾਂ ਹੁਣ ਜੋ ਬੀਜੇਪੀ ਦੇ ਉੱਤੇ ਇੱਕ ਅਧਿਕਾਰ ਅਮਿਤ ਸ਼ਾਹ ਤੇ ਮੋਦੀ ਬਣਾ ਚੁੱਕੇ ਹੈ, ਹੁਣ ਜੋ ਆਰਐਸਐਸ ਹੈ ਭੰਮ ਸਾਹਿਬ ਉਹ ਬੜੀ ਕਸ਼ਮਕਸ਼ ਦੇ ਵਿੱਚ ਹੈ, ਬੜੀ ਪਰੇਸ਼ਾਨੀ ਦੇ ਵਿੱਚ ਹੈ, ਕਿਉਂਕਿ ਹੁਣ ਉਹ ਨਰਿੰਦਰ ਮੋਦੀ ਦਾ ਕੱਦ ਐਡਾ ਵੱਡਾ ਹੋਣ ਤੇ ਜੋ ਇੱਕ ਸੰਘ ਪਰਿਵਾਰ ਦੀ ਜੋ ਲੀਡਰਸ਼ਿਪ ਹੈ ਜੀ, ਉਹ ਵੀ ਉਹਨਾਂ ਦੀ ਹੁਣ ਖਤਰੇ 'ਚ ਪਈ ਹੋਈ ਹੈ। ਕਿਉਂਕਿ ਜੋ ਨਰਿੰਦਰ ਮੋਦੀ ਦਾ ਜੋ ਪਰਸਨੈਲਿਟੀ ਕਲਟ ਹੈ ਉਹ ਬਹੁਤ ਵੱਧ ਚੁੱਕਿਆ ਹੈ। ਉਹਨਾਂ ਨੂੰ ਇੱਕ ਹੀਰੋ ਵਰਸ਼ਿਪ ਉਹਨਾਂ ਦੀ ਹੁੰਦੀ ਹੈ, ਉਹਨਾਂ ਦੀ ਇੱਕ ਕਲਟ ਫੋਲੋਇੰਗ ਹਿੰਦੂ ਮਾਸਸ ਦੇ ਵਿੱਚ ਹੈ। ਸੋ ਅੱਜ ਤਾਂ ਇਹ ਸਮਾਂ ਆ ਚੁੱਕਿਆ ਬੰਮ ਸਾਹਿਬ ਤੇ, ਪਰ ਆਰਐਸਐਸ ਦੇਖੋ ਹੁਣ ਕੁਝ ਦੂਸਰੇ ਪਾਸੇ ਵੀ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਜੀ। ਹੁਣ ਜੋ ਆਰਐਸਐਸ ਦੇ ਖਾਸਮ ਖਾਸ ਹੈ, ਚਾਹੇ ਉਹ ਡਾਕਟਰ ਸੁਬਰਾਮਣੀਅਮ ਸਵਾਮੀ ਹੈ, ਉਹ ਹੁਣ ਖੁੱਲੇ ਤੌਰ ਦੇ ਉੱਤੇ ਨਰਿੰਦਰ ਮੋਦੀ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ। ਸੋ ਇਸ ਤਰ੍ਹਾਂ ਹੋ ਸਕਦਾ ਹੈ ਕਿ ਆਰਐਸਐਸ ਦੇ ਵੱਲੋਂ ਵੀ ਕੁਝ ਨਾ ਕੁਝ ਰਿਐਕਸ਼ਨ ਦੇਖਣ ਨੂੰ ਮਿਲੇ ਆਉਣ ਵਾਲੇ ਭਵਿੱਖ ਦੇ ਵਿੱਚ। ਸੋ ਜੋ ਇਹ ਖਿੱਚੋਤਾਣ ਹੈ, ਇਹ ਮਤਲਬ ਓਪਨਲੀ ਤਾਂ ਕੋਈ ਕੁਝ ਨਹੀਂ ਕਵੇਗਾ, ਪਰ ਇਹ ਪਰਦੇ ਦੇ ਪਿੱਛੇ ਸਤਾ ਦੇ ਥੱਲੇ ਜੀ ਇਹ ਜੋ ਖਿੱਚੋਤਾਣ ਹੈ ਇਹ ਚੱਲਦੀ ਰਹਿਣੀ ਹੈ ਜੀ। ਇਸ ਟਕਰਾਅ ਦੇ ਫਿਰ ਸਿੱਟੇ ਕੀ ਹੋਣਗੇ ਜੀ, ਜਿਹੜਾ ਆਪਸੀ ਟਕਰਾਅ ਜਿਹੜਾ ਪੈਦਾ ਹੋਇਆ? ਇਸ ਟਕਰਾਅ ਦੇ ਸਿੱਟੇ ਇਹ ਹੋ ਸਕਦੇ ਆ ਭੰਮ ਸਾਹਿਬ, ਜਿਵੇਂ ਅਸੀਂ ਪਹਿਲਾਂ ਦੇਖਿਆ ਕਿ ਪਹਿਲਾਂ ਦਾ ਜੋ ਸੁਦਰਸ਼ਨ ਸੀਗੇ ਜੀ, ਕੇ ਸੁਦਰਸ਼ਨ ਜੋ ਸਰਸੰਘ ਚਾਲਕ ਸੀ, ਉਹ ਬੜੇ ਗਰਮ ਖਿਆਲੀ ਇਨਸਾਨ ਸੀ ਜੀ। ਉਹਨਾਂ ਨੇ ਤਾਂ ਖੁੱਲੇ ਤੌਰ ਤੇ ਕਹਿ ਦਿੱਤਾ ਸੀ ਕਿ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਅਸਤੀਫਾ ਦੇਣ ਜਦ ਉਹਨਾਂ ਦੀ ਟਸਲ ਪੈਦਾ ਹੋਈ ਜੀ। ਪਰ ਕਿਉਂਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਇਹ ਤਾਂ ਖੁੱਲੇ ਰੂਪ ਦੇ ਵਿੱਚ ਦੇਖੋ ਹੁਣ ਹਿੰਦੂਤਵ ਦਾ ਏਜੰਡਾ ਹੈ ਉਸ ਨੂੰ ਲਾਗੂ ਕਰ ਰਹੇ ਹੈ, ਹਿੰਦੂਤਵ ਦੀ ਗੱਲ ਕਰ ਰਹੇ ਹੈ, ਹਿੰਦੂਤਵ ਨੂੰ ਪ੍ਰਮੋਟ ਕਰ ਰਹੇ ਹੈ। ਸੋ ਹੁਣ ਆਰਐਸਐਸ ਬੜੀ ਫਸੀ ਹੋਈ ਹੈ, ਉਹ ਕਹਿ ਵੀ ਕੁਝ ਨਹੀਂ ਸਕਦੇ, ਉਹ ਇਹ ਗੱਲ ਤੇ ਉਹਨਾਂ ਦਾ ਵਿਰੋਧ ਨਹੀਂ ਕਰ ਸਕਦੀ ਕਿ ਤੁਸੀਂ ਸਾਡਾ ਏਜੰਡਾ ਨਹੀਂ ਲਾਗੂ ਕਰ ਰਹੇ, ਕਿਉਂਕਿ ਉਹ ਤਾਂ ਹਿੰਦੂਤਵ ਦੇ ਚੈਂਪੀਅਨ, ਹਿੰਦੂ ਹਿਰਦੇ ਸਮਰਾਟ ਉਹ ਬਣ ਚੁੱਕੇ ਹੈ। ਬਿਲਕੁਲ। ਹੁਣ ਜੇ ਆਰਐਸਐਸ ਉਹਨਾਂ ਦਾ ਵਿਰੋਧ ਕਰੇ ਤਾਂ ਕਿਸ ਮਹਾਜ ਤੇ ਕਰੇ, ਕਿਸ ਗੱਲ ਨੂੰ ਲੈ ਕੇ ਕਰੇ? ਏਜੰਡਾ ਆਰਐਸਐਸ ਨੂੰ ਉਹਨਾਂ ਦੇ ਨਾਲੋਂ ਹੋਰ ਜ਼ਿਆਦਾ ਰਾਈਟ ਵਿੰਗ ਹੋਣਾ ਪਊਗਾ ਜੀ, ਇੰਨਾ ਰਾਈਟ ਵਿੰਗ ਹੋਣਾ ਪਊਗਾ ਕਿ ਜੋ ਮੋਦੀ ਹੈ ਉਹ ਮੋਡਰੇਟ ਲੱਗੇ, ਉਹਦੀ ਮੁਸ਼ਕਲਾਂ ਖੜੀਆਂ ਹੋਣ ਉਹਦੇ ਅੱਗੇ। ਸੋ ਇਹ ਗੱਲ ਹੈ ਭੰਮ ਸਾਹਿਬ, ਕੇਸ ਦੇ ਵਿੱਚ ਖਿੱਚੋ ਤਾਣ ਤਾਂ ਹੁਣ ਚੱਲੇਗੀ। ਜੋ ਆਰਐਸਐਸ ਹੈ ਉਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਜੀ, ਉਸ ਨੂੰ ਇੰਨੀ ਛੇਤੀ ਕੋਈ ਬਾਹਰ ਦਾ ਰਸਤਾ ਨਹੀਂ ਦਿਖਾ ਸਕਦਾ। ਸੋ ਇਸ ਦੇ ਇਹ ਨਤੀਜੇ ਨਿਕਲ ਸਕਦੇ ਆ ਕਿ ਹੋ ਸਕਦਾ ਹੈ ਹੁਣ ਕਿ ਹੋਰ ਲੀਡਰਸ਼ਿਪ ਨੂੰ ਜੋ ਆਰਐਸਐਸ ਹੈ ਬੈਕ ਕਰਕੇ ਪ੍ਰਮੋਟ ਕਰੇ। ਹੁਣ ਦੇਖੋ ਜਿਸ ਤਰ੍ਹਾਂ ਯੋਗੀ ਆਦਿੱਤਿਆਨਾਥ ਹੈ ਜੀ, ਉਹਨੂੰ ਵੀ ਪਾਰਲੀਮੈਂਟਰੀ ਬੋਰਡ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਗਈ, ਹਾਲਾਂਕਿ ਉਹਨਾਂ ਨੂੰ ਹੁਣ ਬਹੁਤ ਵੱਡੇ ਆਗੂ ਮੰਨਿਆ ਜਾਂਦਾ ਹੈ, 2 ਵਾਰ ਯੂਪੀ ਦੇ ਵਿੱਚ ਜਿੱਤ ਆਪਣੀ ਦਰਜ ਕਰ ਚੁੱਕੇ ਹੈ ਤੇ ਹਿੰਦੂਤਵ ਦੇ ਉਹ ਵੀ ਚੈਂਪੀਅਨ ਹੈ। ਬਹੁਤ ਮਸਲੇ ਤਾਂ ਇਹ ਦੇਖਿਆ ਉਹ ਖਹਿ ਕੇ ਜਾਂਦੇ ਆ ਪ੍ਰਧਾਨ ਮੰਤਰੀ ਦੇ ਨਾਲ ਜੀ, ਖਹਿ ਕੇ ਜਾਂਦੇ ਆ। ਸੋ ਉਹ ਵੀ ਉਹਨਾਂ ਨੂੰ ਵੀ ਬਾਹਰ ਰੱਖਿਆ ਗਿਆ, ਉਹ ਵੀ ਬਾਹਰ ਨੇ। ਸੋ ਹੁਣ ਤੁਹਾਨੂੰ ਇਹ ਦੇਖਣ ਨੂੰ ਮਿਲ ਸਕਦਾ ਹੈ ਕਿ ਆਰਐਸਐਸ ਕਿਸੇ ਹੋਰ ਆਗੂ ਦੀ ਪਿੱਠ ਦੇ ਉੱਤੇ ਆ ਜਾਵੇ। ਬਿਲਕੁਲ। ਜਾਂ ਜਿਹੜਾ ਹੁਣ ਆਪਣਾ ਗਰੁੱਪ ਹੈ ਜਿਹੜਾ ਉਹਨੂੰ ਇੰਨਾ ਕੁ ਪ੍ਰਫੁੱਲਤ ਕਰਨਗੇ ਵੀ ਸਰਕਾਰ ਅੱਗੇ ਮੁਸ਼ਕਲਾਂ ਖੜੀਆਂ ਹੋਣ ਜੀ, ਮੁਸ਼ਕਲਾਂ ਖੜੀਆਂ ਹੋਣ ਤੇ ਮੁਸ਼ਕਲਾਂ ਖੜੀਆਂ ਕੀਤੀਆਂ ਵੀ ਜਾ ਸਕਦੀਆਂ ਕਿਉਂ ਆਰਐਸਐਸ ਹੈ ਉਸ ਦੀ ਤਾਕਤ ਨੂੰ ਜੋ ਘੱਟ ਕਰਕੇ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਜੋ ਅੰਨਾ ਹਜ਼ਾਰੇ ਮੂਵਮੈਂਟ ਹੈ ਉਹਨੂੰ ਖੜੀ ਕਰਕੇ ਕਾਂਗਰਸ ਦਾ ਜੋ ਡਾਊਨਫਾਲ ਕਰਾਉਣ ਵਾਲੀ ਜੇ ਕੋਈ ਜਥੇਬੰਦੀ ਸੀ ਤਾਂ ਉਹ ਆਰਐਸਐਸ ਸੀ।
ਜਿਹੜੇ ਉਹਨਾਂ ਨੇ ਆਪਣਾ ਸਾਰਾ ਕਾਡਰ, ਆਪਣੇ ਸਵੈਮ ਸੇਵਕ ਜੀ ਸਾਰੇ, ਮੈਂ ਵੀ ਇੰਨਾ ਹਜ਼ਾਰੇ ਉਹ ਚਿੱਟੀਆਂ ਟੋਪੀਆਂ ਪਵਾ ਕੇ ਉਸ ਦੇ ਵਿੱਚ ਭਰਤੀ ਕਰਾ ਦਿੱਤੇ ਸੀ, ਜਿਸ ਦੇ ਨਾਲ ਬਹੁਤ ਵੱਡਾ ਇੱਕ ਤੁਹਾਨੂੰ ਲੱਗਿਆ। ਕਿਉਂਕਿ RSS ਦੇ ਜੋ ਬੰਦੇ ਆ ਭਾਵੇਂ ਸਾਹਿਬ, ਉਹ ਬਿਊਰੋਕ੍ਰੇਸੀ ਦੇ ਵਿੱਚ ਵੀ ਹੈ, ਉਹ ਜੁਡੀਸ਼ਰੀ ਦੇ ਵਿੱਚ ਵੀ ਹੈ ਜੀ, ਉਹ ਪੋਲਿਟਿਕਸ ਦੇ ਵਿੱਚ ਵੀ ਹੈ ਜੀ। RSS ਸਭ ਕਿਤੇ ਪਕੜ ਕਾਫੀ ਹੈ, ਪਕੜ ਕਾਫੀ ਹੈ ਸਿਸਟਮ ਦੇ ਉੱਤੇ। ਉਹ ਜਦ ਚਾਹਣ ਉਹ ਜੋ ਸਿਆਸਤ ਹੈ ਉਸ ਨੂੰ ਕੋਈ ਨਾ ਕੋਈ ਗੇੜ ਦੇ ਸਕਦੇ ਆ, ਹੁਣ ਸਮਰੱਥਾ ਰੱਖਦੇ ਆ। ਹਾਂ, ਇਹ ਤਾਂ ਵਕਤੀ ਮਤਲਬ ਕਿ ਉਹਨਾਂ ਨੂੰ ਜਿਹੜਾ ਝਟਕਾ ਹੈਗਾ, ਕੋਈ ਸ਼ੱਕ ਨਹੀਂ ਹੈ। ਲਵਲੀਨ ਜੀ, ਇਹ ਤਾਂ ਚਲੋ ਭਾਰਤੀ ਜਨਤਾ ਪਾਰਟੀ ਤੇ RSS ਦਾ ਮਸਲਾ ਹੋ ਗਿਆ ਜੀ। ਇਹਦੇ ਪੈਰਲਲ ਹੁਣ ਮਸਲਾ ਜਿਹੜਾ ਉਹ ਕਾਂਗਰਸ ਦੇ ਵਿੱਚ ਵੀ ਖੜਾ ਹੋਇਆ ਹੈ ਜੀ, ਔਰ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਅਸੀਂ ਤਾਂ ਵੈਸੇ ਰਾਮ ਰੌਲਾ ਇਹਨਾਂ ਦਾ ਸੁਣਦੇ ਆ ਰਹੇ ਹਾਂ ਕਿ ਨੌਨ ਗਾਂਧੀ ਜਿਹੜਾ ਇਸ ਪਰਿਵਾਰ ਤੋਂ ਬਾਹਰਲਾ ਕੋਈ ਅਗਵਾਈ ਕਰੇ ਕਾਂਗਰਸ ਦੀ ਜੀ, ਕਿਉਂਕਿ ਕਾਂਗਰਸ ਹੁਣ ਬਹੁਤ ਜ਼ਿਆਦਾ ਨਿਮਾਣ ਵੱਲ ਚਲੀ ਗਈ ਹੈ ਜੀ। ਹੁਣ ਜਦੋਂ ਮਸਲਾ ਫਿਰ ਖੜਾ ਹੋਇਆ ਹੈ, ਗਾਂਧੀ ਪਰਿਵਾਰ ਅੱਗੇ ਖੁਦ ਵੀ ਅੱਗੇ ਆਉਣ ਨੂੰ ਮੈਨੂੰ ਪਤਾ ਲੱਗਿਆ ਵੀ ਤਿਆਰ ਨਹੀਂ ਹੈ। ਰਾਹੁਲ ਗਾਂਧੀ ਜਿਹੜੇ ਜਵਾਬ ਦੇ ਰਹੇ ਨੇ, ਔਰ ਹੁਣ ਪ੍ਰਧਾਨਗੀ ਦਾ ਇਹ ਮਸਲਾ ਹੁਣ ਕਿੱਥੇ ਖੜਾ ਜੀ? ਇਹਦੀ ਅੰਦਰੂਨੀ ਜਿਹੜੀ ਸਿਆਸਤ ਹੈ ਉਹ ਕਿੱਥੇ ਖੜੀ ਹੈ? ਭਾਮ ਸਾਹਿਬ, ਗੱਲ ਇਹ ਹੈ ਫਿਰ ਜੀ, ਮੈਂ ਇਤਿਹਾਸ ਦੀ ਗੱਲ ਕਰਾਂ ਜੀ, ਜੋ ਕਾਂਗਰਸ ਪਾਰਟੀ ਹੈ ਉਸ ਦਾ ਅਸਲ ਕਲਚਰ ਹੈ ਕੀ ਜੀ। ਕਾਂਗਰਸ ਪਾਰਟੀ ਦੀ ਇਹ ਟ੍ਰੈਡੀਸ਼ਨ ਰਹੀ ਹੈ ਪਾਰਟੀਸ਼ਨ ਤੋਂ ਪਹਿਲਾਂ ਜੀ ਤੇ ਕੁਝ ਸਮਾਂ ਬਾਅਦ ਵੀ ਜੀ, ਕਿ ਕਾਂਗਰਸ ਪਾਰਟੀ ਦਾ ਹਰ ਸਾਲ ਹਿੰਦੁਸਤਾਨ ਦੇ ਇੱਕ ਹਿੱਸੇ ਦੇ ਵਿੱਚ ਸੈਸ਼ਨ ਹੋਇਆ ਕਰਦਾ ਸੀ ਜੀ। ਜਿਸ ਤਰ੍ਹਾਂ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਲਾਹੌਰ ਸੈਸ਼ਨ ਜੀ, ਬੰਬੇ ਸੈਸ਼ਨ ਜੀ, ਕਲਕੱਤਾ ਸੈਸ਼ਨ ਜੀ, ਜਿਸ ਦੇ ਵਿੱਚ ਮਹੱਤਵਪੂਰਨ ਫੈਸਲੇ ਲਏ ਜਾਂਦੇ ਸੀ ਜੀ। ਤੇ ਹਰ ਸਾਲ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਜੋ ਉਹ ਬਦਲਿਆ ਜਾਂਦਾ ਸੀ ਜੀ। ਜਿਹੜੇ ਸੂਬੇ ਦੇ ਵਿੱਚ ਸੈਸ਼ਨ ਹੋਇਆ ਕਰਦਾ ਸੀ ਪਾਰਟੀ ਦਾ ਜੀ, ਉੱਥੇ ਦੇ ਜੋ ਵੱਡੇ ਆਗੂ ਹੁੰਦੇ ਸੀ ਉਸ ਸੂਬੇ ਦੇ, ਜੇ ਬੰਬੇ ਦੇ ਵਿੱਚ ਹੋਊ ਤਾਂ ਉੱਥੇ ਦੇ ਜੋ ਤਿਲਕ ਹੈ ਜੀ ਉਹ ਪ੍ਰਧਾਨਗੀ ਕਰਨਗੇ। ਜੇ ਬੰਗਾਲ ਦੇ ਵਿੱਚ ਹੋਊ ਤਾਂ ਜੋ ਕਾਂਗਰਸ ਦੇ ਬੰਗਾਲੀ ਆਗੂ ਹੈ ਜੀ ਉਹ ਪ੍ਰਧਾਨਗੀ ਕਰਨਗੇ ਜੀ। ਜੇ ਬਿਹਾਰ ਦੇ ਵਿੱਚ ਹੋਊ ਤਾਂ ਉੱਥੇ ਡਾਕਟਰ ਰਾਜਿੰਦਰ ਪ੍ਰਸਾਦ ਜਾਂ ਹੋਰ ਵੱਡੇ ਆਗੂ ਉਹ ਕਰਨਗੇ। ਜੇ ਯੂਪੀ ਦੇ ਵਿੱਚ ਹੋਊ ਤਾਂ ਜਵਾਹਰ ਲਾਲ ਨਹਿਰੂ ਪ੍ਰਧਾਨਗੀ ਕਰਨਗੇ ਜੀ। ਜੇ ਪੰਜਾਬ ਦੇ ਵਿੱਚ ਹੋਊ ਤਾਂ ਲਾਲਾ ਲਾਜਪਤ ਰਾਏ ਜਾਂ ਇਸ ਤਰ੍ਹਾਂ ਜੋ ਵੱਡੇ ਆਗੂ ਹੈ ਹਰੇਕ ਉਹ ਅਗਵਾਈ ਕਰਨਗੇ। ਇੱਕੋ ਵਾਰ ਇਤਿਹਾਸ ਦੇ ਵਿੱਚ ਫਿਰ ਹੋਇਆ ਕਿ 1939 ਤੋਂ ਲੈ ਕੇ 46 ਤੱਕ ਬਹੁਤ ਲੰਬਾ ਸਮਾਂ ਇੱਕ ਆਗੂ ਪ੍ਰਧਾਨ ਰਹੇ ਜੀ, ਜੋ ਸੀ ਭਾਰਤ ਦੇ ਪਹਿਲੇ ਬਾਅਦ ਦੇ ਵਿੱਚ ਉਹ ਸਿੱਖਿਆ ਮੰਤਰੀ ਵੀ ਬਣੇ ਜੀ, ਜੋ ਸੀਗੇ ਸਾਡੇ ਜਿਹੜੇ ਪਹਿਲੇ ਸਿੱਖਿਆ ਮੰਤਰੀ ਸੀਗੇ ਆਪਣੇ ਅਬਦੁਲ ਕਲਾਮ ਆਜ਼ਾਦ, ਅਬੁਲ ਕਲਾਮ ਆਜ਼ਾਦ, ਮੌਲਾਨਾ ਅਬੁਲ ਕਲਾਮ ਆਜ਼ਾਦ, ਸੌਰੀ ਮੇਰੇ ਨਾਮ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ, ਜਿਨ੍ਹਾਂ ਨੇ ਇੰਡੀਆ ਵਿਨਸ ਫਰੀडम ਦੀ ਬਹੁਤ ਜੋ ਜ਼ਰੂਰੀ ਕਿਤਾਬ ਉਹ ਵੀ ਲਿਖੀ ਜੀ। ਸੋ ਉਸ ਸਮੇਂ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਪ੍ਰਧਾਨਗੀ ਇਸ ਲਈ ਕਰਨੀ ਪਈ ਕਿਉਂਕਿ ਬੜੀ ਜ਼ਰੂਰੀ ਜੋ ਨੈਗੋਸੀਏਸ਼ਨ ਹੈ ਅੰਗਰੇਜ਼ਾਂ ਨਾਲ ਉਹ ਚੱਲ ਰਹੀ ਸੀ ਆਜ਼ਾਦੀ ਨੂੰ ਲੈ ਕੇ ਜੀ। ਸੋ ਉਸ ਨੈਗੋਸੀਏਸ਼ਨ ਦੇ ਵਿੱਚ ਕੰਟੀਨਿਊਟੀ ਲਿਆਉਣ ਦੇ ਵਾਸਤੇ ਜੀ ਮੌਲਾਨਾ ਅਬੁਲ ਕਲਾਮ ਆਜ਼ਾਦ ਹੈ ਜੋ ਉਹ ਪ੍ਰਧਾਨਗੀ ਕਰਦੇ ਰਹੇ। ਪਰ ਉਸ ਤੋਂ ਬਾਅਦ ਭਾਮ ਸਾਹਿਬ ਦੇਖੋ, ਜਦ ਇੰਦਰਾ ਗਾਂਧੀ ਦਾ ਪਾਰਟੀ ਦੇ ਉੱਤੇ ਆਜ਼ਾਦੀ ਤੋਂ ਬਾਅਦ ਦਬਦਬਾ ਬਣਨ ਤੋਂ ਬਾਅਦ ਜੋ ਕਾਂਗਰਸ ਪ੍ਰੈਜ਼ੀਡੈਂਟ ਹੈ ਉਸ ਦੀ ਪੋਜੀਸ਼ਨ ਜ਼ੀਰੋ ਹੋ ਗਈ ਜੀ। ਜੋ ਕਾਂਗਰਸ ਪ੍ਰੈਜ਼ੀਡੈਂਟ ਹੈ ਉਹ ਇੰਦਰਾ ਗਾਂਧੀ ਦਾ ਜੋ ਕਮਿਟਡ ਕੋਈ ਵਫਾਦਾਰ ਕੋਈ ਖਾਸ ਜੋ ਜੀ ਮੈਡਮ ਕਰਨ ਵਾਲਾ ਜੀ ਹਜ਼ੂਰੀ ਕਰਨ ਵਾਲਾ ਉਹ ਜਿਹਾ ਸ਼ਖਸ ਹੀ ਰਹਿ ਗਿਆ ਜੀ। ਤੇ ਜੋ ਕਾਂਗਰਸ ਪ੍ਰੈਜ਼ੀਡੈਂਟ ਹੈ ਜਿਸ ਦੀ ਕਿਸੇ ਸਮੇਂ ਬਹੁਤ ਵੱਡੀ ਸਾਖ ਹੁੰਦੀ ਸੀ ਕਾਂਗਰਸ ਪਾਰਟੀ ਦੇ ਵਿੱਚ ਜੀ, ਉਹ ਉਸ ਦੀ ਜੋ ਪਾਵਰ ਹੈ ਜੋ ਪੋਜੀਸ਼ਨ ਹੈ ਉਹ ਘਟ ਕੇ ਰਹਿ ਗਈ ਤੇ ਜੋ ਇੰਦਰਾ ਗਾਂਧੀ ਹੈ ਉਸਨੇ ਪਾਰਟੀ ਉੱਤੇ ਕਬਜ਼ਾ ਕਰ ਲਿਆ। ਫਿਰ ਦੇਖੋ ਉਹ ਗੱਲ ਪਰਿਵਾਰ 'ਚ ਆ ਗਈ। ਹਾਲਾਂਕਿ ਇੰਦਰਾ ਗਾਂਧੀ ਨੂੰ ਲਿਆਉਣ ਵਾਲੇ ਕਾਂਗਰਸੀ ਸੀਗੇ, ਕਾਂਗਰਸ ਦਾ ਸਿੰਡੀਕੇਟ ਸੀਗਾ, ਪਰ ਇੰਦਰਾ ਗਾਂਧੀ ਤੋਂ ਬਾਅਦ ਜੋ ਫਿਰ ਜੋ ਨਹਿਰੂ ਗਾਂਧੀ ਪਰਿਵਾਰ ਹੈ ਉਸ ਦਾ ਸੰਪੂਰਨ ਤੌਰ ਦੇ ਉੱਤੇ ਕਬਜ਼ਾ ਹੋ ਗਿਆ ਜੀ। ਜੋ ਆਲੇ ਦੁਆਲੇ ਵੀ ਜੋ ਕੈਂਪ ਫਾਲੋਅਰ ਸੀ ਗਾਂਧੀ ਪਰਿਵਾਰ ਦੇ ਝੋਲੀ ਚੁੱਕ ਜੀ, ਉਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ। ਜੋ ਕਾਂਗਰਸ ਕਲਚਰ ਹੈ ਉਸ ਨੂੰ ਛਿੱਕੇ ਟੰਗਦੇ ਹੋਏ ਜੀ। ਸੋ ਇਸੇ ਤਰ੍ਹਾਂ ਜੋ ਕਾਂਗਰਸ ਪ੍ਰੈਜ਼ੀਡੈਂਟ ਹੈ ਉਹ ਬਣਨ ਲੱਗੇ ਜੀ। ਹੁਣ ਦੇਖੋ ਸੀਤਾਰਾਮ ਕੇਸਰੀ ਤੋਂ ਬਾਅਦ ਜਦ ਸੋਨੀਆ ਗਾਂਧੀ ਕਾਂਗਰਸ ਪ੍ਰੈਜ਼ੀਡੈਂਟ ਬਣਦੇ ਆ, ਅੱਜ 25-26 ਸਾਲ ਹੋ ਗਏ ਕਿ ਕਾਂਗਰਸ ਦੀ ਜੋ ਪ੍ਰਧਾਨਗੀ ਹੈ ਉਹ ਇਸ ਪਰਿਵਾਰ ਤੋਂ ਬਾਹਰ ਨਹੀਂ ਗਈ ਜੀ।
ਭਾਮ ਸਾਹਿਬ, ਮੈਂ ਕਾਂਗਰਸ ਦੇ ਲੋਕਾਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਉਹ ਇਹ ਦੱਸਣ ਕਿ ਇਹ ਕੋਈ ਰਾਜਾਸ਼ਾਹੀ ਹੈ, ਇਹ ਕੋਈ ਰੱਬ ਵੱਲੋਂ ਲਿਖਾ ਕੇ ਲੈ ਕੇ ਆਏ ਆ ਗਾਂਧੀ ਪਰਿਵਾਰ ਕਿ ਇਹਨਾਂ ਨੇ ਲੀਡਰਸ਼ਿਪ ਕਰਨੀ ਹੈ ਕਾਂਗਰਸ ਪਾਰਟੀ ਦੀ। ਬਿਲਕੁਲ। ਕਾਂਗਰਸ ਦਾ ਕਲਚਰ ਕੀ ਹੈ ਇਹ ਦੱਸਣ, ਕਾਂਗਰਸ ਪ੍ਰੈਜ਼ੀਡੈਂਟ ਕਿਸ ਤਰ੍ਹਾਂ ਇਲੈਕਟ ਹੋਇਆ ਕਰਦਾ ਸੀ ਇਹ ਦੱਸਣ, ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਜੋ ਮੁੱਢਲੀ ਕਤਾਰ ਦੇ ਜੋ ਆਗੂ ਹੈ ਸਾਰੇ ਲੀਡਰਸ਼ਿਪ ਕਰਨ ਦੇ ਜੋ ਲੀਡਰ ਪੈਦਾ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਖਾਨ ਅਬਦੁਲ ਗਫਾਰ ਖਾਨ ਜੀ, ਡਾਕਟਰ ਰਾਜਿੰਦਰ ਪ੍ਰਸਾਦ ਜੀ, ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ, ਇਸ ਤਰ੍ਹਾਂ ਦੇ ਜੋ ਮਹਾਮਾਨਵ ਹੈ, ਵੱਡੇ ਕੱਦ ਵਾਲੇ ਆਗੂ ਹੈ ਕਾਂਗਰਸ ਦੇ ਵਿੱਚ ਹੋਇਆ ਕਰਦੇ ਸੀ। ਬਿਲਕੁਲ। ਸੀ ਰਾਜਾ ਗੋਪਾਲਾਚਾਰੀ, ਸਰੋਜਨੀ ਨਾਇਡੂ। ਅੱਜ ਕਾਂਗਰਸ ਦੇ ਵਿੱਚ ਦੇਖੋ ਭਾਮ ਸਾਹਿਬ, ਆਲੇ ਦੁਆਲੇ ਨਿਗਾਹ ਮਾਰ ਕੇ ਤੁਹਾਨੂੰ ਕੋਈ ਦਿਖਦਾ ਹੀ ਨਹੀਂ। ਗਾਂਧੀ ਪਰਿਵਾਰ ਤੋਂ ਬਿਨਾਂ ਹੁਣ ਕਹਿੰਦੇ ਆ ਜੀ ਗਾਂਧੀ ਪਰਿਵਾਰ ਨਹੀਂ ਤਾਂ ਹੋਰ ਕੌਣ ਕਰੂਗਾ। ਜਦ ਤੁਸੀਂ ਉੱਠਣ ਨਹੀਂ ਦਿੱਤਾ ਕਿਸੇ ਨੂੰ, ਉਹ ਮੈਨੂੰ ਉਹ ਗੱਲ ਯਾਦ ਆ ਜਾਂਦੀ ਹੈ ਭਾਮ ਸਾਹਿਬ ਕਿ ਇੱਕ ਵਾਰ ਇੱਕ ਬੰਦੇ ਨੇ ਆਪਣੇ ਮਾਂ-ਬਾਪ ਦਾ ਕਤਲ ਕਰ ਦਿੱਤਾ ਤੇ ਜੱਜ ਸਾਹਿਬ ਨੇ ਉਸ ਨੂੰ ਸਜ਼ਾ ਸੁਣਾਉਣੀ ਸੀ, ਉਸ ਨੂੰ ਕਨਵਿਕਟ ਕਰਤਾ, ਜੋ ਕੁਆਂਟਮ ਆਫ ਸੈਂਟੈਂਸ ਹੈ ਉਹ ਸੁਣਾਉਣਾ ਸੀ, ਸਜ਼ਾ ਸੁਣਾਉਣੀ ਸੀ। ਉਹ ਕਹਿੰਦਾ ਮਾਈ ਲਾਰਡ ਮੇਰੇ ਤੇ ਤਰਸ ਖਾਧਾ ਜਾਵੇ। ਜੱਜ ਸਾਹਿਬ ਕਹਿੰਦੇ ਵੀ ਕਿਸ ਆਧਾਰ ਤੇ ਤੇਰੇ ਤੇ ਤਰਸ ਖਾਧਾ ਜਾਵੇ? ਉਹ ਕਹਿੰਦਾ ਜੀ ਦੇਖੋ ਮੈਂ ਅਨਾਥ ਹਾਂ, ਮੇਰੇ ਤੇ ਤਾਂ ਤਰਸ ਖਾਧਾ ਜਾਵੇ। ਸਹੀ ਗੱਲ। ਸੋ ਲੀਡਰਸ਼ਿਪ ਜੋ ਤਮਾਮ ਗਾਂਧੀ ਪਰਿਵਾਰ ਨੇ ਇੰਦਰਾ ਗਾਂਧੀ ਦੇ ਸਮੇਂ ਤੋਂ ਖਤਮ ਕਰਨੀ ਸ਼ੁਰੂ ਕਰ ਦਿੱਤੀ। ਜਿਸ ਸੂਬੇ ਦੇ ਵਿੱਚ ਵੀ ਦਿਖਿਆ ਵੀ ਕੋਈ ਆਗੂ ਕੱਦ ਵਾਲਾ ਕੋਈ ਉੱਠ ਰਿਹਾ, ਕੋਈ ਮਾਸ ਲੀਡਰ ਉੱਠ ਰਿਹਾ, ਉਹਦੇ ਖਿਲਾਫ ਉਹਦੇ ਸੂਬੇ 'ਚ ਧਿਰ ਖੜੀ ਕਰ ਦੇਣੀ। ਅਕਾਲੀ ਦਲ ਨੇ ਵੀ ਇਹਨਾਂ ਤੋਂ ਸਿੱਖਿਆ ਲੱਗਦਾ ਸਾਰਾ ਕੁਝ। ਹਾਂਜੀ, ਉਹਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕਰ ਦੇਣੀਆਂ ਜੀ, ਉਹਦੇ ਖਿਲਾਫ ਧੜਾ ਖੜਾ ਕਰ ਦੇਣਾ। ਠੀਕ ਹੈ ਜੀ। ਜੇ ਗਿਆਨੀ ਜ਼ੈਲ ਸਿੰਘ ਇੱਕ ਪੰਜਾਬ ਦੇ ਵਿੱਚ ਹੈ, ਉਸਦੇ ਬਰਾਬਰ ਦਰਬਾਰਾ ਸਿੰਘ ਖੜਾ ਕਰ ਦੇਣਾ। ਦਰਬਾਰੇ ਦੇ ਖਿਲਾਫ ਗਿਆਨੀ ਨੂੰ ਚੱਕੀ ਰੱਖਣਾ, ਗਿਆਨੀ ਦੇ ਖਿਲਾਫ ਦਰਬਾਰੇ ਨੂੰ ਚੱਕੀ ਰੱਖਣਾ। ਸੋ ਇਹ ਇੱਕ ਮੋੜ ਕਾਂਗਰਸ ਦਾ ਬਣ ਗਿਆ ਸੀ ਇੰਦਰਾ ਗਾਂਧੀ ਦੇ ਸਮੇਂ ਤੋਂ, ਜਿਸ ਨੂੰ ਫਿਰ ਉਸਦੇ ਜੋ ਵਫਾਦਾਰ ਜੋ ਦਿੱਲੀ ਵਾਲੇ ਕਾਂਗਰਸੀ ਸੀ, ML ਫੋਤੇਦਾਰ ਵਰਗੇ, RK ਧਵਨ ਵਰਗੇ, ਜਿਹੜਾ ਦਿੱਲੀ ਦਾ ਉਹ ਬੈਠੇ ਸੀਗੇ, ਜਿਹੜੇ ਜਿਨ੍ਹਾਂ ਦਾ ਕੋਈ ਆਧਾਰ ਲੋਕਾਂ ਦੇ ਵਿੱਚ ਨਹੀਂ ਹੁੰਦਾ ਸੀ ਜੀ, ਪਰ ਉਹ ਇੰਨੇ ਪਾਵਰਫੁਲ ਹੁੰਦੇ ਸੀ ਕਿਉਂਕਿ ਉਹ ਪਾਵਰ ਦੇ ਨੇੜੇ ਹੁੰਦੇ ਸੀ, ਸੱਤਾ ਦੇ ਨੇੜੇ। ਦਿੱਲੀ 'ਚ ਜਿਹੜੇ ਲਿਊਟਨ ਜ਼ੋਨ ਦੇ ਵਿੱਚ ਰਹਿੰਦੇ ਸੀਗੇ ਜੀ, ਵੀ ਅਕਬਰ ਰੋਡ ਤੋਂ ਫਲਾਨੇ ਰੋਡ ਚਲੇ ਗਏ, ਉੱਥੋਂ ਰੇਸ ਕੋਰਸ ਰੋਡ ਚਲੇ ਗਏ, ਉਹ ਸਾਰੀ ਦਿੱਲੀ ਦੇ ਵਿੱਚ ਹੀ ਬੈਠੇ, ਉਹ ਸਾਰੇ ਦੇਸ਼ ਨੂੰ ਦੀ ਰਾਜਨੀਤੀ ਨੂੰ ਘੁਮਾਈ ਫਿਰਦੇ ਸੀ। ਉਹਨਾਂ ਦੀ ਭਾਮ ਸਾਹਿਬ ਇਹੀ ਪਾਲਿਸੀ ਸੀ ਦਿੱਲੀ 'ਚ ਬੈਠਣ ਵਾਲੇ ਕਾਂਗਰਸੀਆਂ ਦੀ ਕਿ ਜੋ ਕੋਈ ਕਾਂਗਰਸ ਦੇ ਵਿੱਚ ਕੋਈ ਹੋਰ ਲੀਡਰਸ਼ਿਪ ਹੈ ਜੋ ਕੱਲ ਨੂੰ ਗਾਂਧੀ ਪਰਿਵਾਰ ਨੂੰ ਚੈਲੰਜ ਕਰ ਸਕੇ, ਉਸ ਨੂੰ ਨਾ ਉੱਠਣ ਦਿੱਤਾ ਜਾਵੇ। ਉਸ ਚੱਕਰ ਦੇ ਵਿੱਚ ਜੋ ਇਹਨਾਂ ਨੇ ਸਾਰੀ ਪਾਰਟੀ ਹੈ ਉਹ ਬਰਬਾਦ ਕਰ ਦਿੱਤੀ। ਜੇ ਤੁਸੀਂ ਆਂਧਰਾ ਪ੍ਰਦੇਸ਼ ਦੀ ਐਗਜ਼ਾਮਪਲ ਲੈ ਲਓ, ਜੋ YSR ਸੀਗੇ, ਆਂਧਰਾ ਦੇ CM ਬੜੇ ਪਪੂਲਰ CM ਸੀ, ਉਹਨਾਂ ਦੀ ਪਲੇਨ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਪੂਰਾ ਜ਼ੋਰ ਲਾਉਂਦੀ ਹੈ YSR ਦੇ ਪਰਿਵਾਰ ਨੂੰ ਖਤਮ ਕਰਨ ਵਾਸਤੇ। ਜਗਨ ਮੋਹਨ ਰੈਡੀ ਜੋ ਉਹਨਾਂ ਦੇ ਫਰਜ਼ੰਦ ਨੇ, ਉਹਨਾਂ ਨੂੰ ਜਲੀਲ ਕੀਤਾ ਜਾਂਦਾ, ਹਿਊਮਿਲੀਏਟ ਕੀਤਾ ਜਾਂਦਾ ਪਾਰਟੀ ਦੇ ਵਿੱਚ। ਨਤੀਜਾ ਕੀ ਨਿਕਲਦਾ ਹੈ? ਉਹ ਜਗਨ ਮੋਹਨ ਰੈਡੀ ਆਪਣੀ YSR ਕਾਂਗਰਸ ਬਣਾਉਂਦੇ ਨੇ, ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ, ਕਾਂਗਰਸ ਦਾ ਜੋ ਹੈ ਉੱਥੇ ਕੋਈ ਸਫਾਇਆ ਹੋ ਗਿਆ, ਕੁਛ ਭਾਲਿਆਂ ਕੋਈ ਮਿਲਦਾ ਨਹੀਂ ਕਾਂਗਰਸੀ ਜੀ। ਤੇਲੰਗਾਨਾ ਦੇ ਵਿੱਚ ਵੈਸੇ ਖਤਮ। ਜੋ ਆਂਧਰਾ ਪ੍ਰਦੇਸ਼ ਇੱਕ ਸਮੇਂ ਕਾਂਗਰਸ ਦਾ ਗੜ੍ਹ ਹੋਇਆ ਕਰਦਾ ਸੀ, ਅੱਜ ਉੱਥੇ ਕਾਂਗਰਸ ਦਾ ਕੋਈ ਝੰਡਾ ਫੜਨ ਨੂੰ ਤਿਆਰ ਨਹੀਂ, ਕੋਈ ਬਸਤਾ ਫੜਨ ਨੂੰ ਉਹਨਾਂ ਦਾ ਤਿਆਰ ਨਹੀਂ। ਬਿਲਕੁਲ। ਸੋ ਇਸ ਗੱਲ ਕਰਕੇ ਬਈ ਇਹ ਕੋਈ ਡਿਵਾਈਨ ਰਾਈਟ ਟੂ ਰੂਲ ਤਾਂ ਹੈ ਨਹੀਂ ਵੀ ਜੋ ਗਾਂਧੀ ਪਰਿਵਾਰ ਹੈ ਇਹ ਆਪਣੇ ਵੀ ਇਹਨੂੰ ਰੱਬ ਵੱਲੋਂ ਕੋਈ ਹੁਕਮ ਹੋਇਆ ਹੈ, ਕੋਈ ਈਸ਼ਵਰ ਦਾ ਫਰਮਾਨ ਆਇਆ ਹੈ ਕਿ ਇਹਨਾਂ ਤੋਂ ਬਿਨਾਂ ਕਿਸੇ ਨੇ ਪ੍ਰਧਾਨਗੀ ਕਰਨੀ ਨਹੀਂ। ਸੋ ਇਹ ਕਹਿੰਦੇ ਆ ਕਿ ਪਾਰਟੀ ਤਾਂ ਵੈਸੇ ਵੀ ਖਤਮ ਹੋ ਰਹੀ ਆ ਜੀ, ਪੱਲੇ ਕੀ ਰਹਿ ਗਿਆ ਕਾਂਗਰਸ ਦੇ। ਬਿਲਕੁਲ। ਸੋ ਹੁਣ ਸੋਨੀਆ ਗਾਂਧੀ ਆਪਣੀ ਖਰਾਬ ਸਿਹਤ ਦਾ ਹਵਾਲਾ ਦੇ ਚੁੱਕੇ ਆ, ਰਾਹੁਲ ਗਾਂਧੀ ਹੈ ਉਹ ਚਾਹੁੰਦੇ ਨਹੀਂ ਪ੍ਰਧਾਨਗੀ ਕਰਨੀ। ਬਿਲਕੁਲ। ਸੋ ਹੁਣ ਭਾਮ ਸਾਹਿਬ ਹੋ ਸਕਦਾ ਕਿ ਸੀਤਾਰਾਮ ਕੇਸਰੀ ਤੋਂ ਬਾਅਦ ਹੁਣ ਕਾਂਗਰਸ ਨੂੰ ਪਹਿਲੀ ਵਾਰੀ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਪ੍ਰਧਾਨ ਮਿਲੇ ਜੀ। ਪਰ ਹੁਣ ਕਾਂਗਰਸੀਆਂ ਦੀ ਫਿਤਰਤ ਇਹ ਬਣ ਚੁੱਕੀ ਹੈ ਕਿ ਉਹ ਆਪਣੀ ਆਈਡੀਓਲੋਜੀ ਤਾਂ ਉਹ ਛੱਡ ਹੀ ਚੁੱਕੇ ਨੇ। ਇਹਨਾਂ ਨੂੰ ਕਿਸੇ ਇੱਕ ਕਾਂਗਰਸੀ ਨੂੰ ਫੜ ਕੇ ਪੁੱਛਿਆ ਜਾਵੇ ਕਿ ਕਾਂਗਰਸ ਦੀ ਆਈਡੀਓਲੋਜੀ ਕੀ ਹੈ, ਉਹ ਤੁਹਾਨੂੰ ਦੱਸ ਨਹੀਂ ਸਕਦਾ।
ਕਿ ਵਾਟ ਡਜ਼ ਕਾਂਗਰਸ ਸਟੈਂਡਸ ਫॉर, ਕਾਂਗਰਸ ਕਰਨਾ ਕੀ ਚਾਹੁੰਦੀ ਹੈ, ਕਾਂਗਰਸ ਦੀ ਸਮਾਜ ਨੂੰ ਲੈ ਕੇ ਕੀ ਸੋਚ ਹੈ, ਕਾਂਗਰਸ ਦੀ ਰਾਜਨੀਤੀ ਨੂੰ ਲੈ ਕੇ ਕੀ ਸੋਚ ਹੈ, ਬਿਲਕੁਲ ਕਾਂਗਰਸ ਦੀ ਦੇਸ਼ ਨੂੰ ਲੈ ਕੇ ਕੀ ਸੋਚ ਹੈ, ਬਿਲਕੁਲ ਇਕਨੋਮੀ ਨੂੰ ਲੈ ਕੇ ਕਾਂਗਰਸ ਦੇ ਕੀ ਵਿਚਾਰ ਹੈ। ਹਾਲਾਂਕਿ ਬੜੇ ਇੰਟੈਲੀਜੈਂਟ ਮਾਈਂਡ ਉਹਨਾਂ ਕੋਲ ਹੈਗੇ ਹਜੇ, ਪਰ ਜੋ ਇੱਕ ਆਮ ਕਾਂਗਰਸੀ ਵਰਕਰ ਹੈ, ਜੋ ਆਮ ਕਾਂਗਰਸੀ ਨੇਤਾ ਹੈ, ਬੰਦੇ ਰਹਿ ਗਏ, ਸੋਚ ਮਰ ਗਈ ਉਹਦੀ, ਹਾਂਜੀ ਇੰਨੀ ਉਹਦੀ ਤਾਂ ਇੰਨਾ ਹੀ, ਉਹ ਤੋਂ ਜੋ ਪੁੱਛੋ ਉਹਦੇ ਕੋਈ ਮਾਈਕ ਉਹਦੇ ਅੱਗੇ ਕਰਦਾ, ਉਹ ਕਹਿੰਦੇ ਨੇ ਜੀ ਅਸੀਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ, ਸ਼੍ਰੀ ਰਾਹੁਲ ਗਾਂਧੀ ਜੀ, ਸ਼੍ਰੀ ਪ੍ਰਿਯੰਕਾ ਗਾਂਧੀ ਜੀ, ਉਹਨਾਂ ਦੇ ਡਰਾਈਵਰ ਜੀ, ਉਹਨਾਂ ਦੇ ਚੌਂਕੀਦਾਰ ਜੀ, ਉਹਨਾਂ ਦੇ ਰਸੋਈਏ ਜੀ, ਵੀ ਅਸੀਂ ਸਭ ਦੇ ਵਫਾਦਾਰ ਹਾਂ ਉਹਨਾਂ ਦਾ। ਬਿਲਕੁਲ। ਲਵਲੀਨ ਜੀ, ਸਿਰਫ 5 ਮਿੰਟ ਦਾ ਹੀ ਸਮਾਂ ਸਾਡੇ ਕੋਲ ਬਾਕੀ ਰਹਿ ਗਿਆ ਜੀ। ਅਸੀਂ ਤੁਹਾਡੇ ਜਾਣਨਾ ਚਾਹਾਂਗੇ ਕਿ ਫਿਰ ਜਿਹੜਾ ਅਸੀਂ ਗੱਲ ਕੀਤੀ ਸੀ ਕਿ ਕਾਂਗਰਸ ਤੇ ਇਹਦੀ ਭਾਰਤੀ ਜਨਤਾ ਪਾਰਟੀ ਦੀ ਖਿੱਚੋਤਾਣ ਜਿਹੜੀ ਪੈਦਾ ਹੋਈ ਜੀ, ਉਹ ਖਿੱਚੋਤਾਣ ਕਿੱਥੇ ਪੈਦਾ ਹੁੰਦੀ ਹੈ, ਉਹਦੀ ਮੌਜੂਦਾ ਹਾਲਾਤ ਕੀ ਹੈ ਜੀ? ਪੰਮ ਸਾਹਿਬ ਦੇਖੋ, ਜੇ ਮੈਂ ਗੱਲ ਦੇਸ਼ ਦੀ ਕਰਾਂ, ਕਿਉਂਕਿ ਪਾਰਟੀਆਂ ਜ਼ਰੂਰੀ ਨਹੀਂ ਸਾਡੇ ਲਈ, ਕਾਂਗਰਸ ਜ਼ਰੂਰੀ ਨਹੀਂ, ਬੀਜੇਪੀ ਜ਼ਰੂਰੀ ਨਹੀਂ ਜੀ, ਸਾਡੇ ਲਈ ਦੇਸ਼ ਜ਼ਰੂਰੀ ਹੈ, ਸਾਡੇ ਲਈ ਭਾਰਤ ਜ਼ਰੂਰੀ ਹੈ ਜੀ। ਸੋ ਭਾਰਤ ਦੀ ਬਿਹਤਰੀ ਦੇ ਲਈ ਜੋ ਇੱਕ ਸਟਰੋਂਗ ਆਪੋਜੀਸ਼ਨ ਪਾਰਟੀ ਹੈ, ਉਸ ਦਾ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਭਾਰਤ ਦੀ ਬਿਹਤਰੀ ਲਈ ਜੋ ਭਾਰਤ ਦੇ ਸੰਵਿਧਾਨ ਦੀ ਸੋਚ ਹੈ ਜੀ, ਸੈਕੂਲਰ, ਲਿਬਰਲ ਜੀ, ਜਸਟਿਸ, ਇਕੁਐਲਿਟੀ ਜੀ, ਇਨਸਾਫ ਜੀ, ਉਸ ਦਾ ਬਚਿਆ ਰਹਿਣਾ ਬਹੁਤ ਜ਼ਰੂਰੀ ਹੈ। ਉਸ ਦੇ ਲਈ ਜੋ ਕਾਂਗਰਸ ਪਾਰਟੀ ਹੈ ਕਿਸੇ ਵੇਲੇ ਸੋਚ ਦੀ ਝੰਡਾ ਬਰਦਾਰ ਰਹੀ ਹੈ ਜੀ, ਪਰ ਅੱਜ ਜੋ ਕਾਂਗਰਸ ਹੈ ਉਸ ਨੂੰ ਕੋਈ ਸਮਝ ਨਹੀਂ ਆ ਰਹੀ। ਬਿਲਕੁਲ। ਕਦੇ ਤਾਂ ਉਹ ਸੌਫਟ ਹਿੰਦੂਤਵ ਵੱਲ ਭੱਜ ਜਾਂਦੇ ਨੇ, ਕਦੇ ਜਨੇਊਧਾਰੀ ਹਿੰਦੂ ਹੋਣ ਦਾ ਦਾਅਵਾ ਕਰਨ ਲੱਗ ਜਾਂਦੇ ਨੇ ਰਾਹੁਲ ਗਾਂਧੀ ਜੀ, ਕਦੇ ਦੂਸਰੀ ਤਰਫ ਭੱਜ ਲੈਂਦੇ ਨੇ ਪ੍ਰੈਸ਼ਰ ਦੇ ਹੇਠ ਜਾਂ ਆਪਦੇ ਸਲਾਹਕਾਰਾਂ ਦੇ ਹੇਠ। ਸੋ ਸਲਾਹਕਾਰ ਵੀ ਇਹੋ ਜਿਹੇ ਰੱਖੇ ਨੇ ਜਿਹੜੇ ਚਰਨਜੀਤ ਚੰਨੀ ਨੂੰ ਨੈਸ਼ਨਲ ਐਸਟ ਕਹਿੰਦੇ ਨੇ। ਉਹ ਜਾਂ ਆਪਣਾ ਫੈਸਲਾ ਕਰਨ, ਆਪਦੀ ਆਈਡੀਓਲੋਜੀ ਤੇ ਖੜੇ ਰਹਿਣ, ਜਾਂਦਾ ਸੈਕੂਲਰ ਨੇ ਤਾਂ ਸੈਕੂਲਰ ਬਣ ਕੇ ਦਿਖਾਉਣ। ਬਿਲਕੁਲ। ਪ੍ਰੋਗਰੈਸ ਦੀਆਂ ਗੱਲਾਂ ਕਰਨ, ਡਿਵੈਲਪਮੈਂਟ ਦੀਆਂ ਗੱਲਾਂ ਕਰਨ। ਸੋ ਇਹਨਾਂ ਇੱਕ ਆਪਦਾ ਪੈਰਲਲ ਏਜੰਡਾ ਪੈਦਾ ਕਰਨ। ਬਿਲਕੁਲ। ਸੋ ਉਹ ਏਜੰਡੇ ਦੇ ਨਾ ਹੁੰਦੇ ਹੋਏ ਕਾਂਗਰਸ ਦਾ ਆਪਦੇ ਏਜੰਡੇ ਤੋਂ ਟੁੱਟਣ ਕਰਕੇ, ਗ੍ਰਾਸ ਰੂਟ ਲੈਵਲ ਤੇ ਖਤਮ ਹੋਣ ਕਰਕੇ ਜੀ, ਕੋਈ ਲੀਡਰਸ਼ਿਪ ਨਾ ਹੋਣ ਕਰਕੇ ਕਿਸੇ ਮਸਲੇ ਦੇ ਉੱਤੇ ਜੀ, ਸੋ ਉਸ ਦੀ ਜਗ੍ਹਾ ਤੇਜ਼ੀ ਨਾਲ ਜੋ ਹੈ ਉਹ ਆਮ ਆਦਮੀ ਪਾਰਟੀ ਲੈਂਦੀ ਜਾ ਰਹੀ ਹੈ, ਜੋ ਕਿ ਬਹੁਤ ਖਤਰਨਾਕ ਹੈ ਜੀ, ਕਿਉਂਕਿ ਜੋ ਆਮ ਆਦਮੀ ਪਾਰਟੀ ਹੈ ਭੰਮ ਸਾਹਿਬ, ਇਹ ਕੋਈ ਸੈਕੂਲਰ ਪਾਰਟੀ ਨਹੀਂ। ਬਿਲਕੁਲ। ਇਹ 2 ਮਿੰਟ ਦੇ ਵਿੱਚ ਕਿਸੇ ਪਾਸੇ ਵੀ ਮੋੜਾ ਕੱਟ ਰਹੇ ਸਕਦੇ ਆ। ਇਹਨਾਂ ਦਾ ਜੋ ਉਭਾਰ ਹੈ, ਇਹਨਾਂ ਦੀ ਜੋ ਪੈਦਾਇਸ਼ ਹੈ, ਇਹ ਉਸੇ ਅੰਦੋਲਨ 'ਚ ਹੋਈ ਹੈ ਜਿੱਥੋਂ ਸਾਰੇ RSS ਦੇ ਜੋ BJP ਦੇ ਲੀਡਰ ਨਿਕਲੇ ਜੀ, ਜੋ ਜਿਨ੍ਹਾਂ ਨੂੰ RSS ਬੈਕ ਕਰ ਰਹੀ ਸੀ। ਇਹ 2 ਮਿੰਟ ਦੇ ਵਿੱਚ ਇਹ ਕੁਝ ਵੀ ਬਣ ਸਕਦੇ ਆ, ਕੋਈ ਵੀ ਰੂਪ ਅਖਤਿਆਰ ਕਰ ਸਕਦੇ ਆ ਜੀ, ਆਪਣੀ ਲੋੜ ਦੇ ਮੁਤਾਬਿਕ। ਚਲੇਡੇ ਵਾਂਗੂ ਅਰਵਿੰਦ ਕੇਜਰੀਵਾਲ ਜੀ। ਸੋ ਜੋ RSS ਹੈ ਉਹ ਇਸ ਗੱਲ ਤੇ ਬਹੁਤ ਖੁਸ਼ ਹੋਵੇਗੀ, ਕਿਉਂਕਿ ਦੇਖੋ ਉਹਨਾਂ ਦਾ BJP ਨਾਲ ਜਾਂ ਕਿਸੇ ਪਰਸਨੈਲਿਟੀ ਦੇ ਨਾਲ ਕੋਈ ਪਿਆਰ ਨਹੀਂ। ਉਹਨਾਂ ਦਾ ਏਜੰਡਾ ਹੈ ਜੋ ਹਿੰਦੂਤਵ ਨੂੰ ਲਾਗੂ ਕਰਨਾ ਜੀ। ਉਹ ਇਹ ਚਾਹੁੰਦੇ ਆ ਕਿ ਜੋ ਧਰਾਤਲ ਹੈ, ਜੋ ਅੱਜ ਜੋ ਇੱਕ ਸੈਕੂਲਰ ਲਿਬਰਲ ਡੈਮੋਕ੍ਰੇਸੀ ਦਾ ਜੋ ਫੈਬਰਿਕ ਹੈ, ਉਸ ਨੂੰ ਬਦਲ ਕੇ ਜੋ ਜ਼ਮੀਨ ਹੈ ਉਹ ਹਿੰਦੂਤਵ ਦੀ ਬਣਾਈ ਜਾਵੇ ਤੇ ਉਸ ਦੇ ਉੱਤੇ ਜੋ ਮਰਜ਼ੀ ਫਿਰ ਲੜੇ, ਚਾਹੇ BJP ਆਮ ਆਦਮੀ ਪਾਰਟੀ ਨਾਲ ਲੜੇ, ਪਰ ਹਿੰਦੂਤਵ ਦਾ ਏਜੰਡਾ ਦੋਨੇ ਮੰਨ ਲੈਣ, ਹਿੰਦੂਤਵ ਦਾ ਏਜੰਡਾ ਲਾਗੂ ਹੋ ਜਾਵੇ। ਫਿਰ ਚਾਹੇ ਆਮ ਆਦਮੀ CM ਬਣੇ, ਆਮ ਆਦਮੀ PM ਬਣੇ, ਚਾਹੇ ਮੋਦੀ PM ਬਣੇ, ਚਾਹੇ ਮੋਦੀ CM ਬਣੇ, RSS ਨੂੰ ਉਹਦਾ ਕੋਈ ਮਤਲਬ ਨਹੀਂ। ਬਿਲਕੁਲ। RSS ਦੀ ਜੋ ਸੋਚ ਹੈ ਉਹ ਬਹੁਤ ਵਿਸ਼ਾਲ ਹੈ। ਸੋ ਉਸ ਨੂੰ ਜੇ ਕੋਈ ਰੋਕ ਸਕਦਾ ਹੈ ਤਾਂ ਜੋ ਕਾਂਗਰਸ ਪਾਰਟੀ ਰੋਕ ਸਕਦੀ ਹੈ, ਜੋ ਲਿਬਰਲ, ਸੈਕੂਲਰ ਤੇ ਭਾਰਤ ਦੇ ਸੰਵਿਧਾਨ ਦੀ ਸੋਚ ਲੈ ਕੇ ਜਾ ਰਹੀ ਹੈ ਜੀ। ਬਿਲਕੁਲ। ਸੋ ਇਸ ਤਰ੍ਹਾਂ ਕਾਂਗਰਸ ਦਾ ਕਮਜ਼ੋਰ ਹੋ ਜਾਣਾ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ, ਦੇਸ਼ ਲਈ ਖਤਰਨਾਕ ਹੈ, ਦੇਸ਼ ਲਈ ਖਤਰਨਾਕ ਹੈ। ਤੇ ਜੋ ਗਾਂਧੀ ਪਰਿਵਾਰ ਹੈ ਭੰਮ ਸਾਹਿਬ, ਮੈਂ ਇੱਥੇ ਤੱਕ ਕਹਿਣਾ ਚਾਹੁੰਦਾ, ਉਹ ਕਾਂਗਰਸ ਲਈ ਖਤਰਨਾਕ ਹੈ। ਬਿਲਕੁਲ। ਕਾਂਗਰਸ ਦੀ ਸੋਚ ਲਈ ਖਤਰਨਾਕ ਹੈ ਜੀ। ਕਾਂਗਰਸ ਨੂੰ ਖਤਮ ਕਰਨ ਦੇ ਵਿੱਚ ਜੋ ਗਾਂਧੀ ਨਹਿਰੂ ਪਰਿਵਾਰ ਹੈ, ਇਹ ਕਹਿੰਦੇ ਆ ਕਿ ਜੀ ਇਹਨਾਂ ਤੋਂ ਬਿਨਾਂ ਕਾਂਗਰਸ ਬਚਣੀ ਨਹੀਂ, ਤੇ ਇਹਨਾਂ ਦੇ ਹੁੰਦਿਆਂ ਹੋਇਆ ਕਾਂਗਰਸ ਦਾ ਕੀ ਹੋਇਆ ਜੀ। ਸੋ ਇਹ ਕਾਂਗਰਸ ਨੂੰ ਆਪਣਾ ਮੰਥਨ ਕਰਨਾ ਪਵੇਗਾ, ਆਪਣੀਆਂ ਜੜ੍ਹਾਂ ਨਾਲ ਜੁੜਨਾ ਪਵੇਗਾ, ਆਪਣੇ ਕਲਚਰ ਨਾਲ ਜੁੜਨਾ ਪਵੇਗਾ, ਤੇ ਨਵੀਂ ਯੰਗ ਲੀਡਰਸ਼ਿਪ ਜੋ ਇਸ ਏਜੰਡੇ ਦੇ ਨਾਲ ਮੱਥਾ ਲਾ ਸਕੇ ਜੀ, ਉਹ ਲਿਆਉਣੀ ਪਵੇਗੀ ਜੀ। ਤੇ ਜੋ BJP ਤੇ RSS ਦੀ ਜੋ ਟਸਲ ਹੈ ਭੰਮ ਸਾਹਿਬ ਜੀ, ਦੇਖੋ ਉਹਦੇ ਵਿੱਚ ਇਹਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਹੈ, ਜੋ ਭਾਰਤ ਦੇ ਸੰਵਿਧਾਨ ਦੀ ਵਿਚਾਰਧਾਰਾ ਹੈ ਜੀ। ਚਲੋ ਜੋ ਆਪਦੇ ਏਜੰਡੇ ਨੇ ਉਹ ਹੈਗੇ ਨੇ, ਪਰ ਜੋ ਭਾਰਤ ਦੇ ਸੰਵਿਧਾਨ ਦੀ ਜੋ 4 ਦੀਵਾਰੀ ਹੈ ਜੀ,
ਉਸ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਜੋ ਦੇਖੋ ਮੈਜੋਰਿਟੇਰੀਅਨਿਜ਼ਮ ਹੈ ਜੋ ਉਹ ਕਿਸੇ ਦੇ ਹੱਕ ਦੀ ਗੱਲ ਨਹੀਂ, ਬਿਲਕੁਲ ਉਹ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ। ਜੇ ਅਸੀਂ ਪਿੱਛੇ ਵੱਲ ਦੇਖੀ ਜਾਈਏ ਤਾਂ ਅਸੀਂ ਜੋ 21ਵੀਂ ਸਦੀ ਹੈ ਉਸ ਦਾ ਇੱਕ ਮਜ਼ਬੂਤ ਤੇ ਤਾਕਤਵਰ ਭਾਰਤ ਉਸ ਦੇ ਵਿੱਚ ਨਹੀਂ ਬਣਾ ਸਕਦੇ ਜੀ। ਲੋਕਾਂ ਦੇ ਵਿੱਚ ਵੰਡੀਆਂ ਪੈ ਜਾਣਗੀਆਂ, ਉਸ ਦੇ ਨਾਲ ਜੋ ਦੇਸ਼ ਦਾ ਹਿੱਤ ਨਹੀਂ ਹੋਵੇਗਾ ਜੀ। ਸੋ ਇਸ ਲਈ ਸਾਰਿਆਂ ਨੂੰ ਜੋ ਭਾਰਤ ਦੇ ਸੰਵਿਧਾਨ ਦੀ ਜੋ ਭਾਵਨਾ ਹੈ ਉਸ ਨੂੰ ਅੱਗੇ ਰੱਖਦੇ ਹੋਏ ਜੋ ਅੱਗੇ ਵਧਣਾ ਚਾਹੀਦਾ ਹੈ ਜੀ। ਜੋ ਸਿਆਸਤ ਇੱਕ ਪਾਸੇ ਹੈ ਪਰ ਜੋ ਰਾਸ਼ਟਰ ਦਾ ਜੋ ਹਿੱਤ ਹੈ, ਭਾਰਤ ਦਾ ਹਿੱਤ ਹੈ, ਉਹ ਇੱਕ ਪਾਸੇ ਹੈ ਜੀ। ਸੋ ਲਵਲੀਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬੜੇ ਵਧੀਆ ਤਰੀਕੇ ਨਾਲ ਸਾਨੂੰ ਇਸ ਸਾਡੇ ਸਵਾਲਾਂ ਨੂੰ ਐਕਸਪਲੇਨ ਕੀਤਾ। ਮਿਲਾਂਗੇ ਜੀ ਅਗਲੇ ਐਤਵਾਰ, ਆਪਾਂ ਫਿਰ ਅਗਲਾ ਕੋਈ ਨਵਾਂ ਵਿਸ਼ਾ ਲੈ ਕੇ ਫਿਰ ਸਾਡੇ ਸਰੋਤਿਆਂ ਦੇ ਰੂਬਰੂ ਹੋਵਾਂਗੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।